10,000 साल पारसनाथ ने राज किया इस तरीके नाल। 10,000 साल है, ये गां 1000 फिर कहता क्योंकि 10 सह जे आप कहीए ना 1000 कहना पऊगा, फिर 10 सह नहीं कह सकते, 900 कह सकते हैं। जे 10 सह कहने फिर 10,000 बनना पऊगा। 1000 कहते 10 है, हाँ फिर 10 है कहते कहते 1000 कहते 10,000 कह सकते हैं, 10,100 नहीं कह सकते। कह के दूर तत् के मत कहो राज जोग दो लीना। ਜਿਹੜਾ ਦੱਤਾਤਰੈ ਦਾ ਮਤ ਚੱਲਦਾ ਸੀ ਉਹਦੇ ਨਾਂ ਤੇ ਉਹਨੂੰ ਕਹਿਤਾ ਵੀ ਦੱਤਾਤਰੈ ਦਾ ਮਤ ਨਹੀਂ ਹੁਣ ਹੈਗਾ, ਉਹਨੂੰ ਹਟਾਤਾ, ਦੂਰ ਕਰਤਾ। राज जोग दो, राज और जोग, धर्म और राज दोहां ते अपना कब्जा कर लिया। राज भी मेरा है, धर्म भी मेरे नां ते चलू, राज भी मेरे नां ते चलूगा। देखो राज आदमी थोड़ी चलाउंदा हुंदा, राज तां थल्ले नाल दे चलाउंदे हुंदे ने। राजे दा तां ਨਾਂ हुंदा भी किहदा राज है। फैक्ट्री वाले मालक दा ਨਾਂ हुंदा, काम करने वाले तां थल्ले सारी होर हुंदे ने। मालक दा कई बार साल साल भर फैक्ट्री नहीं आते कई, पर फैक्ट्री का मालक तो मालक ही रहूगा ना। इस करके राज जिहदे सिर ते ताज है ਉਹਦਾ ही नाम चलूगा। करना तो राज थले अधिकारियों ने हुंदा, अफसरां ने राज करना हुंदा, ਉਹਦੇ नाम ते ही राज चलदा, ਉਹਦੇ नाम ते ही धर्म चलदा। धर्म का प्रचार करने वाले भी होर हुंदे ने, ना ਉਹਦਾ चलदा भी। ये हुण पारसनाथ का धर्म चलाया होया। पिछला धर्म और हुण दे धर्म च फर्क कोई नहीं है, फर्क नहीं है कोई। वो लियों लिहा होया सी, ली ते लै आंदा दोबारा, बस अपना ठप्पा लाउणा सी, ला लिया। ठप्पा लाउणा सी जिवें हुण पिछे वेदां दे विच मत हैगी है, गुरमत वो तो बाद भी रही है। कबीर वेले, कबीर तो पहला ਇਹਦਾ ਕੋਈ ਇਹਦੇ ਨਾਂ ਤੇ ਡੁਪਲੀਕੇਟ ਮੱਤਾਂ ਚੱਲਦੀਆਂ ਸੀ। ਨਾਂ ਵੇਦ ਦਾ ਵੀ ਲੈਂਦੇ ਸੀ, ਕਹਿੰਦੇ ਰਹਿੰਦੇ ਨੇ ਵੀ ਪਰਮੇਸ਼ਰ ਇੱਕ ਹੈ, ਪਰ ਇੱਕ ਮੰਨਦੇ ਨਹੀਂ ਹਨ। ਫਿਰ ਬਹੁਤ ਦੇਵੀ ਦੇਵਤੇ ਮੰਨੀ ਬੈਠੇ ਨੇ। ਕੌਣ ਬੜਾ ਕੌਣ ਛੋਟਾ? ਫਿਰ ਝਗੜਾ ਛੋਟਿਆਂ ਦਾ, ਬੜੇ ਦਾ ਨਹੀਂ ਝਗੜਾ ਹੈ। ਬੜਾ ਤਾਂ ਗਾਇਬ ਕੀਤਾ, ਬੜੇ ਤਾਂ ਗੱਲੇ ਨਹੀਂ ਨਾ ਕਰਦੇ। ਜਿਹਦੀ ਗੱਲ ਕਰਦੇ ਨੇ ਜ਼ਿਆਦਾ ਵਿਸ਼ਨੂੰ ਦੀ, ਬ੍ਰਹਮਾ ਦੀ, शिव जी ਦੀ, ਝਗੜਾ ਤਾਂ ਉਹਨਾਂ ਦਾ ਪੈਣਾ ਨਾ। ਫਿਰ ਉਹਦਾ कहता जी बस ਉਹ ਹੈ, ਬਸ ਓਮ ਹੁੰਦਾ ਹੁੰਦਾ, ਉਹ ਤਿੰਨਾਂ ਨਹੀਂ ਮੰਨ ਲਿਆ। ਬੜਾ ਕੌਣ ਹੈ, ਕੀ ਹੈ, ਉਹ ਛੱਡੇ ਦਿੱਤਾ। ਭਗਤਾਂ ਨੇ ਫੇਰ ਪ੍ਰਗਟ ਕੀਤਾ ਵੀ ਉਹ ਇੱਕ ਜਿਹੜੀ ਹਸਤੀ ਹੈ ਜਿਹਨੇ ਬ੍ਰਹਮਾ ਵਿਸ਼ਨੂੰ शिव जी भी पैदा ਕੀਤੇ ਨੇ, ਜਿਹਨੇ ਸਭ ਕੁਝ ਪੈਦਾ ਕੀਤਾ ਹੈ, ਜਿਹਨੇ ਸੂਰਜ ਵੀ ਪੈਦਾ ਕੀਤਾ ਹੈ, चंद्रमा भी पैदा किया है, वो कौन है? धरती भी पैदा की है, पानी भी पैदा किया है, वो कौन है? उसकी खोज करिए। जिन्होंने खोज लिया उन्होंने दसिया, पर उन्होंने ये नहीं कहा भी ये साडा मत है। बस इन्ना ही फर्क है। जिथे मेरा मत आ जाए, मेरे नाम ते आ जाए, वो मत असल च परमेश्वर का हुंदा ही नहीं, वो आदमी का मत हुंदा, वो पूर्ण मत नहीं हुंदी कदे भी। वो मन मैन मेड मत है, मनमत है। मैन मेड मत नूं मनमत कहंदे ने, गुरमत नूं थल्ले है। यही उन्हें अपना ठप्पा लाया नाल, अपने मत का अपना ठप्पा लाता नाल। हुण जोग मत नाथ हैगे ने, जरूर नाथ चलते ने, सन्यासी बहुत घट ने। सन्यासी का कोई टामा टल्ला बच गया सीगा, वो ਨਾਂ ਲੈਣ ਨੂੰ बच गया भी हाँ सन्यासी कोई हुंदा सी। जे जे छपे लुके कहूं बाचे, रह रह वह गए। वो ਜਿਹੜੇ कोई छुपे होए सीगे बच गए, किते सन्यासी हो रह गए।
ਐਸੇ ਇੱਕ ਨਾਮ ਲੈਵੇ ਕੋ ਜਗ ਮੋ ਰਹਿਤ ਭਏ। ਬਸ ਇੱਕ ਨਾਂ ਲੈਣ ਨੂੰ ਵੀ ਹਾਂ ਸੰਨਿਆਸ ਮਤ ਹੁੰਦਾ ਸੀ, ਪਰ ਐ ਰਹਿ ਗਏ। ਉਹਨਾਂ ਦਾ ਪ੍ਰਭਾਵ ਕੋਈ ਨਹੀਂ ਹੈ, ਲੋਕਾਂ ਤੇ ਕੋਈ ਪ੍ਰਭਾਵ ਨਹੀਂ। ਨਾ ਮਤ ਦਾ ਪ੍ਰਚਾਰ ਹੁੰਦਾ ਸੀ, ਨਾ ਲੋਕ ਉਹਨਾਂ ਨੂੰ ਮੰਨਦੇ ਸੀ। ਇਹ ਸੀ ਵੀ ਹਾਂ ਬਈ ਇਹ ਸੰਨਿਆਸੀ ਨੇ, ਇਹ ਦੱਤਾਤਰੇय ਨੂੰ ਮੰਨਦੇ ਨੇ। ਕੋਈ ਦੱਤਾਤਰੇय ਦਸ ਪਾਤਸ਼ਾਹ ਇੱਕ ਹੋਰ ਜਗ੍ਹਾ ਲਿਖਦੇ ਨੇ, ਜੋ ਕੋਈ ਜਾਏ ਸੰਨਿਆਸਨ ਕੇ। ਜੇ ਕੋਈ ਸੰਨਿਆਸੀਆਂ ਤੇ ਜਾਂਦਾ ਉਹ ਕੀ ਕਹਿੰਦੇ, ਦਾਤੇ ਹੀ ਸੱਤ ਹੈ ਮੰਤਰ ਦ੍ਰਿੜਾਵਾਂ। ਉਹ ਕਹਿੰਦੇ ਦਾਤੇ ਹੀ ਸੱਤ ਸਰੂਪ ਹੈ, ਹਮੇਸ਼ਾ ਰਹਿਣ ਵਾਲਾ। ਉਹ ਪਰਮੇਸ਼ਰ ਦਾਤੇ ਹੀ ਹੈ, ਹੋਰ ਕੋਈ ਨਹੀਂ ਹੈ। ਇਹ ਕਮੀ ਸੀ ਉਹਨਾਂ 'ਚ, ਹੁਣ ਵੀ ਕਮੀ ਹੈ। ਇਸ ਕਮੀ ਨਹੀਂ ਮਾਰੇ ਨੇ ਉਹ। ਇਹ ਕਮੀ ਖਤਰਨਾਕ ਹੈ। ਕਿਉਂ ਲਿਖੀ ਦਸਮ ਪਾਤਸ਼ਾਹ ਨੇ ਵੀ ਕਿਤੇ ਸਾਨੂੰ ਪਰਮੇਸ਼ਰ ਨਾ ਕਹਿਣ ਲੱਗ ਜਾਓ ਬਾਅਦ ਚ ਗੁਰੂ ਨਾਨਕ ਨੂੰ ਜਾਂ ਸਾਨੂੰ ਦਾ ਸਾਨੂੰ ਜਾਂ ਭਗਤਾਂ ਨੂੰ। ਉਹੀ ਗਲਤੀ ਕਰਤੀ। ਗਲਤੀ ਨਹੀਂ ਕੀਤੀ, ਜਾਣ ਬੁੱਝ ਸ਼ਰਾਰਤ ਕੀਤੀ ਹੈ। ਜਿਨ੍ਹਾਂ ਨੇ ਪ੍ਰਚਾਰ ਕੀਤਾ ਬੜੇ ਸ਼ਰਾਰਤੀ ਸੀ ਲੋਕ। ਉਹ ਚਾਹੁੰਦੇ ਸੀ ਵੀ ਇਹ ਸਿੱਖੀ ਖਤਮ ਹੋ ਜਾਵੇ। ਪਿੱਛਾ ਅੰਦਰੋਂ ਸਿੱਖੀ ਦੇ ਵੈਰੀ ਸੀ, ਅੰਦਰੋਂ ਭੇਸ ਬਦਲ ਕੇ ਵਿੱਚ ਆ ਗਏ ਸੀ। ਇਹਨਾਂ ਦੇ ਮੂੰਹ 'ਚ ਪਾਤੀ ਉਹ ਗੱਲ ਸਿੱਖਾਂ ਨੇ। ਇਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ। ਉਹ ਤਾਂ ਸਾਫ ਲੈ ਕੇ ਜੋ ਮੋਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ में ਪੜਾ। ਦਸਮ ਪਾਤਸ਼ਾਹ ਨੇ ਲਿਖਿਆ। ਉਹ ਕਹਿੰਦੇ ਦਸਮ ਨੇ ਤਾਂ ਕੋਈ ਬਾਣੀ ਹੋਣੀ, ਇਹ ਤਾਂ ਦਸਮ ਪਾਤਸ਼ਾਹ ਦੀ ਬਾਣੀ ਹੋਣੀ। ਜਿਹੜੇ ਦਸਮ ਪਾਤਸ਼ਾਹ ਦੀ ਬਾਣੀ ਤੋਂ ਮੁਨਕਰ ਨੇ ਅਸਲ ਦੇ ਵਿੱਚ ਉਹ ਸਾਰੇ ਹੀ ਹਾਂ ਉਹਨਾਂ ਦਾ ਸਾਰਾ ਭੁਲੇਖਾ ਪਾਇਆ। ਉਸ ਖਾਨਦਾਨ ਦੇ ਨੇ। ਕਿਉਂ? ਦੱਤ ਨੂੰ ਜਿਵੇਂ ਪਰਮੇਸ਼ਰ ਹੈ, ਇਹਨਾਂ ਨੇ ਪਰਮੇਸ਼ਰ ਨਾਨਕ ਨੂੰ ਬਣਾਉਣਾ ਸੀ, ਬਣਾਉਣਾ ਸੀ, ਡੋਬ ਦੇਣਾ ਸੀ। ਸਿੱਖੀ ਡੋਬਤੀ। ਜਿਹੜੀਆਂ ਗਲਤੀਆਂ ਪਿੱਛੇ ਦੁਈਆਂ ਮੱਤਾਂ 'ਚ ਹੋਈਆਂ ਉਹ ਗਲਤੀਆਂ ਅਸੀਂ ਕਰਨੀਆਂ ਨਹੀਂ। ਇਹ ਪੜ੍ਹਨ ਦਾ ਮਤਲਬ ਇਹ ਹੁੰਦਾ ਹੈ, ਜਿਹੜਾ ਦੂਆ ਅਸੀਂ ਕੁਛ ਪੜ੍ਹਦੇ ਹਾਂ ਗੁਰਬਾਣੀ ਤੋਂ ਸਿਵਾ, ਉਹ ਇਹ ਪੜ੍ਹਦੇ ਹਾਂ ਵੀ ਆਹ ਕੁਛ ਪਿੱਛੇ ਹੋਇਆ ਗਲਤੀਆਂ, ਇਹ ਲੈ ਕੇ ਡੁੱਬ ਜਾਂਦੀਆਂ ਨੇ। ਉਹ ਅਸੀਂ ਨਹੀਂ ਕਰਨੀਆਂ। ਭਾਂਤ ਭਾਂਤ ਰਾਜ ਕਰਤਿਓ ਭਾਂਤ ਭਾਂਤ ਧਨ ਜੋਰਿਓ। ਭਾਂਤ ਭਾਂਤ ਦਾ ਜਗ੍ਹਾ ਜਿਹੜੇ ਸੀ ਰਾਜ ਕੀਤਾ ਉਹਨਾਂ ਨੇ। ਭਾਂਤ ਭਾਂਤ ਦੇ ਰਾਜੇ ਸੀ, ਦੂਰ ਦੂਰ ਰਾਜੇ ਸੀ। ਭਾਂਤ ਭਾਂਤ ਦਾ ਧਨ ਸਾਰਾ ਜੋੜ ਲਿਆ, ਧਨ ਇੱਕ ਜਗ੍ਹਾ ਕਰ ਲਿਆ ਨਾ ਉਹਨਾਂ ਦਾ। ਭਾਂਤ ਭਾਂਤ ਦਾ ਧਨ ਹੁੰਦਾ, ਦੇਖੋ ਕਿਤੇ ਜਿਹੜੇ ਪਸ਼ੂ ਨੇ, ਪਸ਼ੂ ਧਨ ਵੀ ਧਨ ਮੰਨਿਆ ਜਾਂਦਾ ਸੀ ਅੱਗੇ। ਜ਼ਿਆਦਾ ਖੇਤੀ ਘੱਟ ਹੁੰਦੀ ਸੀ ਤੇ ਕਹਿੰਦੇ ਗੋ ਧਨ, ਗਾਇਆਂ ਜਿਹੜੀਆਂ ਰੱਖਣੀ ਇਹਨੂੰ ਧਨ ਕਹਿੰਦੇ ਨੇ। ਗਜ ਧਨ ਹਾਥੀ ਜ਼ਿਆਦਾ ਰੱਖਣੇ। ਹਾਥੀ ਵੀ ਤਾਂ ਜੇ ਜ਼ਿਆਦਾ ਹੋਣਗੇ ਵਿਕਦੇ ਹੀ ਨੇ ਨਾ, ਪੈਸੇ ਹੀ ਹੈ। ਬਾਜ ਧਨ, ਗੋ ਧਨ, ਗਜ ਧਨ, ਬਾਜ ਧਨ, ਘੋੜਿਆਂ ਦਾ ਧਨ, ਤਿੰਨ ਤਾਂ ਇਹ ਹੁੰਦੇ ਸੀ। ਔਰ ਰਤਨ ਧਨ ਖਾਨ, ਹੋਰ ਹੀਰੇ ਜਵਾਹਰਾਤ ਤੇ ਰਤਨ ਹੁੰਦੇ ਸੀ। ਸੋਨਾ ਚਾਂਦੀ ਇਹ ਰਤਨ ਧਨ ਖਾਨ ਹੋ ਗਈ, ਇਹ ਅਲੱਗ ਖਾਨ ਹੋ ਗਈ। ਪਰ ਅੱਗੇ ਕੀ ਕਹਿੰਦਾ, ਜਬ ਆਵੇ ਸੰਤੋਸ਼ ਧਨ ਸਭ ਧਨ ਧੂਲ ਸਮਾਨ। ਜਾਂ ਸੰਤੋਸ਼ ਧਨ ਜਿਹਦੇ ਕੋਲ ਹੋਵੇ ਸਾਰੇ ਮਿੱਟੀ ਨੇ ਉਹਦੇ ਵਾਸਤੇ। ਸੰਤੋਸ਼ ਧਨ ਵੀ ਹੈ। ਸੰਤੋਸ਼ ਧਨ ਕੀ ਹੈ? ਨਾਮ ਧਨ। ਨਾਮ ਧਨ ਸੰਤੋਸ਼ ਧਨ ਹੈ। ਨਾਮ ਨਾਲ ਸੰਤੋਸ਼ ਹੁੰਦਾ। ਸੰਤੋਖ ਨੂੰ ਵੀ ਧਨ ਕਿਹਾ ਹੋਇਆ ਉਹਨਾਂ ਨੇ। ਜਬ ਆਵੇ ਸੰਤੋਸ਼ ਧਨ ਸਭ ਧਨ ਧੂਲ ਹੀ ਸਮਾਨ। ਸਾਰੇ ਧੂੜ ਮਿੱਟੀ ਬਰਾਬਰ ਨੇ। ਤੈਸਾ ਥਣ ਤੈਸੀ ਉਸ ਮਾਟੀ। ਬਿਲਕੁਲ ਗੁਰਮਤਿ ਨਾਲ ਮਿਲਦੀ ਗੱਲ ਹੈ। ਇਹਨੀ ਗੱਲ ਕੇ ਪਿੱਛੇ ਹੈ ਨਹੀਂ ਸੀ ਪਰ ਮੂੰਹ ਤੋਂ ਉੱਤੇ ਉੱਤੇ ਹੀ ਗੱਲਾਂ ਸੀ, ਅੰਦਰ ਨਹੀਂ ਸੀ। ਕਹਿਣ ਨੂੰ ਸੀ, ਮੰਨਣ ਨੂੰ ਨਹੀਂ ਸੀ। ਸਾਡੇ ਵੀ ਗੁਰਬਾਣੀ ਪੜ੍ਹਨ ਨੂੰ ਹੈ, ਮੰਨਣ ਨੂੰ ਨਹੀਂ ਹੈ। ਜਦੋਂ ਮੰਨਣ ਤੇ ਰਹਿ ਜਾਵੇ ਗੱਲ, ਫਿਰ ਉਹ ਪਖੰਡ ਬਣ ਜਾਂਦੀ ਹੈ। ਅਸਰ ਨਹੀਂ ਨਾ, ਗੱਲ ਦਾ ਮੰਨੇ ਤੇ ਹੀ ਅਸਰ ਹੁੰਦਾ ਹੈ। ਮੰਨਣ ਨਾਲ ਅਸਰ ਹੈ, ਬਿਨਾਂ ਮੰਨੇ ਤੇ ਕੋਈ ਅਸਰ ਨਹੀਂ। ਹਾਂਜੀ। ਭਾਂਤ ਭਾਂਤ ਰਾਜ ਕਰਤਿਓ ਭਾਂਤ ਭਾਂਤ ਧਨ ਜੋਰਿਓ। ਭਾਂਤ ਭਾਂਤ ਦਾ ਧਨ ਸਾਰਾ ਜੋੜ ਲਿਆ, ਆਪਣੇ ਕੋਲ ਇਕੱਠਾ ਕਰ ਲਿਆ। ਖਜ਼ਾਨਾ ਤਾਂ ਇੱਕ ਕਰਨਾ ਹੀ ਹੁੰਦਾ, ਜਾਂ ਰਾਜਾ ਹੀ ਇੱਕ ਹੋ ਗਿਆ। ਫਿਰ ਜਿਹੜੇ ਮਤਹਿਤ ਵੀ ਰਾਜੇ ਕਰਦੇ ਸੀ ਰਾਜ, ਉਹਨਾਂ ਨੂੰ ਜੋ ਕਹਿ ਦਿੰਦਾ ਸੀ ਵੀ ਇੱਥੇ ਭੇਜੋ, ਭੇਜ ਦਿੰਦੇ ਸੀ, ਭੇਜਣਾ ਹੀ ਪੈਂਦਾ ਸੀ। ਹਾਂਜੀ। ਜਹਾਂ ਤਹਾਂ ਮਾਨਸ ਸ਼੍ਰਵਣ ਸੁਣ ਤਹਾਂ ਤਹਾਂ ਤੇ ਤੋਰਿਓ। ਜਿੱਥੇ ਜਿੱਥੇ ਕੋਈ ਸੁਣ ਲਿਆ ਵੀ ਜੋ ਹੈਗਾ ਸੰਨਿਆਸੀ, ਉੱਥੇ ਉੱਥੇ ਬੰਦੇ ਭੇਜਤੇ ਆਪਣੇ।
ਬੰਦੇ ਭੇਜੇ ਉੱਥੇ ਵੀ ਆ ਤਾਂ ਚੁੱਪ ਕਰਕੇ ਬੈਠਾ ਰਹੇ ਹੋ, ਗਾਹਾਂ ਪਬਲਿਕ ਦੇ ਵਿੱਚ ਆਪਣਾ ਪ੍ਰਚਾਰ ਨਾ ਕਰੇ। ਜੇ ਜ਼ਿਆਦਾ, ਕਿਉਂਕਿ ਇੱਕ ਪ੍ਰਚਾਰ ਹੁੰਦਾ ਜੇ ਦੂਆ ਵਿੱਚ ਹੋਣ ਲੱਗ ਜਾਏ ਫਿਰ ਗੜਬੜ ਹੁੰਦੀ ਹੈ ਨਾ। ਜੇ ਜ਼ਿਆਦਾ ਗੜਬੜ ਕਰਦਾ ਤਾਂ ਫੜ ਲਿਓ, ਜਾਂ ਉਹਨੂੰ ਕਹਿ ਦਿਓ ਵੀ ਇਹੀ ਪ੍ਰਚਾਰ ਕਰੀ ਜਾ। ਭੇਖ ਤਾਂ ਇੱਕੋ ਹੀ ਸੀ, ਭੇਖ ਦਾ ਤਾਂ ਕੋਈ ਗੱਲ ਹੀ ਨਹੀਂ ਸੀ। ਵੀ ਉਹਨੂੰ ਸਮਝਾਇਆ ਉਹ ਭਾਈ ਤੂੰ ਨਾਲੇ ਸਹਿਮਤ ਹੋ ਕੇ ਚੱਲ। ਇਹ ਵਿਧੀ ਜੀਤ ਦੇਸ ਪੁਰ ਦੇਸਨ, ਜੀਤ ਨਿਸ਼ਾਨ ਬਜਾਇਓ। ਦੇਸ਼ ਪ੍ਰਦੇਸ਼ ਸਾਰਿਆਂ ਨੂੰ ਆਪਣਾ ਸਿੱਕਾ ਬਣਾ ਲਿਆ। ਜਿੱਥੇ ਜਿੱਥੇ ਵੀ ਗਏ ਲੋਕ, ਉਹਨਾਂ ਨੇ ਸਾਰਿਆਂ ਦੇ ਸਾਰੇ ਮੰਨਦੇ ਚਲੇ ਗਏ। ਫਿਰ ਦੇਸ਼ ਪ੍ਰਦੇਸ਼ ਜਿੱਤ ਕੇ ਆਪਣਾ ਹੀ ਨਿਸ਼ਾਨ ਬਜਾਇਆ, ਆਪਣਾ ਨਗਾਰਾ ਧੌਂਸਾ ਜਿਹੜਾ ਦੇ ਕੇ ਭੇਜਦੇ ਨੇ ਝੰਡਿਆਂ ਨੇ। ਜਿੱਤ ਦਾ ਨਿਸ਼ਾਨ ਇਹ ਹੁੰਦਾ ਜਿੱਥੇ ਨਗਾਰਾ ਵੱਜ ਜਾਵੇ, ਜਿਹੜੇ ਏਰੀਆ ਜਿਹਦਾ ਉਹਦਾ ਇਲਾਕਾ ਹੋ ਜਾਂਦਾ। ਜਿੱਥੇ ਤੇ ਆਵਾਜ਼ ਜਾਂਦੀ ਹੈ, ਆਵਾਜ਼ ਦਾ ਉਹ ਹੁੰਦਾ ਇੱਕ ਐਲਾਨ ਹੁੰਦਾ ਨਗਾਰਾ ਕਿ ਇੱਥੇ ਕੋਈ ਜੇ ਹੈ ਸੁਣਦਾ ਹੈ ਨਗਾਰੇ ਨੂੰ, ਮੈਦਾਨ 'ਚ ਆਵੇ, ਨਹੀਂ ਤਾਂ ਈਨ ਮੰਨੇ ਸਾਡੀ, ਨਹੀਂ ਸਾਡੀ ਈਨ ਮੰਨੇ, ਸਾਨੂੰ ਸਰੈਂਡਰ ਕਰ ਜਾਵੇ, ਨਹੀਂ ਨਿਕਲ ਕੇ ਮੈਦਾਨ 'ਚ ਆਵੇ। ਜੇ ਕਿਤੇ ਲੁਕਿਆ ਵੀ ਹੋਇਆ ਤਾਂ ਬਾਹਰ ਆਵੇ। ਤੇ ਪਬਲਿਕ ਤਾਂ ਬਾਹਰ ਹੁੰਦੀ ਹੈ ਨਾ, ਪਬਲਿਕ ਫਿਰ ਨਾਲ ਜੁੜ ਜਾਂਦੀ ਹੈ ਜਾਂ ਕੋਈ ਨਹੀਂ ਆਉਂਦਾ। ਆਪਣਾ ਕਰਨ ਕਾਰਨ ਕਰ ਮਾਨਿਓ, ਕਾਲ ਪੁਰਖ ਬਿਸਰਾਇਓ। ਬਸ ਆਪ ਨੂੰ ਇਹ ਕਾਰਨ ਮੰਨ ਲਿਆ ਹੁਣ ਉਹਨੇ। ਕਾਲ ਪੁਰਖ ਬਿਸਰਾਇਓ, ਕਾਲ ਪੁਰਖ ਨੂੰ ਕਹਤਾ ਕੋਈ ਹੈ ਹੀ ਨਹੀਂ। ਕਾਲ ਪੁਰਖ ਨੂੰ ਉਹਦੀ ਕੋਈ ਚੀਜ਼ ਨਹੀਂ ਹੈ, ਮੈਂ ਉਹ ਸਭ ਕੁਛ ਹਾਂ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨਾਂ ਦੀ ਸ਼ਕਤੀ ਮੇਰੇ ਕੋਲ ਹੀ ਹੈ। ਮੇਰੇ ਤੋਂ ਬਿਨਾਂ ਹੋਰ ਕੋਈ ਤਾਕਤ ਨਹੀਂ ਹੈ ਕਿਤੇ ਵੀ। ਉਹ ਵਿਸਰਾਤਾ, ਲੋਕਾਂ ਨੂੰ ਕਹਿਤਾ ਹੋਰ ਨਹੀਂ ਕੁਛ ਹੈ। ਆਪੇ ਵਿਸਰ ਗਿਆ ਲੋਕਾਂ ਨੂੰ। ਵਿਸਰਿਓ ਨਹੀਂ, ਵਿਸਰਾਇਓ ਹੈ ਲਫ਼ਜ਼। ਬਿਸਰਾਇਓ, ਲੋਕਾਂ ਨੂੰ ਵਿਸਰਾਤਾ, ਪ੍ਰਚਾਰ ਜੋ ਕਰਤਾ ਵੀ ਹੋਰ ਨਹੀਂ ਕੁਛ ਹੈ। ਇਹ ਮੰਨੋ, ਜ਼ਬਰਦਸਤੀ ਮੰਨਦੇ ਨੇ। ਅੰਦਰੋਂ ਭਾਵੇਂ ਕੋਈ ਨਾ ਮੰਨਦਾ ਹੋਵੇ, ਪਰ ਪ੍ਰਚਾਰ ਤਾਂ ਹੋ ਰਿਹਾ ਨਾ। ਰੁਆਮਲ ਛੰਦ 10 ਸਹੰਸਰ ਪ੍ਰਮਾਣ ਬਰਖ, ਸੋ ਕੀਨ ਰਾਜ ਸੁਧਾਰ। ਆ ਗਿਆ ਨਾ 10 ਅੰਸਰ, ਹਾਂ ਆਏ ਜਾਣਾ ਸੀ 10 ਅੰਸਰ। 10,000 ਸਾਲ ਇਸ ਤਰੀਕੇ ਨਾਲ ਉਹਨੇ ਰਾਜ ਕੀਤਾ। ਉਹਨੇ ਹੀ ਨਹੀਂ ਕੀਤਾ, ਉਹਦੇ ਬਾਅਦ ਚੱਲਦਾ ਰਿਹਾ ਰਾਜ ਏਦਾਂ ਹੀ। ਹਾਂ, ਇੱਕ ਆਦਮੀ ਦੀ ਇੰਨੀ ਉਮਰ ਨਹੀਂ ਹੁੰਦੀ। ਉਹਦੇ ਜਿਵੇਂ ਹੁਣ ਨਾਨਕ ਦਾ ਨਾਂ ਚੱਲਦਾ ਰਿਹਾ, ਜੇ ਕੋਈ ਗਲਤੀ ਨਾਲ ਸਮਝ ਲਵੇ ਬਈ ਨੌਵੇਂ ਪਾਤਸ਼ਾਹ ਵੇਲੇ ਮਹਲਾ ਨੌਵਾਂ ਨੂੰ ਨਾ ਸਮਝ ਆਵੇ ਵੀ ਕੀ ਹੈ, ਗੁਰਬਾਣੀ ਦਾ ਪਤਾ ਲੱਗਣਾ ਨਹੀਂ। ਔਰ ਉਹ ਟਾਈਮ ਦੇਖੇ ਯਾਰ, ਉਹ ਭਾਸ਼ਾ ਦਾ ਖੋਜੀ ਹੋਵੇ ਵੀ ਉਦੋਂ ਦੀ ਭਾਸ਼ਾ ਗੁਰੂ ਨਾਨਕ ਵੇਲੇ ਦੀ, ਨੌਵੇਂ ਪਾਤਸ਼ਾਹ ਵੇਲੇ ਦੀ ਭਾਸ਼ਾ ਦਾ ਫਰਕ ਹੈ। ਦੋਵੇਂ ਮਹੱਲੇ ਦੇ ਸ਼ਲੋਕਾਂ ਦਾ ਫਰਕ ਹੈ ਭਾਸ਼ਾ ਦਾ ਗੁਰੂ ਨਾਨਕ ਨੂੰ। ਬਹੁਤ ਬਰੀਕੀ ਨਾਲ ਕੋਈ ਸਮਝਦਾ ਹੋਵੇ ਭਾਸ਼ਾ ਨੂੰ, ਉਹ ਕੋਈ ਗੱਲ ਸਮਝ ਨਹੀਂ ਆਉਂਦੀ ਵੀ 200 ਸਾਲ ਕੋਈ ਆਦਮੀ ਜਿਉਂਦਾ ਰਹਿ ਸਕਦਾ, ਸ਼ੰਕਾ ਪੈਦਾ ਹੋ ਜੂਗੀ। ਇੱਕੋ ਆਦਮੀ ਦੀ ਭਾਸ਼ਾ, ਕਿਉਂਕਿ ਨਾਨਕ ਜੋ ਲਿਖਿਆ ਹੈ ਨਾਂ, ਉਹਨੇ ਤਾਂ ਨਾਂ ਦੇਖਣਾ ਨਾ, ਵਿੱਚ ਨਾਨਕ ਵਰਤਿਆ ਹੋਇਆ ਨਾਂ। ਇਸ ਤਰੀਕੇ ਨਾਲ ਰਾਜ ਹੈ। ਇਸੇ ਕਰਕੇ ਮਹੱਲੇ ਪੰਜਵੇਂ ਪਾਤਸ਼ਾਹ ਨੇ ਲਿਖੇ ਨੇ ਉੱਪਰ। ਹਾਂ, ਮਹੱਲੇ ਪੰਜਵੇਂ ਪਾਤਸ਼ਾਹ ਨੇ ਲਿਖੇ ਉੱਪਰ, ਤਾਂ ਕਿ ਪਤਾ ਲੱਗੇ ਕਿ ਕਿਹਦਾ ਸ਼ਲੋਕ ਇਹ ਹੈਗੀ ਬਾਣੀ। ਉਹਨਾਂ ਨੇ ਆਪ ਨਹੀਂ ਮਹੱਲੇ ਲਿਖੇ, ਨੌਵੇਂ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਲਿਖੇ ਨੇ ਮਹੱਲੇ। ਬਾਅਦ ਦੇ ਵਿੱਚ ਨੌਵੇਂ ਪਾਤਸ਼ਾਹ ਵਾਲਾ 10ਵੇਂ ਪਾਤਸ਼ਾਹ ਨੇ ਲਿਖਾਇਆ ਮਹੱਲਾ। ਭਾਂਤ ਭਾਂਤ ਧਰਾਨ ਲੈ, ਅਰ ਛਤਰ ਸਰਬ ਸੰਘਾਰ। ਭਾਂਤ ਭਾਂਤ ਧਰਾਨ ਲੈ, ਔਰ ਛਤਰ ਸਰਬ ਸੰਘਾਰ। ਭਾਂਤ ਭਾਂਤ ਦੀਆਂ ਧਰਤੀਆਂ ਸਾਰੀਆਂ ਜਿੱਤ ਲਈਆਂ। ਪਰ ਉੱਥੇ ਜਿਹੜੇ ਸ਼ਤਰੂ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਜਿੱਤਣ ਤੇ, ਹੁਣ ਕਿਸੇ ਧਰਤੀ ਨੂੰ ਜਿੱਤਣ ਜਾਈਏ ਉੱਥੇ ਦੇ ਲੋਕਲ ਆਦਮੀ ਵਿਰੋਧ ਤਾਂ ਕਰਦੇ ਹੀ ਨੇ ਨਾ। ਸ਼ਤਰੂ ਜਿਹੜੇ ਸੀ, ਵਿਰੋਧੀ ਸੀ, ਉਹ ਸਾਰੇ ਸੰਘਾਰਤੇ। ਜੀਤ ਜੀਤ ਅਨੂਪ ਭੂਪ, ਅਨੂਪ ਰੂਪ ਅਪਾਰ। ਅਨੂਪ ਕਿਸਮ ਦੇ ਭੂਪ ਸੀ,
ਅਨੂਪ ਕਿਸਮ ਦੀਆਂ ਮੱਤਾਂ ਸੀ, ਅਨੂਪ ਕਿਸਮ ਦੀਆਂ ਮੱਤਾਂ ਨੇ ਸਾਰੇ ਹਿੰਦੁਸਤਾਨ 'ਚ ਦੇਖੀਏ, ਅਜੀਬ ਅਜੀਬ ਕਿਸਮ ਦੀਆਂ ਮੱਤਾਂ ਸੀ ਉੱਥੇ। ਉਹ ਜਿਹੜੇ ਮੱਤਾਂ ਨੂੰ ਮੰਨਣ ਵਾਲੇ ਹੁੰਦੇ ਨੇ, ਮਨਾਉਣ ਵਾਲੇ ਹੁੰਦੇ ਨੇ, ਜਿਹੜੇ ਲੋਕ ਬਣਦੇ ਨੇ, ਕੋਈ ਉਹਨਾਂ ਦਾ ਲੀਡਰ ਵੀ ਹੁੰਦਾ, ਉਹਨੂੰ ਇਹ ਭੂਪ ਕਹਿੰਦੇ ਨੇ। ਉਹ ਅਜੀਬ ਅਜੀਬ ਕਿਸਮ ਦੇ ਉਹਨਾਂ ਦੀਆਂ ਮੱਤਾਂ ਸੀ, ਅਜੀਬ ਅਜੀਬ ਕਿਸਮ ਦੇ ਉਹਨਾਂ ਦੇ ਆਗੂ ਸੀ, ਭੂਪ ਸੀ। ਉਹ ਸਾਰੇ ਜਿੱਤ ਲਏ। ਭੂਪ ਮੇਦ ਠਟਿਓ ਨਿਰਪੋਤਮ ਏਕ ਜਗ ਸੁਧਾਰ। ਨਿਰਪੋਤਮ ਕਹਿੰਦੇ ਉੱਤਮ, ਉੱਤਮ ਰਾਜਾ। ਉੱਤਮ ਰਾਜਾ ਦਾ ਮਤਲਬ ਇਹ ਹੈ ਉਹ ਸਾਰਿਆਂ ਨੂੰ ਪਾਵਰਫੁਲ ਸੀ, ਸ਼ਕਤੀਸ਼ਾਲੀ ਸੀ, ਬੁੱਧਵਾਨ ਵੀ ਸੀ, ਬੁੱਧਵਾਨ ਵੀ ਸੀ, ਉਹ ਬੁੱਧੀ ਵਾਲਾ ਵੀ ਸੀ ਸਾਰਿਆਂ ਨੂੰ। ਇਹ ਤਾਂ ਮੰਨਣ ਵਾਲੀ ਗੱਲ ਹੈ। ਪਰ ਜਿੱਥੇ ਜਾ ਕੇ ਕਮੀ ਹੈ ਬੁੱਧੀ 'ਚ, ਉਹ ਗੱਲ ਮੰਨਣੀ ਪਊਗੀ ਕਿ ਉਹਨੇ ਅਕਾਲ ਪੁਰਖ ਵਿਸਰਾਤਾ ਨਾ, ਉੱਥੇ ਜਾ ਕੇ ਕਮੀ ਪੈਂਦੀ ਹੈ, ਉੱਥੇ ਹੋਮੇ ਆ ਗਈ। ਉਹ ਬੁੱਧਵਾਨ ਸੀ ਸਾਰਿਆਂ ਨੂੰ। ਜਿਵੇਂ ਵੀ ਮਤਲਬ ਹੈ ਕੋਈ ਮੰਨਦਾ ਸੀ ਉਹ ਮਨਾ ਲੈਂਦਾ ਸੀ, ਕੰਪਰੋਮਾਈਜ਼ ਵੀ ਕਰ ਲੈਂਦਾ ਸੀ, ਉਹਨੂੰ ਖੁਸ਼ ਵੀ ਕਰ ਲੈਂਦਾ ਸੀ। ਜੇ ਖੁਸ਼ ਕਰੇ ਤੇ ਨਾ ਮੰਨੇ ਲੜਾਈ ਤਾਂ ਫੇਰ ਸੀ ਨਾ। ਜਾਂ ਕਿਸੇ ਵੀ ਤਰੀਕੇ ਨਾਲ ਨਾ ਮੰਨੇ ਉਹਨੂੰ ਤਾਂ ਫਿਰ ਜ਼ਬਰਦਸਤੀ ਉਹ ਕਰਨੀ ਪੈਂਦੀ ਹੈ ਸੀ ਉਹਨੂੰ। ਪਰ ਸਾਨੂੰ ਇਹ ਵੀ ਆਰਡਰ ਨਹੀਂ। ਪਰਮੇਸ਼ਰ ਐਡਾ ਪਾਵਰਫੁੱਲ, ਉਹ ਨਹੀਂ ਕਰਦਾ ਕਿਸੇ ਨਾਲ ਜ਼ਬਰਦਸਤੀ। ਉਹ ਨਹੀਂ ਮਨਾਉਂਦਾ ਸਾਰਿਆਂ ਨੂੰ ਵੀ ਮੈਨੂੰ ਮੰਨੋ। ਜਿਹਦੇ ਕੋਲ ਵਾਕਈ ਸ਼ਕਤੀ ਹੈ ਤੇ ਸਾਨੂੰ ਕਿਹਨੇ ਦੇਤੀ ਪਾਵਰ ਹੈ ਕਰਨ ਦੀ? ਇਹ ਤਾਂ ਅਨਨੈਚੁਰਲ ਹੈ ਗੱਲ। ਸੋਚ ਇਹ ਅਨਨੈਚੁਰਲ ਹੈ, ਕੁਦਰਤ ਦੇ ਖਿਲਾਫ ਹੈ ਸੋਚ। ਇਹ ਸਾਰਿਆਂ ਨੂੰ ਆਪਣੇ ਜ਼ੇਰ ਕਰਨਾ, ਆਪਣੀ ਮੱਤ ਬਣਾਉਣੀ, ਆਪਣੀ ਮਰਜ਼ੀ ਅਨੁਸਾਰ ਕਹਿਣਾ ਚਲੋ, ਜਾਇਜ਼ ਨਹੀਂ ਹੈ। ਇਸਲਾਮ ਦੇ ਵਿੱਚ ਇਹ ਜਾਇਜ਼ ਹੈ। ਇਸਲਾਮ 'ਚ ਜਾਇਜ਼ ਮੰਨ ਲਈ ਉਹਨਾਂ, ਬਾਅਦ ਵਾਲਿਆਂ ਨੇ ਮੰਨ ਲਈ, ਪਹਿਲਾਂ ਵਾਲਿਆਂ ਨੇ ਨਹੀਂ ਮੰਨੀ, ਕੁਰਾਨ ਨੇ ਨਹੀਂ ਮੰਨੀ, ਬਾਅਦ ਵਾਲਿਆਂ ਨੇ ਮੰਨ ਲਈ। ਇਹ ਜਿਵੇਂ ਸਾਡੇ ਹੁਣ ਰਾਜ ਕਰੇਗਾ ਖਾਲਸਾ ਵਾਲੇ, ਗੁਰਬਾਣੀ ਦੇ ਵਿੱਚ ਤਾਂ ਕਿਤੇ ਨਹੀਂ, ਨਾ 10ਵੀਂ 'ਚ ਨਾ 'ਚ, ਗੁਰੂਆਂ ਨੇ ਤਾਂ ਕਦੇ ਨਹੀਂ ਕਿਹਾ। ਇਹਨਾਂ ਦੀ ਆਪਣੀ ਬਣਾਈ ਹੋਈ ਹੈ, ਸਭ ਨੂੰ ਪਤਾ ਵੀ ਆਪਣੀ ਬਣਾਈ ਹੋਈ ਹੈ ਇਹਨਾਂ ਦੀ। ਕੌਣ ਪੁੱਛਦਾ ਇਹਨਾਂ ਨੂੰ? ਪੁੱਛਦਾ ਵੀ ਕੋਈ ਨਹੀਂ। ਹਾਂ, ਭੂਪ ਮੇਦ ਠਟਿਓ ਨਿਰਪੋਤਮ ਏਕ ਜਗ ਸੁਧਾਰ। ਭੂਪ ਮੇਦ ਹੁੰਦਾ ਰਾਜ ਮੇਦ, ਰਾਜਿਆਂ ਦਾ ਹਵਨ ਕਰਨਾ ਵੱਢ ਕੇ, ਰਾਜਿਆਂ ਨੂੰ ਬਲੀ ਦੇ ਕੇ ਹਵਨ ਕੁੰਡ 'ਚ ਸੁੱਟ ਦੇਣਾ। ਜਿਉਂਦਿਆਂ ਨੂੰ ਵੀ ਮਾਰੀਦਾ ਹੁੰਦਾ, ਬਲੀ ਜਿਉਂਦੇ ਦੀ ਦੇਈ ਦੀ। ਇਹਨੂੰ ਰਾਜ ਮੇਦ ਕਹਿੰਦੇ। ਠਟਿਓ ਠਾਣ ਲਈ ਉਹਨੇ ਵੀ ਇਹ ਜਿਹੜੇ ਰਾਜੇ ਨੇ ਇਹਨਾਂ ਨੂੰ ਸਾਰਿਆਂ ਨੂੰ ਖਤਮੇ ਕਰ ਦਈਏ, ਨਹੀਂ ਇਹ ਅੱਗੇ ਸੁਲਗਦੀ ਹੋ ਰਹਿਣੀ ਹੈ। ਕਿਉਂ? ਜ਼ਬਰਦਸਤੀ ਕੀਤੇ ਹੋਏ ਤੇ ਨਾ, ਮਨੋ ਤਾਂ ਮੰਨੇ ਨਹੀਂ ਸੀ ਹੋਏ, ਉਹ ਬਹੁਤੇ ਧੱਕੇ ਨਾਲੇ ਬਣਾਏ ਹੋਏ ਸੀ ਵੀ ਕਿਤੇ ਮੇਤੇ ਬਾਅਦ ਫੌਰਨ ਫੇਰ ਇਕੱਠੇ ਹੋ ਕੇ ਬਗਾਵਤ ਨਾ ਕਰ ਦੇਣ। ਅਸਲ ਦੇ ਵਿੱਚ ਗੱਲ ਇਹ ਹੁੰਦੀ ਹੈ, ਕਿੱਥੋਂ ਤੱਕ ਜਾਇਜ਼ ਹੈ ਗੱਲ ਕਿ ਆਦਮੀ ਦੀ ਬਲੀ ਦੇ ਦੇਣੀ, ਕਿੱਥੋਂ ਤੱਕ ਗੱਲ ਜਾਇਜ਼ ਹੈ? ਉਹਨਾਂ ਨੇ ਉਹ ਗੱਲ ਦਾ ਮੇਰਾ ਖਿਆਲ ਹੈ ਮਿਸਯੂਜ਼ ਕਰ ਲਿਆ। ਸਤਿਗੁਰ ਮੇਰਾ ਮਾਰ ਜੀ ਵਾਲੇ, ਮਾਰ ਤਾਂ ਦੇਣਗੇ, ਜਿਉਂਦਾ ਕਿਵੇਂ ਕਰਨਗੇ? ਜਿਉਂਦਾ ਤਾਂ ਕਰ ਨਹੀਂ ਸਕਦੇ। ਸਰੀਰ ਦੇ ਲੈਵਲ ਤੇ ਮਾਰ ਕੇ ਜਿਉਂਦਾ ਨਹੀਂ ਕੀਤਾ ਜਾ ਸਕਦਾ। ਪਰ ਸਾਡੇ ਤਾਂ ਇਹ ਵੀ ਲਿਖ ਦਿੱਤਾ ਉਹਨਾਂ ਨੇ ਵੀ ਉਹ 5 ਪਿਆਰੇ ਉਹਨਾਂ ਦੇ ਸਿਰ ਕੱਟੇ, ਦੂਏ ਦਾ ਦੂਏ ਨੂੰ ਲਾਤਾ। ਉਹ ਪਾਗਲਾਂ ਦੀ ਗੱਲਾਂ ਨੇ, ਪਾਗਲ ਸੀ ਜਿਹੜੇ ਸਿਰਾਈ ਸੀ ਨਾ, ਉਹਨਾਂ ਨੇ ਇਹ ਜਿਹੀਆਂ ਗੱਲਾਂ ਕਰ ਲਈਆਂ। ਉਹ ਮੇਰਾ ਖਿਆਲ ਹੈ ਦੱਤਾਤਰੇ ਇਹਦੇ ਹੀ ਪਾਰਸਨਾਥ ਦੇ ਚੇਲੇ ਨੇ, ਉਹ ਸਾਧੇ ਨੇ, ਸਿੱਖ ਮਤ ਨਹੀਂ ਆ ਉਹਨਾਂ ਕੋਲ ਅੰਧ ਵਿਸ਼ਵਾਸ ਹੈ। ਸਤਿਗੁਰ ਮੇਰਾ ਮਾਰ ਜੀ ਵਾਲੇ ਉਹ ਬਾਹਰੀ ਅਰਥ ਕਰਦੇ ਨੇ, ਅੰਦਰ ਆਤਮਾ ਦੀ ਗੱਲ ਜਾਣਦੇ ਹੀ ਨਹੀਂ ਹਨ। ਉਹ ਸਰੀਰ ਦੇ ਲੈਵਲ ਤੇ ਮਾਰਨ ਦੀ ਗੱਲ ਜਾਣਦੇ ਨੇ। ਮਰਨਾ ਕੀ ਹੈ ਉਹ ਨਹੀਂ ਉਹਨਾਂ ਨੇ ਸਮਝਿਆ। ਮਨ ਦਾ ਮਰਨਾ, ਸ਼ਬਦ ਮਰੈ ਮਰੈ ਫੁਨ ਜੀਵੈ, ਤਾਂ ਫਿਰ ਮਰਨਾ ਹੋਈ, ਫਿਰ ਨਹੀਂ ਮਰਨਾ ਹੁੰਦਾ। ਇਹ ਨਹੀਂ ਉਹਨਾਂ ਨੂੰ ਪਤਾ ਇਸ ਗੱਲ ਦਾ। ਸਿੱਧਾ ਹੀ ਸੀਗੇ, ਮੂਰਖਾਂ ਵਾਲੀਆਂ ਗੱਲਾਂ ਕਰਤੀਆਂ, ਮੂਰਖਾਂ ਵਾਲੀਆਂ ਗੱਲਾਂ ਲਿਖਤੀਆਂ, ਝੂਠ ਲਿਖਤਾ। ਹਾਂ, ਮੇਰ ਛਟਿਓ ਨਿਰਪੋਤਮ ਇੱਕ ਜਗ ਸੁਧਾਰ। ਹਾਂ, ਇੱਕ ਜੱਗ ਕਰਨਾ ਚਾਹੀਦਾ, ਸੁਧਾਰ ਕੇ, ਸੋਧ ਕੇ। ਦੇਖੋ ਇਹ ਪੰਡਤ ਦਾ ਬਣਾਇਆ ਹੋਇਆ,
ਪੰਡਤ ਬਹੁਤ ਸ਼ਾਤਰ ਹੈ, ਸਾਰੇ ਰਾਜਿਆਂ ਨੂੰ ਹੈ। ਜਿਹੜਾ ਰਾਜਾ ਪੰਡਤ ਦੇ ਕਹਿਣੇ 'ਚ ਨਹੀਂ ਸੀ ਚੱਲਦਾ ਨਾ, ਉਹ ਚੱਲਿਆ ਤਾਂ ਜਾਂਦਾ ਸੀ ਉਹਦੇ ਨਾਲ, ਉਦੋਂ ਕੰਪਰੋਮਾਈਜ਼ ਕਰਕੇ ਫਿਰ ਦੇਖਦਾ ਸੀ ਜਾਂ ਰਾਜਾ ਬਹੁਤ ਸ਼ਕਤੀਸ਼ਾਲੀ ਹੋ ਜਾਵੇ। ਇਹ ਸਾਰੇ ਲਿਖੇ ਹੋਏ ਪੰਡਤ ਦੇ ਹੀ ਨੇ ਜੱਗ, ਇਹ ਬਾਅਦ 'ਚ ਕੋਈ ਭੇਦ ਜੋ ਨੇ ਬਣਾਏ ਨੇ। ਦੇਖੋ ਬ੍ਰਹਮ ਗਿਆਨ ਤਾਂ ਬ੍ਰਹਮ ਗਿਆਨੀਆਂ ਦਾ ਤਾਂ ਬਣਾਇਆ, ਬ੍ਰਾਹਮਣ ਦਾ ਤਾਂ ਬ੍ਰਾਹਮਣ ਨੇ। ਜਿਹੜੇ ਥੱਲੇ ਵਾਲੇ ਇਹ ਬਣਾਏ ਨੇ ਨਾ, ਆਹ ਜਿਹੜੇ ਯੱਗ ਨੇ ਬਲੀਆਂ ਵਾਲੇ, ਇਹ ਪੰਡਤ ਦੇ ਬਣਾਏ ਹੋਏ ਨੇ। ਨਿਕਲੂ ਇਹ 'ਚੋਂ ਬਹੁਤ ਕੁਛ। ਇੱਕ ਜੱਗ ਸੁਧਾਰ, ਹਾਂ ਸੁਧਾਰ, ਉਹ ਕਹਿੰਦੇ ਸੁਧਾਰ ਤਾਂ ਪੰਡਤ ਕਰੂ ਤਾਂ ਸੋਧ ਹੋਣੀ ਉਹ 'ਚ। ਐਂ ਥੋੜ੍ਹੀ ਵੱਢ ਕੇ ਲੱਕੜੀਆਂ ਲੈ ਕੇ ਵੜ ਸਿੱਟੀ ਜਾਓ, ਜੜੀ ਜਾਣਗੇ ਆਪੇ। ਐ ਨਹੀਂ ਮੰਤਰ ਪੜ੍ਹੇ ਜਾਣਗੇ, ਬਕਾਇਦਾ ਹਵਨ ਹੋਊਗਾ, ਇਹ ਹੋਊਗਾ, ਉਹ ਸੁਧਾਰ ਤਾਂ ਆਹ ਸਮੱਗਰੀ ਪਊਗੀ ਵਿੱਚ, ਐ ਮੰਤਰ ਪੜ੍ਹੇ ਜਾਣਗੇ ਤਾਂ ਤੂੰ ਪਾਪ ਤੋਂ ਬਚੇਗਾ। ਪਾਪ ਤੋਂ ਬਚਾ ਦੇਣਗੇ ਤੁਸੀਂ, ਪਾਪ ਤਾਂ ਪਾਪ ਹੈ, ਬਚਾ ਕੇ ਮੈਂ ਦਊਂਗੇ। ਫਿਰ ਸਾਨੂੰ ਦਾਨ ਇਹਨਾਂ ਦੇ ਦਿਓ ਤਾਂ ਬਚ ਜਾਓਗੇ, ਫਿਰ ਪਾਪ ਨਹੀਂ। ਫਿਰ ਪਾਪੀ ਤਾਂ ਤੁਸੀਂ ਹੋਏ ਜਿਹੜੇ ਕਰਵਾਉਣੇ ਹੋ ਪਾਪ। ਪਾਪੀ ਸਭ ਤੋਂ ਜ਼ਿਆਦਾ ਪੰਡਤ ਹੈ। ਹਾਂਜੀ, ਜਿਹਨੇ ਕਹਿਤਾ ਵੀ 1.25 ਲੱਖ ਰਾਜਾ ਦੀ ਬਲੀ ਦੇਵੇ, ਬੜੀ ਪੁੰਨ ਹੈ ਉਹਦਾ, ਬੜਾ ਰਾਜਾ, ਉਹਨੂੰ ਲਿਖ ਦਿਓ ਗ੍ਰੰਥਾਂ 'ਚ ਵੀ ਉਹ ਜੀ ਉਹਨੇ ਰਾਜਮੇਹ ਦਿਆ ਕੀਤਾ, ਉਹਨੇ ਅਸ਼ਮੇਹ ਦਿਆ ਕੀਤਾ, ਉਹਨੇ ਉਹ ਮੇਹ ਦਿਆ ਕੀਤਾ, ਕਾਗਜ਼ਾਂ 'ਚ ਲਿਖ ਦਿਓ, ਲੋਕ ਮੰਨੀ ਜਾਣ। ਇੱਕ ਹੁੰਦਾ ਰਿਹਾ ਹਿੰਦੁਸਤਾਨ 'ਚ, ਉਹ ਰਾਜਾ ਫਿਰ ਕਾਬੂ ਕਰ ਲੈਣਾ ਪੰਡਤਾਂ ਨੇ, ਤੇਰਾ ਰਾਜਮੇਹ ਦਿਆ ਕਰਾਤਾ, ਫਿਰ ਚੱਲ ਚੇਲਾ ਹੋ ਗਿਆ, ਆਪ ਫਿਰ ਉੱਤੇ ਆ ਗਏ, ਐਂ ਕਰਦੇ ਰਹੇ ਨੇ। ਹਾਂਜੀ, ਦੇਸ ਦੇਸਨ ਕੇ ਨਰੇਸਨ ਬਾਂਧ ਕੇ ਇੱਕ ਵਾਰ। ਦੇਸਾਂ ਦੇਸਾਂ ਦੇ ਜਿਹੜੇ ਰਾਜੇ ਸੀ ਸਾਰੇ ਨਰੇਸ਼ ਸੀ, ਬੰਨ ਲਏ ਸਾਰੇ, ਕੈਦ ਕਰ ਲਏ ਇੱਕੋ ਵਾਰ, ਸਾਰੇ ਹੀ ਬੰਨ ਲਏ, ਇਕੱਠੇ ਕਰ ਲਏ। 1.25 ਲੱਖ ਰਾਜਾ ਦਾ ਜੱਗ ਕਰਨਾ, 1.25 ਲੱਖ ਤਾਂ ਥੋੜਾ ਹੀ ਹੁੰਦਾ ਹੈ। ਰੋ ਦੇਸ਼ ਵਿਖੇ ਗਇਓ ਲੈ ਪੁੱਤਰ ਮਿੱਤਰ ਕੁਮਾਰ। ਕੁਮਾਰ ਦੇਖੋ, ਕੁਮਾਰ ਕਿਆ ਇਹਨੂੰ, ਜਵਾਨੇ ਹੈ ਜੋ ਹੈ, ਥੋੜੀ ਉਮਰ ਦਾ ਹੀ ਹੈ। ਜ਼ਿਆਦਾ ਤੋਂ ਜ਼ਿਆਦਾ 16-18 ਸਾਲ ਦੇ ਵਿਚਾਲੇ ਹੈ। ਕੁਮਾਰ ਉਹਨਾਂ ਚ ਰਿਹਾ ਜਿਹਨੇ ਦਾੜੀ ਨਹੀਂ ਆਉਂਦੀ, ਦਾੜੀ ਆਈ ਤੇ ਆਦਮੀ ਬਣ ਜਾਂਦਾ, ਫਿਰ ਨਹੀਂ ਕੁਮਾਰ ਹੁੰਦਾ। ਜਿੰਨਾ ਜੇ ਦਾੜੀ ਨਹੀਂ ਆਉਂਦੀ ਉਹਨਾਂ ਜਿਹੜੇ ਕੁਮਾਰ ਹੈ, ਉਹਦੇ ਬਾਅਦ ਨਹੀਂ ਕੁਮਾਰ, ਫਿਰ ਆਦਮੀ ਹੈ। ਸਮਝਿਆ ਨਹੀਂ? ਆਦਮੀ ਅੱਗੇ ਕਹਿੰਦੇ ਵੀ ਆਦਮੀ ਹੈ ਤੂੰ, ਹੁਣ ਤੈਨੂੰ ਕੀ ਕਹੀਏ, ਦਾੜੀ ਆ ਗਈ, ਦਾੜੀ ਆ ਗਈ, ਫਿਰ ਆਦਮੀ ਆ, ਉਹਨਾਂ ਚਿਰ ਕੁਮਾਰ ਹੈ। ਹਾਂਜੀ, ਲੜਕੇ ਨੂੰ ਕੁਮਾਰੀ ਉਦੋਂ ਤੱਕ ਕਹਿੰਦੇ ਨੇ ਜਿੰਨਾ ਚਿਰ ਵਿਆਹ ਨਾ ਹੋ ਜਾਵੇ, ਫਿਰ ਨਹੀਂ ਕੁਮਾਰੀ ਉਹ। ਆਦਮੀ ਕੁਮਾਰ ਜਦ ਤੱਕ ਹੈ ਜਿੰਨਾ ਚਿਰ ਦਾੜੀ ਨਾ ਹੋਵੇ। ਹਾਂਜੀ, ਨਾਰ ਸੰਯੁਕਤ ਬੈਠ ਵਿਦਵਤ ਕੀਨ ਜਗ ਆਰੰਭ। ਦਾੜੀ ਔਰ ਅਕਲ ਇਕੱਠੀਆਂ ਹੁੰਦੀਆਂ ਨੇ। 17 ਸਾਲ ਦੀ ਉਮਰ 'ਚ ਦਾੜੀ ਆਉਣੀ ਸ਼ੁਰੂ ਹੁੰਦੀ ਹੈ, ਹੋਣੀ ਚਾਹੀਦੀ ਹੈ, ਔਰ 17ਵੇਂ ਸਾਲ 'ਚ ਅਕਲ ਦਾੜ ਆਉਂਦੀ ਹੈ। ਇਹਦਾ ਮਤਲਬ ਹੈ 16 ਸਾਲ ਤੱਕ, 12 ਸਾਲ ਬਾਲਪਨ ਨੂੰ ਮੰਨਦੇ ਨੇ, 4 ਸਾਲ ਅਕਲ ਆਉਣ ਨੂੰ ਮੰਨਦੇ ਨੇ। ਵਿਚਾਲੇ ਜਿਵੇਂ ਫੁੱਲ ਹੈ, ਫੁੱਲ ਆਉਣ ਨੂੰ ਵੀ ਤਾਂ ਫੁੱਲ ਨੂੰ ਵੀ ਤਾਂ ਟਾਈਮ ਲੱਗਦਾ ਹੈ। 12 ਸਾਲ ਤੋਂ ਬਾਅਦ ਫੁੱਲ ਆਇਆ, ਫੁੱਲ ਤੋਂ ਬਾਅਦ ਫੁੱਲ ਪੱਕਿਆ, ਝੜਿਆ, ਤੇ ਫਿਰ ਫਲ ਸ਼ੁਰੂ ਹੋ ਗਿਆ ਫੁੱਲ ਦੀ ਜਗ੍ਹਾ। 4 ਸਾਲ ਉਹ ਫਲ ਬਣਨ ਨੂੰ ਲੱਗੇ। ਦੇਖੋ ਨਾ, ਉਦਣੇ ਦਾ ਫਲ ਨਹੀਂ ਨਾ ਵੱਡਾ ਹੋ ਜਾਂਦਾ। 4 ਸਾਲ ਫੁੱਲ ਦੀ ਉਮਰ, ਫੁੱਲ ਹੈ, ਫਿਰ ਉਹ ਫਲ ਬਣਿਆ, ਫਿਰ ਫਲ ਨੂੰ ਟਾਈਮ ਲੱਗਦਾ ਵੱਡਾ ਹੋਣ ਨੂੰ। ਫਿਰ ਤਾਂ ਕਹਿੰਦੇ ਵੀ 25 ਸਾਲ ਤੱਕ ਉਹ MLA ਔਰ MP ਨਾ ਬਣੇ ਖੜੇ। 17 ਤੋਂ 25 ਤੱਕ ਉਹਦਾ ਫਲ ਇਸ ਕਾਬਲ ਹੁੰਦਾ ਹੈ ਵਿੱਚ ਕੋਈ ਰਸ ਪੈ ਗਿਆ। ਕੱਚਾ ਦਾ ਫਲ ਵੀ ਨਹੀਂ ਕਿਸੇ ਕੰਮ ਦਾ ਹੁੰਦਾ। ਭਾਵੇਂ ਉਹ 18 ਸਾਲ ਦਾ ਦੀ ਵੋਟ ਬਣ ਗਈ, ਪਰ 25 ਸਾਲ ਦਾ ਹੀ ਲੀਡਰ ਬਣੇ। 18 ਸਾਲ ਦਾ ਵੋਟ ਹੀ ਪਾ ਸਕਦਾ ਨਾ।
ਇਹ ਗੱਲਾਂ ਤਦੇ ਸਿਆਣਿਆਂ ਨੇ ਬੰਦੀ ਹੋਈਆਂ ਨੇ, ਜਾਣਦੇ ਸਾਰੇ ਹੀ ਨੇ ਇਹਨਾਂ ਗੱਲਾਂ ਨੂੰ, ਪ੍ਰੈਕਟੀਕਲ ਲਾਈਫ ਦੇ ਵਿੱਚ ਨੇ ਨਾ ਗੱਲਾਂ। ਉਹ ਕੁਮਾਰ ਹੈ ਅਜੇ ਗ੍ਰੰਥ ਪੜ੍ਹ ਕੇ ਹੀ ਚੱਲਦਾ, ਉਹ ਸੁਣ ਕੇ ਸੁਣੀਆਂ ਸੁਣਾਈਆਂ ਗੱਲਾਂ ਤੇ ਬੜਾ ਹੋਣ ਦੀ ਇੱਛਾ। ਨਾਰ ਸੰਯੁਕਤ ਬੈਠ ਵਿਧੀਵਤ। ਹਾਂ, ਲੈ ਕੇ ਕਿੱਥੇ ਗਿਆ, ਕਿੱਥੇ ਲੈ ਕੇ ਗਿਆ, ਕਿਹੜੇ ਦੇਸ਼ ਚ ਲੈ ਕੇ ਗਿਆ? ਉਹ ਦੇਸ਼ ਲੈ ਕੇ ਗਿਆ ਜਿੱਥੇ ਦੱਤਾਤਰੇय ਜੰਮਿਆ ਸੀ, ਰੋਹ ਦੇਸ਼ ਵਿਖੇ ਗਏ ਲੈ ਪੁੱਤਰ ਮਿੱਤਰ ਕੁਮਾਰ। ਹਾਂ, ਜਿੱਥੇ ਜੜ ਸੀ ਦੱਤਾਤਰੇय ਦੀ, ਉਸ ਦੇਸ਼ ਵਿੱਚ ਜਾ ਕੇ ਜਗ ਕਰਦਾ ਹੈ, ਉੱਥੋਂ ਜੜ ਪੁੱਟਣੀ ਹੈ ਮਨੌਤ। ਉੱਥੇ ਗਿਆ, ਉੱਥੇ ਤਾਂ ਜੜ ਮਜ਼ਬੂਤ ਹੋ ਰਹੀ ਜਿੱਥੇ ਕੋਈ ਆਦਮੀ ਪੈਦਾ ਹੁੰਦਾ ਹੈ। ਰੋਹ ਦੇਸ਼ ਲਿਖਿਆ ਨਾ, ਰੋਹ ਦੇਸ਼ ਵਿਖੇ ਗਏ। ਫਿਰ ਰੋਹ ਦੇਸ਼ ਦੇ ਵਿੱਚ ਉੱਥੇ ਦੱਤਾਤਰੇय ਸੀ। ਰੋਹ ਦੇਸ਼ ਆਹੀ ਹੈ ਜਿੱਥੇ ਹੁਣ ਆਹ ਲੜਾਈ ਚੱਲਦੀ ਹੈ ਪਾਕਿਸਤਾਨ ਦੀ ਦੇ ਵਿੱਚੋਂ, ਹੈ ਨਹੀਂ ਆਪਣੇ ਫਰੰਟੀਅਰ ਦੇ ਵਿੱਚ, ਜਿੱਥੇ ਹੁਣ ਚੱਲਦਾ ਅਫਗਾਨਿਸਤਾਨ ਦਾ ਹਿੱਸਾ ਨਾ, ਆਪਣੇ ਪਹਾੜੀ ਇਲਾਕਾ ਜਿੱਥੇ ਡਰੋਨ ਹਮਲੇ ਚੱਲਦੇ ਨੇ, ਉਹ ਅਫਗਾਨਿਸਤਾਨ ਦਾ ਹਿੱਸਾ ਪਾਕਿਸਤਾਨ ਦੇ ਵਿੱਚ ਹੈ। ਉਹ ਪਹਾੜੀ ਹਿੱਸਾ ਫਰੰਟੀਅਰ ਦਾ ਇਲਾਕਾ ਕਹਿੰਦੇ ਨੇ ਉਹਨੂੰ। ਪਾਲੇ ਪਾਸੇ ਉਹਦਾ ਇਰਾਨ ਲੱਗਦਾ, ਇਹ ਤਾਂ ਪੱਛਮ ਦੇ ਵਿੱਚ ਹੈ। ਅਫਗਾਨਿਸਤਾਨ ਦਾ ਦੱਖਣ ਦਾ ਪਹਾੜੀ ਇਲਾਕਾ, ਉਹ ਰੋਹ ਦੇਸ਼ ਹੈ। ਉੱਥੋਂ ਦੱਤਾਤਰੇय ਚੱਲਿਆ ਸੀ, ਉੱਥੇ ਹੀ ਜਾ ਕੇ ਕਹਿੰਦਾ ਜਗ ਕਰਨਾ। ਹੁਣ ਤਾਂ ਇਹਦੇ ਇਲਾਕੇ 'ਚ, ਉਹ ਇਹਦੇ ਕਾਬੂ 'ਚ। ਇਹਦਾ ਮਤਲਬ ਆਪ ਰੋਹ ਦੇਸ਼ 'ਚ ਨਹੀਂ ਹੈ, ਇਹ ਲੈ ਗਏ ਰੋਹ ਦੇਸ਼ ਵਿਖੇ ਗਏ ਲੈ ਪੁੱਤਰ ਮਿੱਤਰ ਕੁਮਾਰ। ਹਾਂ, ਕੁਮਾਰ ਪੁੱਤਰ ਔਰ ਮਿੱਤਰ ਜਿਹੜੇ ਸੀ, ਰਾਣੀਆਂ ਸਾਰੀਆਂ ਆਪਣੀਆਂ। ਕਿ ਯੱਗ ਜਿਹੜਾ ਹੁੰਦਾ ਔਰਤ ਦੇ ਬਿਨਾਂ ਯੱਗ ਨਹੀਂ ਹੁੰਦਾ, ਬਰਾਬਰ ਬੈਠਦੀਆਂ ਨੇ ਤਾਂ ਯੱਗ ਕਰਦੇ ਨੇ ਇਹਨਾਂ ਦੇ। ਹਾਂ, ਪੂਰਾ ਪਰਿਵਾਰ ਲੈ ਕੇ ਸਾਰਾ ਚੱਲ, ਇਹਨੀ ਰਾਜਧਾਨੀ ਉੱਥੇ ਲੈ ਗਿਆ, ਐਂ ਕਹਿ ਲੋ। ਨਾਰ ਸੰਯੁਕਤ ਬੈਠ ਵਿਧੀਵਤ ਕੀਨ ਜਗ ਆਰੰਭ। ਔਰਤ ਦੇ ਨਾਲ ਵਿਧੀਵਤ ਬਰਾਬਰ ਬਿਠਾਲ ਕੇ ਜਗ ਆਰੰਭ ਕਰਤਾ। ਨਾਰ ਹੈ, ਨਾਰ ਸੰਯੁਕਤ ਬੈਠ, ਨਾਰ ਦੇ ਨਾਲ ਬੈਠ ਕੇ, ਔਰਤ ਨਾਲ ਬੈਠ ਕੇ ਜਗ ਉਹ ਕਰ ਦਿੱਤਾ ਕਿ ਹਾਂ, ਇੱਥੇ ਦੇਖ ਲਓ ਤੁਸੀਂ, ਜਦ ਉਹ ਹਵਨ ਕਰਦੇ ਨੇ ਔਰਤਾਂ ਨੂੰ ਨਾਲ ਬਿਠਾਲਦੇ ਨੇ। ਵਿਆਹ ਹੋਇਆ ਸੀ, ਲੈ ਐਡਾ ਹੁਣ ਰਾਜਾ, ਮਤਲਬ 18 ਸਾਲ ਦੀ ਉਮਰ ਹੋਊਗੀ, 17-18 ਸਾਲ ਦੀ। ਉਹ 10-10 ਸਾਲ ਦੇ ਗੁਰੂਆਂ ਦੇ ਵਿਆਹ ਹੋਏ ਨੇ, 9-9 ਸਾਲ 'ਚ। ਹਾਂ, ਬੋਲ ਬੋਲ ਕਰੋੜ ਰਿਤਜ ਔਰ ਵਿਪਰ ਅਸੰਭ। ਬੋਲ ਕਰੋੜ ਰਿਤਜ ਹੁੰਦੇ ਨੇ ਜੱਗ ਕਰਾਉਣ ਵਾਲੇ, ਜਿਹੜੇ ਵਿਧੀ ਜਾਣਦੇ ਨੇ, ਐਕਸਪਰਟ ਬੰਦੇ ਹੁੰਦੇ ਨੇ। ਕੋਈ ਜੱਗ ਕਰਾਉਣ ਵਾਲੇ ਹੁੰਦੇ ਨੇ, ਕੁਝ ਮੰਤਰ ਪੜ੍ਹਨ ਵਾਲੇ ਹੁੰਦੇ ਨੇ, ਜਿਹੜੇ ਤਾਂ ਸਿਰਫ ਪੜ੍ਹਦੇ ਨੇ। ਇੱਕ ਵੇਦ ਪੜ੍ਹਦੇ ਨੇ, ਜਵਾਨੀ ਯਾਦ ਹੁੰਦਾ ਸੀ ਵੇਦ ਉਹਨਾਂ ਦੇ। ਜਵਾਨੀ ਯਾਦ ਤੇ ਬਿਨਾਂ ਪੜ੍ਹਨ ਨਹੀਂ ਲਾਉਂਦੇ ਹੁੰਦੇ, ਵੇਦ ਨਹੀਂ ਪੜ੍ਹ ਸਕਦਾ, ਉਹ ਤਾਂ ਭੁੱਲ ਜੂਗਾ। ਸਾਡੇ ਅਖੰਡ ਪਾਠ ਤੇ ਜਿਵੇਂ ਲਾਉਂਦੇ ਲੋਕਾਂ ਨੂੰ, ਏਦਾਂ ਨਹੀਂ ਉਹ ਲਾਉਂਦੇ ਸੀ ਕਦੇ ਵੀ। ਪਹਿਲਾਂ ਸਾਰਾ ਜਵਾਨੀ ਯਾਦ ਕਰੇ, ਪਰ ਸ਼ੁੱਧ ਯਾਦ ਕਰੇ, ਫੇਰ ਵੇਦ ਪੜ੍ਹਨ ਲਾਉਣਾ। ਉੱਥੇ ਐਵੇਂ ਨਹੀਂ ਪੜ੍ਹ ਸਕਦਾ। ਸਾਡੇ ਤਾਂ ਗਲਤ ਪੜ੍ਹੀ ਜਾਂਦੇ, ਉਹ ਵਰਕੇ ਹੀ ਥੱਲੀ ਜਾਂਦੇ ਨੇ ਇਹਨਾਂ ਦੇ। ਇੱਕ ਆਦਮੀ ਪੜ੍ਹਦਾ ਹੁੰਦਾ, ਰੱਬ ਜਾਣੇ ਪੜ੍ਹਦਾ ਕਿ ਦੂਏ ਵਰਕੇ ਥੱਲੀ ਜਾਂਦੇ ਨੇ। ਸਾਰੇ ਅਖੰਡ ਪਾਠ ਇਕੱਠੇ ਭੋਗ ਕਿਵੇਂ ਪੈ ਜਾਣਗੇ? ਪੈ ਨਹੀਂ ਸਕਦੇ, ਫਰੌਡ ਹੈ ਚੱਲਦਾ। ਨਾਲੇ ਦੁਕਾਨਦਾਰੀ ਹੈ, ਕੋਈ ਪਾਠ ਥੋੜ੍ਹੀ ਨੇ। ਪਾਠ ਨਾਲੇ ਫਿਰ ਐਂ ਪਾਠ ਕਰਨ ਨੂੰ ਤਾਂ ਗੁਰਬਾਣੀ ਇਜਾਜ਼ਤ ਨਹੀਂ ਦਿੰਦੀ। ਜਿਵੇਂ ਇਹ ਕਰਦੇ ਨੇ, ਇਹਦੀ ਤਾਂ ਖੰਡਨ ਕੀਤਾ ਗੁਰਬਾਣੀ ਨੇ। ਪਹਿਲਾਂ ਕਰਦੇ ਸੀ ਇਹ ਕੁਝ, ਇਹ ਤਾਂ ਹਟਾਇਆ ਹੋਇਆ। ਇਹ ਤਾਂ ਸਾਧਨ ਨੇ ਸ਼ੁਰੂ ਕੀਤੇ ਨੇ, ਕਮਾਈ ਦਾ ਸਾਧਨ ਉਹਨਾਂ ਦਾ। ਇਕੱਠੇ ਪਾਠ ਲੜੀਆਂ ਲਾ ਕੇ ਆਮਦਨ ਹੈ ਨਾ। ਬੁੱਕ ਕਰਾ ਲੈਣੇ, ਅਗਲੇ ਨੂੰ ਚਲਾ ਜਾਣਾ, ਲੈ ਵੀ ਤੂੰ ਵੀ ਬੁੱਕ ਕਰਾ, ਇੰਨੇ ਹੋ ਗਏ, 5 ਰਹਿ ਗਏ, ਇੱਕ ਤੂੰ ਕਰਾ ਲੈ। ਹੁਣ ਅਗਲਾ ਕੀ ਕਹੇ, ਨਾ ਕਰਾਉਣਾ ਹੁੰਦਾ ਤਾਂ ਵੀ ਕਰਾ ਲੈਂਦਾ। ਉਹਨੇ ਕਿਹੜਾ ਜਾਣਾ ਉੱਥੇ ਸੁਣਨਾ ਦੇਖਣਾ। ਪਰ ਉਹ ਕੀ ਕਰਦੇ ਨੇ, ਇੱਕ ਆਦਮੀ ਦੇ ਇੱਕ ਵੇਦ ਯਾਦ ਹੈ, ਉਹ ਇੱਕ ਪਾਸੇ ਬੈਠੂਗਾ, ਦੂਜਾ ਦੂਆ ਵੇਦ ਪੜੂਗਾ, ਤੀਜਾ ਤੀਆ, ਚੌਥਾ। ਉਹ ਜਿਹੜਾ ਰਿਤਜ ਹੈ, ਉਹ ਚਾਰਾਂ ਦੇ ਉੱਤੇ ਨਿਗਾਹ ਰੱਖੂਗਾ, ਪਿੱਛੇ ਬੈਠ ਕੇ
ਖੜ ਕੇ ਦੇਖ ਕੇ ਆਊਗਾ ਵੀ ਠੀਕ ਪੜ੍ਹਦਾ। ਉਹ ਕਮਾਂਡਰ ਹੈ ਉੱਤੇ, ਰੇਤੇ 'ਚ ਕਮਾਂਡਰ ਹੁੰਦਾ, ਉਹ ਵਿਧੀ ਜਾਣਦਾ ਹੈ। ਉਹਤੀਆਂ ਪਾਉਣੇ ਵਾਲੇ ਉਹਤੀਆਂ ਪਾ ਰਹੇ ਨੇ, ਠੀਕ ਪਾ ਰਹੇ ਨੇ, ਘੁਸਾਉਂਗੇ ਉੱਦਾਂ ਹੀ। ਉਹ ਕੁਛ ਬੋਲਦਾ ਉਹਦੀ ਕਦ ਪਾਉਂਦੇ ਨੇ, ਜਦੋਂ ਕਹੂ ਜਦੇ ਉਹਦੀ ਪਾਉਣੀ, ਉਹਤੀ ਇੱਦਾਂ ਨਹੀਂ ਪੈਂਦੀ ਹੁੰਦੀ। ਇਹ ਜਿਹੜੇ ਜੱਗ ਹੁੰਦੇ ਨੇ ਕੋਲ ਬਹਿ ਕੇ ਨਹੀਂ ਹੁੰਦੇ, ਇੰਨੀਆਂ ਲੱਕੜੀਆਂ ਨਹੀਂ ਇੱਥੇ ਹੁੰਦੀਆਂ। ਇਹ ਤਾਂ ਕਿਲੋਮੀਟਰ ਤੇ ਪਿੱਛੇ ਬੈਠੇ ਹੁੰਦੇ ਨੇ, ਕਿਲੋਮੀਟਰ ਤੇ ਇਹੋ ਜਿਹੇ ਜੱਗ ਨੇ ਪਿੱਛੇ ਬੈਠੇ ਹੁੰਦੇ ਨੇ। ਇੰਨਾ ਕੁਛ ਹੁੰਦਾ ਇੱਥੇ, ਲੱਕੜੀਆਂ ਪੈਂਦੀਆਂ। ਜਿਵੇਂ ਭੱਠੀ ਹੁੰਦੀ ਹੈ ਮਿਲਦੀ, ਉਹਦੇ ਨੇੜੇ ਖੜ ਜੂਗਾ ਆਦਮੀ। ਉਹ ਤਾਂ ਬੰਦ ਹੁੰਦੀ ਹੈ, ਤਾਂ ਖੁੱਲ੍ਹਾ ਹੁੰਦਾ। ਪਰਨਾਲੇ ਪਾ ਕੇ ਨਾ ਇਹ ਉੱਚਾ ਚੱਕ ਕੇ ਬਣੇ, ਉੱਚਾ ਬਣਾ ਕੇ, ਜਿਵੇਂ ਆਪਾਂ ਪੈਡ ਬਣਾਉਂਦੇ ਆ, ਐ ਲਾਏ ਹੁੰਦੇ ਨੇ ਉੱਤੇ। ਉੱਤੇ ਬੈਠੇ ਹੁੰਦੇ ਨੇ ਬਹੁਤ ਉੱਚੇ, ਉੱਤੋਂ ਪਰਨਾਲਾ ਐ ਹੁੰਦਾ ਟੀਨ ਦੇ ਬਣਾ ਕੇ, ਉੱਥੋਂ ਉਹਤੀ ਪਾਉਂਦੇ ਨੇ ਤਾਂ ਕਿਤੇ ਜੱਗ ਚਾਹੁੰਦੀ ਉੱਥੇ ਉਹਤੀ ਕੋਲ ਬੈਠ ਕੇ ਮਰਨਾ, ਇੰਨੀ ਲਾੜਦੇ। ਦੂਰ ਹੁੰਦੇ ਨੇ ਪਿੱਛੇ, ਕਾਫੀ ਦੂਰ। ਉਹ ਜਿਹੜਾ ਗਿਆਨ ਪ੍ਰਬੋਧ ਹੈ ਨਾ, ਉਹਦੇ ਵਿੱਚੋਂ ਉਹ ਗੱਲ ਦੱਸੀ ਹੋਈ ਹੈ ਸਾਰੀ। ਇਹ ਸਰਪ-ਮੇਧ ਯੱਗ ਕੀਤਾ ਜਦੋਂ ਇੱਥੇ ਆਪਣੇ ਯੂਪੀ ਦੇ ਵਿੱਚ ਹੈਗਾ, ਜਨਮੇਜੇ ਨੇ ਕੀਤਾ ਸਰਪ-ਮੇਧ ਯੱਗ। ਉਦੋਂ ਇਹ ਪ੍ਰਸੰਗ ਆਉਂਦਾ ਵੀ ਇਹ ਕਿਵੇਂ ਹਵਨ ਕੁੰਡ ਬਣਾਇਆ ਸੀ। ਉੱਚ ਪਿੱਛੇ ਬੈਠੇ ਸੀ, ਉਹ ਪਰਨਾਲੇ ਸੀ ਪਿੱਛੇ। ਜਿੰਨੀ ਲਾਟ ਵੱਡੀ, ਉੱਥੇ ਉਹਨਾਂ ਨੂੰ ਸੇਕ ਨਾ ਲੱਗੇ ਬਸ, ਉਹਦੀ ਉੱਥੋਂ ਪਾ ਦੇਣੀ। ਉੱਥੋਂ ਐਂ ਫਿਰ ਹੌਲੀ ਉਹ ਗਰਮ ਹੁੰਦਾ, ਘਿਓ ਪਾਇਆ ਹੋਇਆ, ਉਹ ਫਿਰ ਗਰਮੀ ਦੇ ਹਿਸਾਬ ਨਾਲ ਜਾਈ ਜਾਂਦਾ ਆਪੇ ਰੁੜਦਾ। ਪਰਨਾਲੇ 'ਚੋਂ ਜਿਵੇਂ ਪਾਣੀ ਜਾਈ ਜਾਂਦਾ, ਉਹਨੂੰ ਗਰਮ ਵੀ ਰੱਖਣਾ ਪੈਂਦਾ ਜੇ ਠੰਡ ਹੋਵੇ। ਜਿਹੜੇ ਨਹੀਂ ਹੁੰਦੇ ਜੱਗ, ਉਹ ਫਿਰ ਉੱਥੇ ਖੜੇ ਹੁੰਦੇ ਨੇ ਅਲੱਗ-ਅਲੱਗ। ਔਰ ਵਿਪਰ ਅਸੰਭ ਔਰ ਵਿਪਰ ਨੇ। ਵਿਪਰ ਕੌਣ ਨੇ? ਵਿਪਰ ਪੜ੍ਹਨ ਵਾਲੇ ਨੇ। ਜਿਹੜੇ ਪੜ੍ਹਨ ਵਾਲੇ ਨੇ ਰੇਤੇ 'ਚ ਨੇ, ਜਿਹੜੇ ਉਹ ਉੱਤੇ ਨਿਗਰਾਨੀ ਰੱਖਣ ਵਾਲੇ ਨੇ, ਕਮਾਂਡਰ ਨੇ, ਯੱਗ ਕਰਾਉਣ ਵਾਲੇ ਨੇ। ਪੜ੍ਹਨਾ ਦੇਖੋ, ਵੇਦ ਪੜ੍ਹਨਾ ਵੀ ਜਾਣਦੇ ਨੇ, ਉੱਤੇ ਦੀ ਵਿਧੀ ਵੀ ਜਾਣਦੇ ਨੇ, ਦੋ ਚੀਜ਼ਾਂ ਨੇ ਜਾਣਦੇ। ਐਕਸਪਰਟ ਨੇ ਇਹ ਵਿਚਾਰੇ ਪੜ੍ਹਨ ਵਾਲੇ ਨੇ। ਇੱਕ ਤਾਂ ਹੁਣ ਗ੍ਰੰਥੀ ਲੈ ਜਾਂਦੇ ਨੇ, ਇੱਕ ਸੰਤ ਜਾਂਦਾ, ਉਹ ਆਪ ਦਾ ਪਾਠ ਨਹੀਂ ਕਰਦਾ, ਪਰ ਉਹਦੇ ਦੇਖ ਰੇਖ 'ਚ ਪਾਠ ਹੁੰਦੇ ਨੇ। ਰਾਜ ਮੇਦ ਕਰਿਓ ਲੱਗਾ ਆਰੰਭ ਭੂਪ ਅਪਾਰ। ਰਾਜ ਮੇਦ ਯੱਗ ਸ਼ੁਰੂ ਕਰਤਾ ਰਾਜੇ ਨੇ। ਕਰਾਉਣ ਵਾਲੇ, ਕਰਨ ਵਾਲੇ ਕਰੋੜਾਂ ਉਹ ਹੋ ਜਾ ਰਾਜ ਉਹਦਾ, ਜਿੰਨੇ ਮਰਜ਼ੀ ਕਹਤੇ ਆ ਗਏ ਸਭ। ਆਰਡਰ ਕਰਨਾ ਸੀ ਵੀ ਸਾਰੇ ਬੁਲਾ ਲਓ ਬਈ, ਆਪੇ ਆ ਜਾਂਦੇ ਨੇ ਲੋਕ। ਤਾਂ ਰਾਜੇ ਦੇ ਨਿਗਾਹ ਜੋ ਹੋਣ, ਕੰਮ ਜੋ ਉਹਨੇ ਕਹਿ ਦਿੱਤਾ ਵੀ ਕਰੋ, ਗਾਹ ਨੂੰ ਵਾਕਫੀਅਤ ਹੋ ਜੂ। ਹਾਂਜੀ, ਭਾਤ ਸਮਰਿੱਧ ਜੋਰ ਸੁਮਿੱਤਰ ਛਤਰ ਕੁਮਾਰ। ਭਾਂਤ ਦੀ ਸਮਰਿੱਧੀ ਜੋੜ ਲਈ। ਸਮਰਿੱਧੀ ਕੀ ਆ? ਘਿਓ, ਕੰਮ ਆਉਣ ਵਾਲੀਆਂ ਚੀਜ਼ਾਂ ਨੇ। ਤਿਲਾਂ ਦਾ ਵੀ ਕਰਦੇ ਨੇ, ਵਿੱਚ ਪਾਉਂਦੇ ਨੇ ਇਹਦੇ ਰਲਾ ਕੇ। ਹੋਰ ਜਿਹੜਾ ਆਪਾਂ ਜੋ ਯੱਗ 'ਚ ਜੋ ਸਮਾਨ ਪੈਂਦਾ ਸੀ, ਉਹ ਸਾਰੀ ਸਮਰਿੱਧੀ ਜੋੜ ਲਈ। ਸੁਮਿੱਤਰ ਛਤਰ ਕੁਮਾਰ, ਹਾਂ, ਸਾਰੇ ਜਿਹੜੇ ਸੁਮਿੱਤਰ ਛਤਰ ਕੁਮਾਰ, ਸੁਮਿੱਤਰਾਂ ਨੇ ਜੋੜੀ ਆ। ਜਿਹੜੇ ਉਹ ਸੀ ਵੀ ਕੋਈ ਚੀਜ਼ ਦੀ ਘਾਟ ਨਾ ਰਹਿ ਜਾਵੇ, ਕੋਈ ਕਮੀ ਨਾ ਰਹਿ ਜਾਵੇ, ਇਹ ਨਾ ਹੋਵੇ ਸਾਡਾ ਜੱਗ ਦਾ ਫਲ ਨਾ ਮਿਲੇ। ਉਹ ਮਿੱਤਰੇ ਨੇੜੇ ਰੱਖੀ ਦੇ ਨੇ। ਦੂਆ ਤਾਂ ਗੜਬੜ ਕਰ ਦੂ ਕੋਈ। ਡਰਦੇ ਬਹੁਤ ਹੁੰਦੇ ਸੀ ਵੀ ਇਹ ਬੜੀਆਂ ਇਹਨਾਂ ਦੀਆਂ ਹੁੰਦੀਆਂ ਸੀ ਵੀ ਸ਼ੰਖ ਆਵੇ ਵਜੂ ਜੇ ਜੱਗ ਪੂਰਾ ਹੋ ਗਿਆ, ਨਹੀਂ ਤਾਂ ਸ਼ੰਖ ਨਹੀਂ ਵੱਜਣਾ। ਇਹ ਰੱਖਦੇ ਹੁੰਦੇ ਸੀ ਬਹੁਤ ਕੁਛ। ਛਤਰ ਕੁਮਾਰ, ਛਤਰ ਕੁਮਾਰ, ਹਾਂ, ਛਤਰੀ ਆ ਉਹ। ਭਾਤ ਅਨੇਕਣ ਕੇ ਜੁਰੇ ਜਨ ਆਣ ਕੇ ਤਿਹ ਦੇਸ। ਅਨੇਕਾਂ ਪ੍ਰਕਾਰ ਦੇ ਲੋਕ ਦੇਸ਼ ਤੋਂ ਆ ਕੇ ਜੁੜ ਗਏ ਬਈ। ਅਨੇਕਾਂ ਭੇਖ ਹੁੰਦੇ ਨੇ, ਅੱਡ ਭੇਖਾਂ ਦੇ ਲੋਕ ਸੀਗੇ। ਅੱਡ ਦੇਸ਼ ਹੁੰਦੇ ਨੇ, ਅੱਡ ਭੇਸ ਹੁੰਦੇ ਨੇ, ਅੱਡ ਉਹਨਾਂ ਦੇ ਸ਼ਕਲਾਂ ਵੀ ਅੱਡ ਹੁੰਦੀਆਂ ਨੇ, ਖਾਣ ਪੀਣ ਵੀ ਅੱਡ ਹੁੰਦਾ। ਉਹ ਬਹੁਤ ਰੰਗੀ ਉਹ ਦੁਨੀਆ ਜੁੜ ਗਈ ਉੱਥੇ। ਜਿਵੇਂ ਕੋਈ ਮੇਲਾ ਲੱਗ ਜਾਂਦਾ ਬਹੁਤ ਬੜੇ ਏਰੀਏ 'ਚ। ਛੀਨ ਛੈਨ ਲਏ ਨਿਰਪੰਬਰ ਦੇਸ਼ ਦਿਰਬ ਅਵਿਨੇਸ਼।
ਹਾਂ ਸਾਰਿਆਂ ਦੇ ਜਿਹੜੇ ਖਜ਼ਾਨੇ ਸੀ ਸਾਰੇ ਛੀਨ ਕੇ ਇਕੱਠੇ ਕਰ ਲਏ, ਕਿਉਂਕਿ ਬਹੁਤ ਸਾਰਾ ਦਾਨ ਦੇਣਾ ਪੈਂਦਾ ਇਹਨਾਂ ਨੂੰ। ਇਕੱਠਾ ਕਰ ਲਿਆ ਸਭ ਕੁਝ ਇਕੱਠਾ। ਚੰਦਨ ਉਹਦਾ ਜਾਲਣਾ ਪੈਂਦਾ ਇਹਦੇ ਵਿੱਚ, ਕੇਸਰ, ਕਿਉਂਕਿ ਬਦਬੂ ਨਾ ਹੋ ਜਾਏ। ਸਮੈਲ ਜਿਹੜੀ ਹੁੰਦੀ ਹੈ ਨਾ, ਜਿੱਥੇ ਕਿਸੇ ਅਸ਼ਮੇਧ ਦੇ ਵਿੱਚ ਘੋੜੇ ਵੱਢ ਕੇ ਪਾਉਂਦੇ ਹੁੰਦੇ ਸੀ। ਅਸ਼ਮੇਧ ਦੇ ਵਿੱਚ ਰੋਜ਼ ਘੋੜੇ, ਉਹ ਘੋੜਾ ਤੇ ਜਾਂਦਾ ਸੀ ਬਾਹਰ, ਰੋਜ਼ ਬਹੁਤ ਸਾਰੇ ਘੋੜਿਆਂ ਦੀ ਬਲੀ ਹੋਰ ਆਉਂਦੀ ਸੀ। ਉਹਦੇ 'ਚ ਜਿਹੜੀ ਚਰਬੀ ਹੈ ਘੋੜੇ ਦੀ ਉਹ ਤਾਂ ਜਾਂਦੀ ਸੀ, ਜਿਹੜਾ ਦੂਆ ਮਾਂਸ ਹੈ ਉਹ ਇਹ ਖਾਂਦੇ ਸੀ। ਸਭ ਤੋਂ ਚੰਗਾ ਮਾਂਸ ਬ੍ਰਾਹਮਣ ਖਾਂਦੇ ਸੀ ਔਰ ਛਤਰੀ ਖਾਂਦੇ ਸੀ। ਜਿਹੜੀਆਂ ਵਿਚਲੀਆਂ ਅੰਤਾਂ ਨੇ ਉਹਨਾਂ ਨੂੰ ਸਾਫ਼ ਕਰਕੇ, ਜਿਹੜੇ ਜਿਹਨਾਂ ਨੂੰ ਕਹਿੰਦੇ ਨੇ ਨਾ ਇਹ ਬਹੁਤ ਨੀਵੀਆਂ ਜਾਤਾਂ, ਉਹਨਾਂ ਨੂੰ ਦਿੰਦੇ ਸੀ। ਉਹਦੇ ਲਈ ਪੇਟੀ ਵਗੈਰਾ ਉਹ ਅੰਤ ਜਿਹੜੀ ਸਾਫ਼ ਕਰਕੇ ਉਹ ਕਹਿੰਦੇ ਉਹ ਤੁਸੀਂ ਖਾ ਲਓ। ਇੱਦਾਂ ਹੀ ਕਰਦੇ ਰਹੇ ਨੇ ਇਹ। ਉਹ 'ਚ ਵਿਸਤਾਰ ਨਾਲ ਲਿਖਿਆ ਹੋਇਆ ਸਾਰਾ। ਖੁਰ ਜਿਹੜੇ ਨੇ ਵੱਢ ਕੇ ਉਹਦੇ 'ਚ ਜਾਂਦੇ ਸੀ ਯੱਗ 'ਚ, ਸਿਰ ਯੱਗ 'ਚ ਜਾਂਦਾ ਸੀ, ਸਿਰ ਔਰ ਖੁਰ, ਪੂਛ, ਚਮੜਾ। ਹੁਣ ਜੇ ਚੀਜ਼ਾਂ ਸੜਨਗੀਆਂ ਇਹਦੀ ਬਦਬੂ ਤਾਂ ਪੈਦਾ ਹੋਊਗੀ, ਬਦਬੂ ਤਾਂ ਪੈਦਾ ਹੋਣੀ। ਉਹ ਬਦਬੂ ਨੂੰ ਬਦਬੂ ਨਾ ਰਹੇ। ਜਿਵੇਂ ਹੁਣ ਆਪਾਂ ਜਾ ਕੇ ਉੱਥੇ ਵਿੱਚ ਘਿਓ ਦੇਸੀ ਜਦੋਂ ਸੰਸਕਾਰ ਕਰਨ ਜਾਂਦੇ ਉਹ ਕਾਹਦੇ ਪਾਉਂਦੇ? ਅਸਲ 'ਚ ਬੈਡ ਸਮੈਲ ਹੈ ਜਿਹੜੀ, ਪੋਲਿਊਸ਼ਨ ਨਾ ਪੈਦਾ ਹੋਵੇ, ਉਹਨੂੰ ਪੋਲਿਊਸ਼ਨ ਨੂੰ ਨਿਊਟਰਲਾਈਜ਼ ਕਰਨ ਵਾਸਤੇ ਪਾਉਂਦੇ ਇਹ ਚੀਜ਼ਾਂ। ਹੋਰ ਉਹਦਾ ਕੋਈ ਮਤਲਬ ਨਹੀਂ ਹੈਗਾ, ਨਹੀਂ ਤਾਂ ਹਵਾ 'ਚ ਪੋਲਿਊਸ਼ਨ ਪੈਦਾ ਹੋ ਜੂਗੀ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਆਦਮੀਆਂ ਨੂੰ। ਫਿਰ ਇਹਦਾ ਜਲਣਾ ਮਾਸ ਦਾ ਇਹ ਪੋਲਿਊਟ, ਹਵਾ ਖਰਾਬ ਹੋ ਜਾਂਦੀ ਹੈ ਇਹਦੇ ਨਾਲ। ਇਸ ਕਰਕੇ ਉਹ ਵਿੱਚ ਧੂਪ ਲੈ ਕੇ ਜਾਂਦੇ ਆ ਪਾਉਣ ਨੂੰ, ਸਮੱਗਰੀ ਲੈ ਕੇ ਜਾਂਦੇ ਆ ਪਾਉਣ ਨੂੰ, ਤਾਂ ਪਾਉਂਦੇ ਹੁੰਦੇ ਆ। ਉਹ ਸਭ ਕੁਝ ਇਕੱਠਾ ਕੀਤਾ ਤਾਂ ਕਿ ਜਿਹੜੀ ਕੋਈ ਬਿਮਾਰੀਆਂ ਵੀ ਨਾ ਫੈਲ ਜਾਣ ਪਬਲਿਕ ਦੇ ਵਿੱਚ। ਦੇਖ ਕੇ ਇਹ ਭਾਂਤ ਸਰਬ ਸੋ ਭੂਪ ਸੰਪਤ ਨੈਣ। ਦੇਖ ਕੇ ਭਾਂਤ ਸਰਬ, ਸਾਰਾ ਕੁਝ ਦੇਖਿਆ ਉਹਨੇ ਆਪ। ਜੋ ਸਮਾਨ ਇਕੱਠਾ ਹੋਇਆ ਆਪਣੀ ਅੱਖਾਂ ਨਾਲ ਵੀ ਦੇਖਿਆ ਵੀ ਸਮਾਨ ਠੀਕ ਹੈ, ਪੂਰਾ ਇਕੱਠਾ ਹੋ ਗਿਆ। ਇਹ ਨੈਣ ਗਰਭ ਸੋ ਪੁਜ ਦੰਡ ਕੈ ਇਹ ਭਾਂਤ ਬੋਲਾ ਬੈਣ। ਬਸ ਫਿਰ ਉਹਨੂੰ ਆਪਣੇ ਬਾਹਾਂ ਤੇ ਹੰਕਾਰ ਹੋ ਗਿਆ, ਆਪਣੀ ਸ਼ਕਤੀ ਤੇ, ਵੀ ਮੇਰੇ ਹੁਕਮ ਨਾਲ ਸਭ ਕੁਝ ਆਉਣ ਲੱਗ ਗਿਆ। ਇਕੱਠਾ ਜੋ ਸਭ ਕੁਝ ਹੋ ਗਿਆ। ਭੂਪ ਮੇਲ ਕਰੋ ਸਭੈ ਤੁਮ ਆਜ ਜਗ ਆਰੰਭ। ਮੈਂ ਕਹਿੰਦਾ ਹੁਣ ਕਰ ਦੋ ਆਰੰਭ, ਸਮਾਨ ਜੋ ਹੋ ਗਿਆ। ਸਤਜੁਗ ਮਾਹੇ ਭਇਓ ਜਿਹੀ ਵਿਦਕੀਨ ਰਾਜੈ ਜੰਬ। ਇੱਕ ਉਹਨਾਂ ਨੇ ਕਹਾਣੀ ਬਣਾਈ ਹੋਈ ਸੀ ਵੀ ਜੰਬ ਰਾਜੇ ਨੇ ਸਤਜੁਗ ਜਗ ਕੀਤਾ ਤੇ ਉਹਦੇ ਬਾਅਦ ਕਿਸੇ ਨੇ ਕੀਤਾ ਹੀ ਨਹੀਂ। ਐਵੇਂ ਲਿਖਤਾ ਉਹਨੇ, ਸਤਜੁਗ ਤਾਂ ਹੁੰਦਾ ਹੀ ਨਹੀਂ ਕਦੇ। ਸਤਜੁਗ ਕਦੇ ਹੁੰਦਾ? ਲਿਖਿਆ ਹੋਇਆ ਸੀਗਾ, ਹੁਣ ਵੀ ਮੰਨੀ ਜਾਂਦੇ ਨੇ ਸਤਜੁਗ ਹੁੰਦਾ। ਸਤਜੁਗ ਤਾਂ ਹੁੰਦਾ ਹੀ ਨਹੀਂ ਕਦੇ। ਲਿਖ ਦਿੱਤਾ, ਝੂਠੇ ਲਿਖਣਾ, ਜੋ ਮਰਜੀ ਲਿਖ ਲਓ। ਹੁਣ ਰਾਜੇ ਉਡੀਕਦੇ ਰਹਿੰਦੇ ਨੇ ਵੀ ਮੈਂ ਵੀ ਕਰਾਂ। ਹਰੇਕ ਉਡੀਕਦਾ ਰਹਿੰਦਾ ਸਿਆਸਤਦਾਨ ਸਾਰੀ ਉਮਰ ਵੀ ਇੱਕ ਵਾਰ ਮੈਂ ਚੀਫ ਮਿਨਿਸਟਰ ਬਣ ਜਾ, ਚਾਹੇ ਹਫ਼ਤੇ ਖਾਤਰ ਬਣ ਜਾ, ਚੱਲ ਮੇਰਾ ਨਾਂ ਉਹਦਾ ਹੋ ਜਾਏ ਚੀਫ ਮਿਨਿਸਟਰ। ਕੋਈ ਵਜ਼ੀਰ ਦੇ ਵਾਸਤੇ ਕਹਿੰਦਾ ਮੈਂ ਮਿਨਿਸਟਰ ਬਣ ਜਾ, ਚਲੋ ਮੈਂ ਮਿਨਿਸਟਰ ਤੱਕ ਹੀ ਉਹਦੀ ਇੱਛਾ ਹੁੰਦੀ ਹੈ, ਉਹ ਇੰਨਾ ਕੇ ਬਣ ਸਕਦਾ। ਕੋਈ MLA ਤੱਕ ਕਹਿੰਦਾ ਮੈਂ MLA ਹੀ ਬਣ ਜਾ ਇੱਕ ਵਾਰ। ਜਿੰਨੀ ਕਿਸੇ ਦੇ ਵਿੱਚ ਹਿੰਮਤ ਹੁੰਦੀ ਹੈ ਉਨੀ ਉਹਨੂੰ ਛੋੜਨ ਦੀ ਕੋਸ਼ਿਸ਼ ਕਰਦਾ। ਹੁਣ ਰਾਜੇ ਜਿਹੜੇ ਵੱਡੇ ਹੋ ਜਾਂਦੇ ਨੇ ਉਹਦੀ ਵੱਡੀ ਇੱਛਾ ਹੋ ਜਾਂਦੀ ਹੈ। ਜਿਹੜਾ ਚੀਫ ਮਿਨਿਸਟਰ ਹੋ ਜਾਂਦਾ ਉਹਦੀ ਅੱਖ ਫਿਰ ਪ੍ਰਾਈਮ ਮਿਨਿਸਟਰ ਤੇ ਚਲੀ ਜਾਂਦੀ ਹੈ ਵੀ ਮੈਂ ਇਹ ਹੋ ਜਾ। ਕੋਈ ਰਾਸ਼ਟਰਪਤੀ ਤੇ ਹੋ ਜਾਂਦੀ ਹੈ ਵੀ ਚਲੋ ਰਾਸ਼ਟਰਪਤੀ ਹੋ ਗਿਆ, ਹੁਣ ਮੈਨੂੰ ਕੋਈ ਰੌਲਾ ਨਹੀਂ, ਹੁਣ ਮੈਂ ਸਿਆਸਤ ਤੋਂ ਹੀ ਬਾਹਰ ਚਲਾ ਜਾਂਦਾ, ਸੰਨਿਆਸ ਲੈ ਲੈਂਦਾ, ਹੁਣ ਮੈਂ ਇਦੋਂ ਵੱਡਾ ਕੀ ਬਣਨਾ ਹੋਰ। ਇਹ ਦੌੜ ਹੈ ਸੰਸਾਰੀ ਵਡਿਆਈ ਦੀ। ਇਹ ਦੌੜ ਤੋਂ ਭਗਤ ਬਾਹਰ ਰਹੇ ਨੇ, ਖਾਲਸਾ ਤੋਂ ਬਾਹਰ ਹੈ ਔਰ ਬਾਹਰ ਰਹੂਗਾ ਵੀ। ਜਿਹੜੇ ਇਹ ਦੌੜ 'ਚ ਨੇ ਉਹ ਨਾ ਸਿੱਖ ਨੇ, ਨਾ ਭਗਤ ਨੇ, ਨਾ ਖਾਲਸੇ ਨੇ। ਇਹ ਦੌੜ 'ਚ ਮਨਮੁਖ ਸੰਸਾਰੀ ਆਦਮੀ ਹੁੰਦੇ ਨੇ। ਇਹ ਤਾਂ ਸੰਸਾਰੀ ਦੌੜ ਹੈ।
ਜੇ ਦੁਨੀਆ ਅੱਗੇ ਵਡਿਆਈਆਂ ਅੱਗੇ ਛੇਤੀ ਜਾਲ ਹੈ ਤੇ ਖਾਲਸਾ ਰਾਜ ਵਾਲੇ ਤਾਂ ਬਹੁਤ ਨੀਚ ਆਦਮੀ ਨੇ, ਉਹ ਤਾਂ ਨੀਚ ਨੇ ਬਿਲਕੁਲ। ਕਹਿੰਦੇ ਨੇ ਅਸੀਂ ਖਾਲਸਾ ਹੈ ਨੀਚ, ਇਹੋ ਜਿਹਾ ਨੀਚ ਖਾਲਸਾ ਨਹੀਂ ਹੁੰਦਾ। ਗੁਰੂ ਦਾ ਖਾਲਸਾ ਨਹੀਂ, ਜੋ ਪਤਾ ਨਹੀਂ ਖਾਲਸਾ ਕਿਉਂ ਕਹਾਉਂਦੇ ਨੇ। ਹਾਂਜੀ, ਮੰਤਰੀਏ ਬਾਚ ਲੱਛ ਜੋ ਨਿਰਪ ਮਾਰੀਆ ਤਬ ਹੋਤ ਹੈ ਨਿਰਪਮੇਦ। ਹੁਣ ਉਹ ਕਹਿੰਦਾ, ਉਹਨੇ ਕਹਿ ਤਾਂ ਦਿੱਤਾ ਵੀ ਪਹਿਲਾਂ ਤਾਂ ਉਹਦੇ ਮਨ ਦੇ ਵਿੱਚ ਸੀ ਰਾਜੇ ਦੇ, ਹੁਣ ਮੰਤਰੀਏ ਬਾਚ ਹੈ। ਨਹੀਂ ਨਹੀਂ ਨਹੀਂ, ਜਦ ਸਮਾਨ ਸਾਰਾ ਇਕੱਠਾ ਹੋ ਕੇ ਦੇਖ ਕੇ ਫੇਰ ਐਲਾਨ ਕੀਤਾ ਉਹਨੇ ਵੀ ਰਾਜਮੇਧ ਕਰੋ, ਤਾਂ ਮੰਤਰੀ ਬੋਲਿਆ। ਪਹਿਲਾਂ ਜਦ ਇੱਥੇ ਆਇਆ ਸਾਰੇ ਪਰਿਵਾਰ ਇਕੱਠਾ ਲੈ ਕੇ, ਉਹਦੇ ਮਨ 'ਚ ਇਹ ਗੱਲ ਹੈ ਰਾਜਮੇਧ ਕਰਨਾ, ਐਲਾਨ ਨਹੀਂ ਕੀਤਾ ਹੋਇਆ ਕਿ ਮੰਤਰੀ ਪਹਿਲਾਂ ਬੋਲਦਾ ਨਹੀਂ। ਜੇ ਮੰਤਰੀ ਬੋਲਿਆ ਤਾਂ ਇਹਦਾ ਮਤਲਬ ਐਲਾਨ ਜਦ ਕੀਤਾ, ਕੁਛ ਲਿਖਿਆ ਹੁੰਦਾ, ਕੁਛ ਅਸੀਂ ਵੀ ਅੰਦਾਜ਼ਾ ਲਾਉਣਾ ਹੁੰਦਾ। ਪਹਿਲਾਂ ਜੋ ਕੁਛ ਆਇਆ ਉਹਦੇ ਮਨ ਦੀ ਗੱਲ ਕਰੀ ਹੈ ਦਸਮ ਪਾਤਸ਼ਾਹ ਨੇ, ਉਹਦੇ ਮਨ ਵਿੱਚ ਸੀ ਮੈਂ ਇਹ ਕਰਨਾ। ਫਿਰ ਉਹਨੇ ਸਾਰਾ ਦੇਖਿਆ, ਚੈੱਕ ਕੀਤਾ, ਸਮਾਨ ਆ ਗਿਆ ਜਿੰਨਾ ਚਾਹੀਦਾ, ਜਿੰਨਾ ਉਹਨੇ ਸੁਣਿਆ ਸੀ ਜਾਂ ਬ੍ਰਾਹਮਣਾਂ ਨਾਲ ਕਿਸੇ ਨੇ ਸਲਾਹ ਕੀਤੀ ਹੋਊ। ਜਦ ਉਹਨੇ ਕਿਹਾ ਸਮੱਗਰੀ ਪੂਰੀ ਹੋ ਗਈ ਜਿੰਨੀ ਚਾਹੀਦੀ ਹੈ, ਫਿਰ ਉਹਨੇ ਕਿਹਾ, ਫਿਰ ਉਹਨੇ ਹੰਕਾਰ ਕੀਤਾ ਵੀ ਹੁਣ ਇਹ ਰਾਜਮੇਧ ਦੇ ਅੱਗ ਹੋ ਸਕਦਾ ਹੈ। ਮੈਂ ਉਸ ਟੀਸੀ ਨੂੰ ਪਹੁੰਚ ਗਿਆ ਜਿਹੜੀ ਟੀਸੀ ਨੂੰ ਕੋਈ ਪਹੁੰਚਿਆ ਹੀ ਨਹੀਂ ਸੱਜੋ ਤੋਂ ਬਾਅਦ। ਇੱਥੋਂ ਹੰਕਾਰ ਹੋਇਆ ਉਹਨੂੰ ਵੀ ਸੱਜੋ ਦੇ ਵਿੱਚ ਇੱਕ ਆਦਮੀ ਨੇ ਯੱਗ ਕੀਤਾ, ਦੂਜੇ ਆਦਮੀ ਦਾ ਨਾਂ ਹੀ ਨਹੀਂ ਆਇਆ ਹੋਇਆ ਇੱਥੇ। ਜੰਬ ਰਾਜਾ ਕੋਈ, ਉਹਨੇ ਯੱਗ ਕੀਤਾ ਸੀ ਸੱਜੋਗ ਦੇ ਵਿੱਚ, ਉਹਦੇ ਬਾਅਦ ਨਹੀਂ ਕਿਸੇ ਨੇ ਯੱਗ ਕੀਤਾ। ਇਹ ਰਾਜਾ ਕਹਿ ਰਿਹਾ, ਮੰਤਰੀਏ ਬਾਚ। ਮੰਤਰੀ ਕਹਿੰਦਾ ਵੀ ਗੱਲ ਇਹ ਹੈ ਜੇ 1.25 ਲੱਖ ਰਾਜਾ, 1 ਲੱਖ ਰਾਜੇ ਦਾ ਜੇ ਤੇ ਬਲੀ ਦੇ ਕੇ ਯੱਗ ਕਰਨਾ, ਤੈਨੂੰ ਪਤਾ ਖਰਚਾ ਕਿੰਨਾ ਹੋਊ? ਮੰਤਰੀ ਨੂੰ ਇਹ ਨਹੀਂ ਪਤਾ ਹੈ ਵੀ ਇਹਦੇ ਕੋਲ ਧਨ ਕਿੰਨਾ ਹੈ। ਮੰਤਰੀ ਤੋਂ ਵੀ ਚੋਰੀ ਹੈ ਸਾਰਾ। ਲੱਛ ਜੋ ਨਿਰਪ ਮਾਰੀਏ ਤਬ ਹੋਤ ਹੈ ਨਿਰਪਮੇਦ। ਕਹਿੰਦਾ 1 ਲੱਖ ਨਿਰਪ ਮਾਰੇ ਤੇ ਹੋਊਗਾ, ਇਹ ਤੋਂ ਘੱਟ ਨਹੀਂ ਹੋਣਾ ਨਿਰਪਮੇਦ ਅੱਗ। ਮੰਤਰੀ ਕਹਿਣ ਲੱਗਿਆ, ਮੰਤਰੀ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਰਾਜੇ ਨੂੰ, ਪਰ ਉਹ ਅੰਦਰ ਖਾਨੇ ਜੁੜਿਆ ਹੋਇਆ ਬ੍ਰਾਹਮਣਾਂ ਨਾਲ। ਮੰਤਰੀ ਦਾ ਬ੍ਰਾਹਮਣਾਂ ਨਾਲ ਘੱਟ ਲਿੰਕ ਹੈ, ਕਿ ਰਾਜੇ ਦੇ ਮਨ ਦੇ ਵਿੱਚ ਗੱਲ ਹੈ, ਉਹ ਪੰਡਤ ਨੂੰ ਪਤਾ ਹੈ, ਰਾਜੇ ਨੂੰ ਪਤਾ ਹੈ। ਮੰਤਰੀ ਨਾਲ ਸਲਾਹ ਕੋਈ ਨਹੀਂ। ਮੰਤਰੀ ਨਾਲ ਸਲਾਹ ਹੁੰਦੀ ਹੈ ਬਾਹਰਲੇ ਰਾਜ ਦੀ, ਧਰਮ ਦੀ। ਇਹਦੀ ਮੰਤਰੀ ਨਾਲ ਕੀ ਸਲਾਹ ਕਰਨੀ ਹੈ? ਇਹਦੀ ਸਲਾਹ ਕਰਨੀ ਹੈ ਪੰਡਤ ਨਾਲ, ਜਿਹਨੇ ਯੱਗ ਕਰਾਉਣਾ। ਮੰਤਰੀ ਨਾਲ ਰਾਜ ਪ੍ਰਬੰਧ ਦੀ ਸਲਾਹ ਹੈ। ਅੱਡੋ ਅੱਡ ਨੇ ਦੋਵੇਂ ਮਹਿਕਮੇ। ਏਕ ਏਕ ਅਨੇਕ ਸੰਪਤ ਦੀਜੀਏ ਭਵੀ ਖੇਦ। ਕੱਲੇ ਕੱਲੇ ਬ੍ਰਾਹਮਣ ਨੂੰ ਬਹੁਤ ਤਕੜਾ ਦਾਨ ਦੇਣਾ ਪੈਣਾ, ਯਾਨੀ ਤਾਂ ਦੇਣਾ ਪੈਣਾ ਕਿ ਉਹ ਪਾਪ ਜਿਹੜਾ ਹੋਣਾ ਉਹਨੂੰ ਨਿਊਟਰਲਾਈਜ਼ ਕਰਨ ਵਾਸਤੇ। ਇਹਦਾ ਮਤਲਬ ਹੈ ਵੀ ਬਾਹਮਣਾਂ ਨੂੰ ਦੇ ਦਿਓ ਦੌਲਤ, ਵੰਡ ਦਿਓ ਲੋਕਾਂ ਦੀ, ਰਾਜਾ ਦੀ ਇਕੱਠੀ ਕਰਕੇ ਰਾਜਾ ਨੂੰ ਮਾਰ ਦਿਓ। ਔਰ ਬਾਹਮਣ ਨੇ ਕੁਝ ਨਹੀਂ ਕੀਤਾ, ਲੜੇ ਛਤਰੀ ਨੇ, ਮੂਰਖ ਛਤਰੀ ਬਣਾ ਕੇ ਰੱਖੇ। ਪੈਸਾ ਫਿਰ ਪੰਡਤ ਕੋਲੇ ਆ ਗਿਆ, ਲੜਦੇ ਮਰਦੇ ਰਹੇ। ਇਹ ਅਕਲ ਨਾ ਖਾਂਦੇ ਰਹੇ ਨੇ। ਹਾਂ, ਅਕਲ ਤੇ ਖਾਲੀ ਰਹੇ ਨੇ। ਕੌਣ? ਸਿੱਖ ਦੇ ਬਿਲਕੁਲ ਖਾਲੀ ਨੇ ਅਕਲ ਤੇ। ਔਰ ਇਹ ਗ੍ਰੰਥ ਨੂੰ ਕਿਉਂ ਨਹੀਂ ਪੜ੍ਹਨ ਦਿੰਦੇ? ਅਕਲ ਆ ਜੂਗੀ ਇਹਦੇ ਨਾਲ, ਪਤਾ ਲੱਗ ਜੂਗਾ ਸਾਰਾ। ਇਹ ਬਾਹਮਣੇ ਨੇ ਜਿਹੜੇ ਇਹ ਗ੍ਰੰਥ ਨਹੀਂ ਪੜ੍ਹਨ ਦਿੰਦੇ। ਅਸਲ ਦੇ ਵਿੱਚ ਕੁਝ ਗ੍ਰੰਥ ਹੈ ਜਿਹਨੇ ਬਾਹਮਣਾਂ ਦੀ ਪੋਲ ਖੁੱਲੀ ਹੋਈ ਹੈ, ਉੱਥੇ ਲਿਖਾਏ ਹੋਏ ਨੇ, ਸਿਆਣਿਆਂ ਦੇ ਲਿਖਾਏ ਹੋਏ ਨੇ, ਬਾਹਮਣਾਂ ਦੀ ਪੋਲ ਵੀ ਖੋਲੀ ਹੋਈ ਹੈ। ਔਰ ਜੇ ਤਾਂ ਇਹਨੂੰ ਮੰਨ ਲਵੇ ਦੂਏ ਲੋਟ, ਫਿਰ ਤਾਂ ਬਾਹਮਣ ਨੂੰ ਦਾਨ ਦੇਣਾ ਚਾਹੀਦਾ। ਜੇ ਦੂਏ ਪਾਸੇ ਨੂੰ ਬਚਾ ਲਵੇ ਫਿਰ ਬਾਹਮਣ ਕਟਹਿਰੇ 'ਚ ਖੜਾ ਹੋ ਜਾਂਦਾ। ਕਟਹਿਰੇ 'ਚ ਖੜਾ ਕਰ ਰਹੇ ਨੇ ਦਸਮ। ਹਾਂ, ਦਸਮ ਪਾਤਸ਼ਾਹ ਕਟਹਿਰੇ 'ਚ ਖੜਾ ਕਰ ਲੈਂਦੇ ਪੰਡਤ ਨੂੰ। ਉਹ ਅਸੀਂ ਇਸ ਐਂਗਲ ਤੋਂ ਪੜ੍ਹਨਾ, ਇਹਨੂੰ ਇਸ ਐਂਗਲ ਤੋਂ ਨਹੀਂ ਪੜ੍ਹਨਾ ਵੀ ਅਸੀਂ ਰਾਜ ਯੱਗ ਕਰਨਾ, ਅਸੀਂ ਦਾਨ ਕਰਨਾ, ਅਸੀਂ ਰਾਜੇ ਇੰਨੇ ਇਕੱਠੇ ਕਰਕੇ ਧਨ ਬਾਹਮਣ ਨੂੰ ਦੇ ਦੇਣਾ। ਇਸ ਕਰਕੇ ਨਹੀਂ ਅਸੀਂ ਪੜ੍ਹਦੇ। ਅਸੀਂ ਪੜ੍ਹਦੇ ਹੁਣ ਕਰਦੇ ਕੀ ਰਹੇ ਨੇ, ਇਹ ਹੁੰਦਾ ਕੀ ਰਿਹਾ, ਅੱਜ ਕੀ ਕਰ ਰਹੇ ਨੇ। ਆ ਜਿਹੜੇ ਹਿੰਦੂਤ ਵਾਲੇ ਨੇ ਉਹਨਾਂ ਦਾ ਇਰਾਦਾ ਕੀ ਹੈ? ਜਿਹੜਾ ਇੰਨਾ ਪੈਸਾ ਖਰਚ ਕਰ ਰਹੇ ਨੇ ਸਾਰੇ, ਮਤਲਬ ਹੈ ਇਹਨਾਂ ਨੂੰ
ਅੰਮ੍ਰਿਤਸਰ ਤਨਖਾਹਾਂ ਵੀ ਦੇ ਰਹੇ ਨੇ। ਕਿਉਂ ਦੇ ਰਹੇ ਨੇ? ਆਪਣੀ ਜੇਬ ਚੋਂ ਖਰਚਾ ਕਿਉਂ ਕਰ ਰਹੇ ਨੇ? ਅੰਦਰ ਖਾਨੇ ਜਿਹੜੇ ਪੈਸੇ ਦੇ ਰਹੇ ਨੇ, ਕਿਉਂ ਦੇ ਰਹੇ ਨੇ? ਆ ਜਿਹੜੇ ਖਰਬਾਂ ਰੁਪਏ ਮੰਦਰਾਂ 'ਚ ਨੇ, ਇਹਨਾਂ ਦਾ ਖਤਰਾ ਪੈ ਗਿਆ ਇਹਨਾਂ ਨੂੰ ਚੜਾਵੇ ਦਾ। ਇਹ ਛੂਟਾਂ ਨੇ, ਉਹ ਛੂਟਾਂ ਨਹੀਂ ਰਹਿਣੀਆਂ ਹੁਣ। ਹੋ ਸਕਦਾ ਸਰਕਾਰ ਪਬਲਿਕ ਕਬਜ਼ਾ ਕਰ ਲਵੇ ਮੰਦਰਾਂ 'ਤੇ, ਇਹਨਾਂ 'ਤੇ ਵੀ ਪੈਸਾ ਹੈ। ਜੇ ਪਰਮੇਸ਼ਰ ਦਾ ਪੈਸਾ, ਪਰਮੇਸ਼ਰ ਦੀ ਪਬਲਿਕ ਹੈ, ਇਹਦੇ ਵਾਸਤੇ ਹੈ, ਤੁਹਾਡੇ ਵਾਸਤੇ ਨਹੀਂ। ਇਹਨਾਂ ਦਾ ਕਬਜ਼ਾ ਹੀ ਚੱਕ ਦੇਵੇ। ਤੁਸੀਂ ਠੇਕੇਦਾਰ ਹੋ, ਪੁਜਾਰੀ ਠੇਕੇਦਾਰ ਨੇ ਰੱਬ ਦੇ। ਪਬਲਿਕ ਰੱਬ ਦੀ ਹੈ, ਵੋਟਾਂ ਪਾ ਲਓ, ਕਿਹਦਾ ਜਾਊ ਪੈਸਾ ਜਾਊ? ਸਾਰੀ ਉਹ ਪਬਲਿਕ ਬਣਦੀ ਹੈ, ਸਾਰੀ ਪਬਲਿਕ ਚੜਾਵਾ ਚੜਾਉਂਦੀ ਹੈ, ਵੋਟਾਂ ਪਾਓ। ਪੈਸਾ ਕਿੱਥੇ ਲੱਗਣਾ ਚਾਹੀਦਾ? ਸਰਕਾਰ 'ਚ ਲੱਗਣਾ ਚਾਹੀਦਾ, ਪਬਲਿਕ ਵਾਸਤੇ ਹੀ ਲੱਗਣਾ ਚਾਹੀਦਾ। ਕਿਉਂ ਨਹੀਂ ਲਾਉਂਦੇ ਪਬਲਿਕ ਵਾਸਤੇ? ਸਰਕਾਰਾਂ ਪਬਲਿਕ ਵਾਸਤੇ ਲਾਉਂਦੀਆਂ ਨੇ ਪੈਸੇ। ਇਹਦੇ ਨਾਲ ਤਾਂ ਉਹ ਚੰਗੇ ਨੇ ਅਮਰੀਕਾ ਵਾਲੇ ਜਿਹੜੇ ਪੈਸੇ, ਉਹ ਕੈਂਸਰ ਵਾਲਿਆਂ ਨੂੰ ਪੈਸੇ, ਗਰੀਬ ਦੇਸ਼ਾਂ ਨੂੰ, ਉਹ ਚੰਗੇ ਨੇ ਤੁਹਾਡੇ ਮੰਦਰਾਂ ਨੂੰ। ਤੋਂ ਉਹ ਧਾਰਮਿਕ ਨੇ। ਤੁਹਾਡਾ ਪੈਸਾ ਕਿਸ ਵਾਸਤੇ ਹੈ? ਗੁਰਦੁਆਰਾ ਦਾ ਪੈਸਾ ਕਿਸ ਵਾਸਤੇ ਹੈ? ਫਰਾਡ ਕਰਨ ਵਾਸਤੇ ਹੈ। ਤੁਸੀਂ ਇਕੱਲੇ ਠੇਕੇਦਾਰ ਹੋ ਰੱਬ ਦੇ। ਹਾਂਜੀ। ਲੱਛ ਲੱਛ ਤਰੰਗ ਇੱਕ ਹੈ, ਦੀਜੀਏ ਅਭਿਚਾਰ। ਲੱਖ ਲੱਖ ਤਰੰਗ ਇੱਕ ਹੈ, ਇੱਕ ਬਾਹਮਣ ਨੂੰ ਇੱਕ ਇੱਕ ਲੱਖ ਘੋੜਾ ਦਿਓ। ਦੀਜੀਏ ਅਭਿਚਾਰ। ਹਾਂ, ਇੱਕ ਇੱਕ ਲੱਖ ਘੋੜਾ, ਔਰ ਉਹਦੇ ਤੇ ਉਹਨਾਂ ਧਨ ਲੱਦ ਕੇ ਜਿੰਨਾ ਉਹ ਚੱਕ ਲਵੇ ਘੋੜਾ। ਉਹ ਇੰਨਾ ਚਾਹੀਦਾ। ਉਹ ਕਹਿ ਰਿਹਾ ਮੰਤਰੀ ਵੀ ਇੰਨਾ ਸਾਡੇ ਕੋਲ ਹੈ ਨਹੀਂ, ਤੂੰ ਕਰ ਕਿਵੇਂ ਕਰ ਲੇਗਾ? ਇੰਨਾ ਕੁ ਚਾਹੀਦਾ। ਉਹਨੂੰ ਨਹੀਂ ਪਤਾ ਵੀ ਸਭ ਕੁਛ ਆ ਗਿਆ ਪਿਆ ਇਕੱਠਾ ਕੀਤਾ। ਮੰਤਰੀ ਨੂੰ ਨਹੀਂ ਪਤਾ ਹੈਗਾ ਇੰਨਾ ਕੁ ਚਾਹੀਦਾ, ਸਾਡੇ ਕੋਲ ਇੰਨਾ ਖਜ਼ਾਨਾ ਹੈ ਕਿੱਥੇ? ਹਾਂ। ਜਗ ਪੂਰਨ ਹੋਤ ਹੈ ਸੁਣ, ਰਾਜ ਰਾਜ ਅਵਤਾਰ। ਹਾਂ, ਹੈ ਰਾਜ ਅਵਤਾਰ ਤਾਂ ਜਗ ਪੂਰਨ ਹੁੰਦਾ ਹੈ। ਇੱਕ ਬ੍ਰਾਹਮਣ ਨੂੰ, 1.25 ਲੱਖ ਬ੍ਰਾਹਮਣ ਨੂੰ, ਜੇ ਨਾ 1 ਲੱਖ ਜੇ ਬੰਦਾ ਮਾਰਨਾ, 1 ਲੱਖੇ ਬ੍ਰਾਹਮਣ ਨੂੰ ਇੱਕ ਇੱਕ ਲੱਖ ਘੋੜਾ ਇੱਕ ਨੂੰ। ਲੱਛ ਲੱਛ ਤਰੰਗ ਇੱਕ ਹੈ, ਦੀਜੀਏ ਲੱਛ ਲੱਛ ਤਰੰਗ 1 ਲੱਖ ਘੋੜਾ ਇੱਕ ਬ੍ਰਾਹਮਣ ਨੂੰ ਦੇਣਾ। 1 ਲੱਖ ਕਤਲ ਦਾ ਇੱਕ ਕੱਲੇ ਬ੍ਰਾਹਮਣ ਨੂੰ ਦਾਨ ਦੇਣਾ। ਤਾਂ ਉਹ ਤੇਰਾ ਜਿਹੜਾ ਪਾਪ ਲਹੂਗਾ, ਪਾਪ ਤਾਂ ਨਹੀਂ ਕਹਿ ਰਿਹਾ, ਜਗ ਸੰਪੂਰਨ ਰਹੂਗਾ। ਦਾਨ ਦਾ ਪਾਪ ਮੁਕਤੀ ਦੀ ਗੱਲ ਹੈ, ਪਾਪ ਨਹੀਂ ਕਹਿ ਰਿਹਾ। ਜੇ ਪਾਪ ਕਹਿੰਦੇ ਫਿਰ ਜਗ ਨਹੀਂ ਬਣਦਾ। ਅਸਲ 'ਚ ਪਾਪ ਨਿਊਟਰਲਾਈਜ਼ ਕਰਨਾ ਵੀ ਪੰਡਤ ਨੂੰ ਦਾਨ ਕਰਤਾ, ਹੁਣ ਮੇਰੇ ਤੇ ਪਾਪ ਨਹੀਂ ਹੈ। ਫਿਰ ਪੰਡਤ ਤੇ ਹੋ ਗਿਆ ਪਾਪ। ਹਾਂਜੀ। ਭਾਂਤ ਭਾਂਤ ਸਮ੍ਰਿੱਧ ਸੰਪਤੀ, ਦੀਜੀਏ ਇੱਕ ਵਾਰ। ਇੱਕੋ ਵਾਰ ਭਾਂਤ ਭਾਂਤ ਦੀ ਜਿਹੜੀ ਹੈ ਸੰਪਤੀ ਇੱਕੋ ਵਾਰ ਇਕੱਠੀ ਦੇਣੀ ਹੈ, ਕਿਸ਼ਤਾਂ 'ਚ ਨਹੀਂ ਦੇ ਸਕਦੇ। ਜੇ ਧਨ ਹੈ ਤਾਂ ਧਨ ਭਰ ਕੇ ਘੋੜਾ ਜਿੰਨਾ ਚੱਕਦਾ ਉਹ ਦੇ ਦਿੱਤਾ ਇੱਕ ਵਾਰ। ਫਿਰ ਜਿਹੜਾ ਹੈ ਕਣਕ ਕੋ ਦਾਣਾ ਅੰਨ, ਉਹਦਾ ਜਿੰਨਾ ਘੋੜਾ ਚੱਕਦਾ ਉਹ ਦੇ ਦਿੱਤੀ। ਸਮਝੇ ਨਹੀਂ? ਭਾਂਤ ਭਾਂਤ ਮਿਲਦੀ ਹੈ, ਭਾਂਤ ਭਾਂਤ ਦੇ ਨੇ ਨਾ ਇਹ ਧਨ। ਫਿਰ ਉਹਨੂੰ ਘਿਓ, ਪੂਰਾ ਘਿਓ ਭਰ ਕੇ ਦੇ ਦਿੱਤਾ। ਉਹਨਾਂ ਮਿੱਠਾ, ਉਹਨਾਂ ਮਿੱਠਾ ਦੇ ਦਿੱਤਾ। ਖਾਣ ਨੂੰ ਵੀ ਤਾਂ ਦੇਣਾ ਕੁਛ। ਹਾਂਜੀ। ਲੱਛ ਹਸਤ ਤੁਰੰਗ ਦਵੈ ਲੱਛ, ਸਵਰਨ ਭਾਰ ਅਪਾਰ। ਲੱਛ ਹਸਤ ਤੁਰੰਗ ਦਵੈ ਲੱਛ। ਪਹਿਲਾਂ ਕੀ ਲਿਖਿਆ ਸੀ? 1 ਲੱਖ। ਭਾਂਤ ਭਾਂਤ ਸਮ੍ਰਿੱਧ ਸੰਪਤੀ। ਨਹੀਂ, ਪਹਿਲਾਂ ਕੀ ਲਿਖਿਆ? ਪਹਿਲੀ ਪੰਕਤੀ ਕੀ ਸੀ? ਅੱਗੇ ਲੱਛ ਲੱਛ ਤੁਰੰਗ ਇੱਕ ਹੈ, ਦੀਜੀਏ ਅਭਿਚਾਰ। ਅੱਛਾ। ਜਗ ਪੂਰਨ ਹੋਤ ਹੈ ਸੁਣ, ਰਾਜ ਰਾਜ ਅਵਤਾਰ। ਅੱਛਾ। 2 ਲੱਖ ਨਾ 1 ਲੱਖ ਹਾਥੀ, ਲੱਛ ਹਸਤ ਤੁਰੰਗ ਦਵੈ ਲੱਛ। 2 ਲੱਖ ਘੋੜਾ, ਸਵਰਨ ਭਾਰ ਅਪਾਰ। ਸਵਰਨ ਭਾਰ ਮਤਲਬ ਹੈ ਇਹ ਐ ਅਸਲ 2 ਲੱਖ ਘੋੜਾ ਨਹੀਂ। ਇੱਕ ਘੋੜੇ ਨੂੰ 2 ਵਾਰ ਸਵਰਨ ਲੱਦ ਕੇ ਦੇਣਾ। ਘੋੜਾ ਲੱਖੇ ਹੈ, 2 ਵਾਰ ਸੋਨਾ ਦੇਣਾ। ਫਰਜ਼ ਕੀਤਾ 1 ਕੁਇੰਟਲ ਘੋੜਾ ਚੱਕ ਲੈਂਦਾ ਜੇ
ਤਾਂ 2 ਕੁਇੰਟਲ ਸੋਨਾ ਦੇਣਾ ਉਹਨੂੰ। 2 ਭਾਰ ਹੋ ਗਏ ਨਾ, 2 ਲੱਖ ਭਾਰ ਨਾਲ ਲਾਤਾ ਨਾ, ਯਾਨੀ 2 ਲੱਖ ਭਾਰ ਸੋਨਾ ਦੇਣਾ, ਲੱਖ ਘੋੜਾ ਦੇਣਾ, 2 ਲੱਖ ਭਾਰ ਜਿੰਨਾ ਘੋੜਾ ਚੱਕ ਸਕੇ ਡਬਲ ਦੇਣਾ। कोट कोट दिजेक एक दीजिए अभिलंब। कोट 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 दिजेक दिज एक दीजिए अभिलंब। 1 ਕਰੋੜ ਉਹਨਾਂ ਨੂੰ ਕੀ ਦੇਣਾ? दिजेक एक ਦਿਜ, ਹਾਂ ਕਰੋੜ ਜਾਣੀ ਦਿਜ ਨੂੰ, ਪੰਡਤ ਨੂੰ 1 ਕਰੋੜ ਪੰਡਤ ਨੂੰ ਇੱਕੋ ਵਾਰੇ ਚੀਜ਼ ਦੇਣੀ ਹੈ। ਪੰਡਤ ਕਰੋੜ ਹੈ, ਲੱਖ ਨਹੀਂ ਹੈ। ਫਿਰ ਲੱਖ ਲੱਖ ਘੋੜਾ, ਲੱਖ ਲੱਖ ਹਾਥੀ ਹੈ। ਪੰਡਤ ਕਰੋੜ ਹੈ, 1 ਕਰੋੜ ਦਿਜ, ਦਿਜ ਬਾਹਮਣ ਨੂੰ ਕਹਿੰਦੇ ਨੇ, ਇਹਨਾਂ ਨੂੰ ਦੇਣਾ। जग पूर्ण होए तो सुन राज राज असंभव। है राजे, राजा दे राजे, फिर तू समझो फिर संभव है जग का पूर्ण होना। ये पूर्ण हो जाना। असंभव जिहड़ा काम है जग का पूर्ण होना, फिर पूरा होगा। पार्सनाथ बाच रुआल छंद स्वर्ण की ना इतनी कमी जो टूट है बहु बरख। कहता इन्नी कमी स्वर्ण सोने की नहीं है मेरे को, कई साल तू घोड़े भर भर के दई जाई, मुकदा ही नहीं। तेनू नहीं पता, रमदा मंत्री नू नहीं पता है, कोई कमी नहीं सोने की। कई बरख तक तू हाथी घोड़े भर भर दई जाई, तां नहीं मुकदा, इन्ना पे। ਇਹਦਾ मतलब ਉਹਨੂੰ पता नहीं है। हस्त की ना कमी मुझे हई सार लीजै परख। हई सार जाके देख ला, उत्थे हाथियों के सतबल दे विच हाथियों की कोई कमी नहीं। देख जाके करने ने, इत्थे बैठा गल्लां करी जाना तू बाहर। हाथी जिहड़ा हाथी दा, जिथे हाथी ने अस्तबल है, हाथियों का घोड़ियां का अस्तबल हुंदा है। हाथी घर च जाके देख ला कितने हाथी ने, कोई कमी नहीं है हाथियों की। और जो धन चाहिए सो लीजिए अभिचार। होर कहंदे जिन्ना धन जिहड़ा चाहिदा वो भी दस दी, तू विचार ली, वो भी बथेरा अपने को, कोई कमी नहीं किसी गल दी। बड़ियां गल्लां सोने दियां हुंदियां ने, ये हाथी घोड़ियां दी हुंदी, घोड़ियां दी नहीं हुंदी, हाथियां दी हुंदी। बाकी धन तू देख ली जिहड़ा चाहिदा बथेरा अपने को, कोई कमी नहीं हैगी। चित में ना कछु करो सुन मंत्र मित्र अवतार। मंत्री कहंदा तू चित्त च कोई इहो जी गल ना लियाई, तू ना फिक्र कर, सब कुछ हैगा, तू गल कर जग शुरू कराउण दी, शुरू कराउण दी गल कर, तू आ गल्लां छड्ड, ਇਹਦਾ ना तू फिक्र कर, मेरा पहले इंतजाम किया होया। ਜਿਉ ਜਬੈ ਨਿਰਪ ਉਚਰਿਓ। एक गल होर है इत्थे, मंत्री हमेशा राजे नूं सियाणा हुंदा है, पर इस राजे का मंत्री नूं कोई भेद नहीं। ਇਹਦਾ मतलब बुद्धवान की गल है। फिर उत्थे बुद्धि की गल आ गई। कोई ऐसा बुद्धवान मंत्री नहीं ਇਹਦੇ ਕੋਲ, ਇਹਦੇ ਨਾਲ बुद्धि ज़्यादा किसी की है ही नहीं। बुद्धिमान आदमी होवे तो मंत्री मिले, बुद्धिमान बंदा ही नहीं कोई ਇਹਦੇ ਨਾਲ ज़्यादा। सब गल आप करता अपने कंट्रोल च, ਇਹਦੇ च ਇਹਨੂੰ ज्ञान है, मंत्री ਨੂੰ कोई ज्ञान नहीं। मंत्री इन्ने देशों का राजा होवे, मंत्री की कर लूगा? सारिਆਂ ਨੂੰ अटेंड करना उन्हें, सारिਆਂ ਦੀਆਂ ਗੱਲਾਂ तकलीफां सुननियां ने, मंत्री को इन्ना टाइम कित्थे हुंदा? पर वो सारे पक्षां की निगाह रखता कल्ला ही। ਜਿਉ ਜਬੈ ਨਿਰਪ ਉਚਰਿਓ ਤਬ ਮੰਤਰੀ ਬੜ ਸੁਣ ਬੈਨ। जब राजे ने गल्लां कहियां नर और मंत्री ने सुनिया यह गल्लां, ये वचन सुने, हाथ जोड़ सलाम कै निरप नीच कै जुग नैन। हाथ जोड़ के सलाम कर ली, किती उन्हें चुक गया मंत्री ने, बस अखा ही नीवियां कर गया। भी मैं जिहड़ा सवाल कीता सी, ये कीता सी भी तू ये ख्याल कर लिया अपना कि राज मेहदी अकल तेन पता की होगा, वो तू ये पहले इंतजाम करी बैठा है, तो मैं मंत्री काहदा रह गया? पागल तो मैं हाँ, मैनू पता ही नहीं है मेरे आले दुआले की है। तू इंतजाम करी बैठा, तो ऐलान बाद च कीता, इंतजाम पहले किया होया। मैनू नहीं कहा भी आपां ने आ काम करना, इंतजाम करो,
ਇੰਤਜ਼ਾਮ ਮੇਤੇ ਬਿਨਾਂ ਹੀ ਕਰਿਆ ਹੋਇਆ, ਮੈਨੂੰ ਪਤਾ ਵੀ ਨਹੀਂ ਇੰਤਜ਼ਾਮ ਹੋਇਆ ਹੋਇਆ। ਮੰਤਰੀ ਨੂੰ ਨਾ ਪਤਾ ਹੋਵੇ ਰਾਜੇ ਦੇ ਕਿਸੇ ਕੰਮ ਦਾ ਹੋ ਨਹੀਂ ਸਕਦਾ। ਮੰਤਰੀ ਉਹਦਾ ਕੰਮ ਕਰਾਉਂਦੇ ਨੇ, ਮਿਨਿਸਟਰਾਂ ਜੋ ਕਰਨਾ ਹੈ ਅਫਸਰਾਂ ਤੋਂ ਕਰਾਉਂਦੇ ਨੇ ਕੰਮ। ਅਫਸਰੇ ਮੰਤਰੀ ਨੇ ਇਹਨਾਂ ਦੇ, ਇਹ ਮੰਤਰੀ ਕਾਹਦੇ ਨੇ? ਇਹਦਾ ਗੂਠਾ ਟੇਕ ਨੇ ਸਾਰੇ ਹੀ, ਇਹੀ ਕਰਾਉਂਦੇ ਨੇ ਕੰਮ ਸਾਰੇ, ਇਹੀ ਕਰਦੇ ਨੇ। ਕਰਾਉਂਦੇ ਕੀ ਨੇ? ਕਰਦੇ ਇਹ ਨੇ, ਇਹਨੂੰ ਤਾਂ ਦੱਸੀ ਜਾਂਦੇ ਨੇ ਵੀ ਆਹ ਕਰਤਾ, ਆਹ ਕਰਨਾ, ਆਹ ਕਰਨਾ, ਐ ਫੈਸਲੇ ਲੈਣੇ ਨੇ। ਹਾਂਜੀ। ਔਰ ਏਕ ਸੁਨੋ ਨਿਰਪੁੱਤਮ ਉਚਰੋ ਇੱਕ ਗਾਥ। और एक सुनो उत्तम निरपोतम उत्तम है सर्वश्रेष्ठ राजन। उचरो एक गाथ। मैं एक कहानी तुहानू सुनाउना, कथा सुनाउना। एक गाथ कहते ने, कथा कोई गल। जौन मद सुनी पुराणन और स्मृति साथ। मैं जो प्राण देखो, प्राण स्मृति की गल आउंदी है, वेद की नहीं गल आउंदी है। नुकते ने इत्थे पे ਜਿਹੜੀ ਗਾਥਾ ਹੈ ਵੇਦਾਂ ਦੀ ਨਹੀਂ, वेदां दी नहीं गाथा है। ये सारियां जग जुग प्राण स्मृति की शरारत की हुई है। ये मनु की शरारत है सारी। जिहड़ा मनु राज होया ना, ਉਹਦੇ ਵਿੱਚ ने सब कुछ होया है। किस तरीके नाल राजा नूं बेवकूफ बना के सब कुछ फेर लै लेना इन्हां ते लड़ा के। ये मनु दी है सारी शरारत। किसी वक्त जे साडा राज चला जावे, मनु खुद राजा है, ब्राह्मण है, जे राज चलिया जावे, छतरियां को आ जाए, छतरी कहते लड़ते असी हाँ, मरते असी हाँ, राजे फरीदे ने। तो इन्हों किवें काबू रखना, पहले ही उन्होंने वो प्लान किया है। हिंदुस्तान को आज़ादी देने तो पहले ही अंग्रेजों को पता थी इन्होंने काबू किवें रखना। बड़े बड़े राजे आपे फड़े हुए थे पहले ही। जवाहरलाल पहले ही उन्होंने काबू सी, उसनूं प्राइम मिनिस्टर बनाया। जिवें वो कहते थे करता सी। उन्होंने कहा इन्हें आ जिहड़ा सीज फायर कराता, उन्होंने कहे थे सीज फायर कराता। उत्थे कश्मीर च हुण तक स्यापा खड़ा है, हत्थ सी उन्होंने। सियाणे बंदे हत्थ च रखते हुंदे ने, वो सियाणे सी, पढ़े लिखे सी। हाँ। जौन मद सुनी पुराणन और स्मृति साथ। स्मृति में और पुराणा जो जिवें मैं सुनी है गल गाथा, वो मैं दसन लग्या तैनूं। मंत्री बाज रुआल छंद और जो सब देश के निरप जीतिए सुन भूप। होर देसां दे जिहड़े भूप ने जिते हुए तेरे, ये तो हैगे ही हैगे ने। ये जिहड़े जिते ने इन्हां तों पुछ लै कि होर तां नहीं कोई रह गया। जे कोई भूप रह गया होया ना जितन ते, जो होर आपां नूं ना पता होवे, इन्हां चों किसी ने कहता तो गवांढी होऊगा ही। अपने गवांढी राजे का पता हुंदा, ये नहीं जित्या गया, आपां नूं नहीं पता हैगा। फिर वो यज्ञ पूरा नहीं होना तेरा जे कोई रह गया राजा। जे कोई राजा रह गया। सब कुछ हुंदे होए भी जे कोई राजा धरती ते रह गया होर, वो यज्ञ च नहीं आया, वो बराबर पहला राजा है तेरे। इक्को ही राजा नहीं रहा, तू राजे दो हो गए। फिर हो सकता दो रह गए हुण, फिर यज्ञ नहीं मन्निया नहीं जाना, उस पूर्ण नहीं होना यज्ञ तेरा। हाँ जी। परण रूप पवित्र गात अपवित्र हरण स्वरूप। परमगात, परम रूप पवित्र गात। परम रूप पवित्र गात है तू, पवित्र शरीर वाला है, परम रूप है तू, तेरी बुद्धि बहुत अच्छी है, ये मानते हैं। अपवित्र हरण स्वरूप, अपवित्र हरण स्वरूप हो जूगा हो। फिर ये जड़ा मतलब है वो दाग हो जूगा हो, जे राजा रह गया, बुद्धि की कमी मनी जाऊगी। हो बुद्धवान मन्या जाएगा तू, ठीक है। जे सारे राजे तो जित ले, बुद्धि के बिना नहीं जिती जाती कोई जंग, अकल के बिना कोई लड़ाई नहीं जित होंदी। जिते हुए लड़ाइयां हारते रहे ने अकल तो बिना। और लड़ाई हारी हुई जितते रहे ने अकल लड़े। अकल ने फौजा ने नहीं लड़ाई जित होंदी, कली कलियां फौजा नाल लड़ाई नहीं जित होंदी, अकल नाल जित होंदी लड़ाई। हाँ अकल होवे नाल, फौजा भी नाल होण,
ਫੌਜਾਂ ਦੀ ਕਮੀ ਅਕਲ ਦੀ ਕਮੀ ਨੂੰ ਨਹੀਂ ਪੂਰਾ ਕਰ ਸਕਦੀਆਂ। ਅਕਲ ਦੀ ਕਮੀ ਫੌਜ ਦੀ ਕਮੀ ਨੂੰ ਪੂਰਾ ਕਰ ਦਿੰਦੀ ਹੈ। ਕਰਨਾਟਕ ਦੀ ਲੜਾਈ ਦੇ ਵਿੱਚ ਕਲਾਈਵ ਇੱਕ ਹੋਇਆ ਅੰਗਰੇਜ਼ਾਂ ਦਾ ਕਮਾਂਡਰ ਫੌਜਾਂ ਦਾ। ਉਹ ਜਦੋਂ ਅੰਗਰੇਜ਼ਾਂ ਦੀ ਫਰਾਂਸੀਸੀਆਂ ਦੀ ਲੜਾਈ ਹੋਈ ਹੈ, ਇੱਕ 16ਵੀਂ ਸਦੀ ਦੀ ਗੱਲ ਹੋਊ, ਉਦੋਂ ਅੰਗਰੇਜ਼ ਹਾਰ ਜਾਂਦੇ। ਉਦੋਂ ਉਹ ਅੰਗਰੇਜ਼ ਹਾਰ ਜਾਂਦੇ, ਹਿੰਦੁਸਤਾਨ 'ਚ ਫਰਾਂਸੀਸੀ ਰਹਿ ਜਾਂਦੇ। ਕਲਾਈਵ ਸੀ ਇਹਨਾਂ ਦਾ ਜਰਨੈਲ। ਅਰਕਾਟ ਇੱਕ ਸ਼ਹਿਰ ਸੀ, ਇੱਥੇ ਰਾਜਧਾਨੀ ਸੀ ਫਰਾਂਸੀਸੀਆਂ ਦੀ ਦੱਖਣ 'ਚ। ਇਹ ਬੰਬਈ ਸੀ ਅੰਗਰੇਜ਼, ਉਹ ਪੂਨਾ ਸੀਗੇ। ਪੂਨਾ 'ਚ ਫਰਾਂਸੀਸੀ ਸੀ ਤੇ ਅੰਗਰੇਜ਼ ਬੰਬਈ ਸੀ। ਉਹਨੇ ਕਿਹਾ ਵੀ ਆਪਾਂ ਹਾਰ ਜਾਣਾ, ਅੱਜ ਆਪਣੇ ਕੋਲ ਕਮੀ ਹੈ, ਹਥਿਆਰਾਂ ਦੀ ਵੀ ਕਮੀ ਹੈ, ਫੌਜ ਦੀ ਵੀ ਕਮੀ ਹੈ। ਫਿਰ ਕੀ ਕੀਤਾ? ਕਹਿੰਦਾ ਆਪਾਂ ਅੱਜ ਮੈਦਾਨ 'ਚ ਨਹੀਂ ਜਾਓ, ਇਹਨਾਂ ਦੀ ਰਾਜਧਾਨੀ 'ਤੇ ਹਮਲਾ ਕਰ ਦਿਓ ਜਾ ਕੇ। ਉਹਨਾਂ ਨੇ ਹਮਲਾ ਰਾਜਧਾਨੀ 'ਤੇ ਕਰਤਾ, ਮੈਦਾਨ 'ਚ ਨਹੀਂ ਗਏ। ਉਹ ਰਾਜਧਾਨੀ ਖਾਲੀ ਹੁੰਦੀ ਹੈ। ਉਹਨਾਂ ਨੇ ਦੇਖਿਆ ਮੈਦਾਨ 'ਚ ਨਹੀਂ ਆਏ, ਕਿੱਧਰ ਗਏ? ਰਾਜਧਾਨੀ ਵੱਲ ਚਲੇ ਗਏ। ਉਹ ਰਾਜਧਾਨੀ ਬਚਾਉਣ ਚਲੇ ਗਏ ਆਪਣੀ। ਜਾਣਾ ਹੀ ਸੀ ਨਾ, ਉਦੋਂ ਲੜਾਈ ਨਹੀਂ ਹੋ ਸਕੀ। ਉਹ ਰਾਜਧਾਨੀ ਬਚਾਉਣ ਗਏ, ਉਹ ਵਾਪਸ ਆ ਗਏ ਮੈਦਾਨ 'ਚ। ਦੂਏ ਦਿਨ 2 ਦਿਨ ਲੰਘ ਗਏ, ਜਾਨੂੰ ਉਹਨਾਂ ਦੇ ਜਹਾਜ਼ ਆ ਗਏ। ਰਾਹ 'ਚ ਆਉਂਦੀ ਸੀ ਜਿਹੜੀ ਫੋਰਸ। ਸਿਰਫ 2 ਦਿਨ ਲੜਾਈ ਟਾਲਣ ਨੂੰ ਕੀਤਾ ਸੀ ਉਹਨੇ, ਬੁੱਧੀ ਤੋਂ ਕੰਮ ਲਿਆ, ਲੜਾਈ ਜਿੱਤ ਗਿਆ। ਅਕਲ ਦਾ ਜਿਹੜਾ ਕੰਮ ਉਹ ਹੋ ਰਿਹਾ ਹੈ, ਫੌਜ ਦੀ ਕਮੀ ਨੂੰ ਅਕਲ ਦੀ ਕਮੀ ਨੇ ਪੂਰਾ ਕਰ ਲਿਆ। 2 ਦਿਨ ਲੜਾਈ ਹੋਣ ਤੇ ਟਾਲਤੀ। ਹਿਸਟਰੀ 'ਚ ਲਿਖਿਆ ਹੋਇਆ ਹੈ ਕਿ ਲੜਾਈ ਜਿੱਤੀ ਅੰਗਰੇਜ਼ਾਂ ਨੇ। ਔਰ ਹਿੰਦੁਸਤਾਨ 'ਚ ਅੰਗਰੇਜ਼ਾਂ ਦਾ ਰਾਜ ਹੋਇਆ, ਫਰਾਂਸੀਸੀਆਂ ਦਾ ਬਿਸਤਰਾ ਬੋਰੀਆ ਬੰਨ ਕੇ ਤੌਰ ਤੇ ਜਦੇ। ਉਸ ਲੜਾਈ ਵਿੱਚ ਫਰਾਂਸੀਸੀਆਂ ਨੂੰ ਹਾਰ ਆਈ ਔਰ ਬਿਸਤਰਾ ਬੋਰੀਆ ਉਹਨਾਂ ਦਾ ਫਰਾਂਸ ਪਹੁੰਚ ਗਿਆ। ਹਾਲਾਂਕਿ ਫਰਾਂਸੀਸੀ ਇੱਥੇ ਮਜ਼ਬੂਤ ਸੀ ਹਿੰਦੁਸਤਾਨ 'ਚ, ਉਹਨਾਂ ਨੂੰ ਅੰਗਰੇਜ਼ਾਂ ਨੂੰ ਜ਼ਿਆਦਾ, ਲੇਕਿਨ ਅਕਲ ਉਹਨਾਂ 'ਚ ਜ਼ਿਆਦਾ ਸੀ। ਉਸ ਵੇਲੇ ਦਾ ਕਮਾਂਡਰ ਅਕਲਮੰਦ ਸੀ ਉਹਨਾਂ ਦਾ। ਅਕਲ ਦੇ ਜ਼ੋਰ 'ਤੇ ਰਾਜ ਕੀਤਾ ਅੰਗਰੇਜ਼ਾਂ ਨੇ, ਆਦਮੀ ਦੇ ਫੌਜਾਂ ਦੇ ਜ਼ੋਰ 'ਤੇ ਰਾਜ ਨਹੀਂ ਕੀਤਾ। ਫੌਜਾਂ ਹਿੰਦੁਸਤਾਨ ਦੀਆਂ ਹੀ ਸੀਆਂ, ਫੌਜਾਂ ਦੂਏ ਮੁਲਕਾਂ ਦੀਆਂ ਸੀਆਂ ਜ਼ਿਆਦਾ, ਅਕਲ ਉਹਨਾਂ ਕੋਲ ਜ਼ਿਆਦਾ ਸੀ। ਅਕਲ ਰਾਜ ਕਰਦੀ ਹੈ। ਅਕਲ ਸਭ ਤੋਂ ਸ਼ਕਤੀਸ਼ਾਲੀ ਚੀਜ਼ ਹੈ ਦੁਨੀਆ ਦੇ ਵਿੱਚ। ਹਾਂਜੀ। ਐਸ ਜੋ ਸੁਨ ਭੂਪ ਭੂਪਤੀ ਪੁੱਛਿਆ ਤਿਹ ਗਾਥ। ਐਸੋ ਐਸ ਜੋ ਸੁਨ ਭੂਪ, ਹਾਂ, ਐਸੀਆਂ ਗੱਲਾਂ ਸੁਣ ਕੇ ਭੂਪ ਰਾਜੇ ਨੇ ਭੂਪਤੀ ਪੁੱਛਿਆ ਤਿਹ ਗਾਥ। ਉਹਨੂੰ ਪੁੱਛਿਆ, ਮੰਤਰੀ ਨੂੰ ਪੁੱਛਿਆ, ਹਾਂ, ਪੂਛ ਆਓ ਸਭੇ ਨਿਰਪਾਲਨ ਹੋ ਕਹੋ ਤੋ ਸਾਥ। ਤੂੰ ਐ ਕਰ, ਤੂੰ ਜਾ ਕੇ ਰਾਜਾ ਨੂੰ ਪੁੱਛਿਆ ਵੀ ਕੋਈ ਰਹਿ ਤਾਂ ਨਹੀਂ ਗਿਆ, ਕਿਉਂਕਿ ਇਹ ਕੰਮ ਤਾਂ ਤੂੰ ਉਹਨੇ ਕਿਸੇ ਤੇ ਕਰਾਉਣਾ। ਰਾਜੇ ਨੇ ਆਪ ਕਾਹਦੇ ਜਾਵੇ ਪੁੱਛਣ ਵੀ ਤੂੰ ਕਿਸ ਮਰਜ਼ੀ ਦੀ ਦਵਾਲੇ ਤੇ ਤੂੰ ਕੀ ਕਰਾਉਣਾ? ਜਾ ਕੇ ਪੁੱਛਿਆ। ਇਹ ਗੱਲ ਤੇਰੀ ਠੀਕ ਹੈ, ਜਾ ਕੇ ਪੁੱਛ ਕੇ ਉਹਨੂੰ, ਤੂੰ ਪੁੱਛ ਕੇ ਜਾ ਕੇ ਇਨਕੁਆਇਰੀ ਕਰਿਆ ਵੀ ਭਾਈ ਦੱਸੋ ਜੇ ਕੋਈ ਰਹਿ ਗਿਆ। ਰਾਜਾ ਆਪਾਂ ਫਿਰ ਪਿੱਛੋਂ ਸ਼ੁਰੂ ਕਰ ਦਿੰਦੇ ਹਾਂ, ਇਹ ਤਾਂ ਕੋਈ ਖਾਸ ਗੱਲ ਨਹੀਂ ਹੈ। ਇਹ ਤਾਂ ਕੋਈ ਗੱਲ ਨਹੀਂ, ਜੇ ਕੋਈ ਰਹਿ ਗਿਆ ਤਾਂ ਉਹਨੂੰ ਆਪਾਂ ਫੜ ਲਿਆਉਂਦੇ ਹਾਂ, ਜਿੱਤ ਲੈਂਦੇ ਹਾਂ, ਆਪਣੇ ਮੁਤਹਿਦ ਕਰ ਲੈਂਦੇ ਹਾਂ, ਉਹ ਤੋਂ ਬਾਅਦ ਸ਼ੁਰੂ ਕਰ ਦਾਂਗੇ ਜੰਗ। ਜਾਂ ਰਾਜਾ ਜਾ ਕੇ ਪੁੱਛਿਆ, ਤੂੰ ਪੁੱਛਿਆ। ਉਹਦੀ ਡਿਊਟੀ, ਮੰਤਰੀ ਦੀ ਹੀ ਡਿਊਟੀ ਲਾਤੀ ਪੁੱਛਣ ਦੀ। ਰੁਆਲ ਜੋ ਕਹੇ ਜਬ ਬੈਨ ਭੂਪਤੀ ਮੰਤਰ ਬਲ ਸੁਣ ਧਾਏ। ਬਸ ਜਦ ਭੂਪ ਰਾਜਾ ਨੇ ਗੱਲ ਕਹੀ, ਮੰਤਰੀ ਉੱਠ ਕੇ ਚਲਾ ਗਿਆ। ਮੰਤਰੀ ਉੱਠ ਕੇ ਉੱਥੇ ਚਲਾ ਗਿਆ ਜਿੱਥੇ ਰਾਜੇ ਕੈਦ ਸੀਗੇ। ਕੈਦ ਕਿਹੜਾ ਉਹ ਮਕਾਨ 'ਚ ਸੀ, ਕੀਤੇ ਹੋਏ ਖੁੱਲੇ ਏਰੀਏ 'ਚ ਹੁਣੇ ਨੇ ਤੰਬੂ ਲਾ ਕੇ ਆਲੇ ਦੁਆਲੇ ਕੋਈ ਤਾਰ ਤੂਰ ਲਾਤੀ ਹੋ, ਬਾਉਂਡਰੀ ਲਾ ਕੇ ਪਹਿਰੇ ਕਢਾਤੇ ਹੋਣੇ ਨੇ, ਕੋਈ ਬਾਹਰ ਨਾ ਜਾਵੇ। 5 ਲੱਖ ਬੁਲਾਏ ਭੂਪਤ ਪੂਛ ਸਰਬ ਬੁਲਾਏ। 5 ਲੱਖ ਬੁਲਾਏ ਭੂਪਤ। 5 ਲੱਖ ਰਾਜੇ ਸੀ ਟੋਟਲ, ਜੀ ਚੋਂ 1 ਲੱਖ ਰਾਜੇ ਦੀ ਬਲੀ ਦੇਣੀ ਸੀ। ਕੁੱਲ ਟੋਟਲ 5 ਲੱਖ ਸੀ। ਉਹ ਬੁਲਾ ਲਏ, ਪੂਛ ਸਰਬ ਬੁਲਾਏ। ਉਹਨਾਂ ਨੂੰ ਪੁੱਛਿਆ, ਕੱਲੇ ਨੂੰ ਬੁਲਾ ਕੇ, ਉਹਨੇ ਸਾਰਿਆਂ ਨੂੰ ਕੱਲੇ ਨੂੰ ਬੁਲਾ ਕੇ ਪੁੱਛਣਾ ਸੀ।
ਹਾਂ और सातहूँ लोक भीतर देह और बताए। ਸੱਤਾਂ ਹੀ ਲੋਕਾਂ ਦੇ ਵਿੱਚ ਸਾਰੀ ਦੁਨੀਆ ਚ ਐਂ ਕਹ ਲਓ ਅਸਲ ਦੇ ਵਿੱਚ ਇਹ ਜਿਹੜੇ ਬਰੇ ਆਦਮ ਜਿਹਨੂੰ ਆਪਾਂ ਕਹਿੰਦੇ ਨੇ, ਮਹਾਂਦੀਪ ਜਿਹਨੂੰ ਕਹਿੰਦੇ ਆ, ਇਹਨਾਂ ਨੂੰ ਕਹਿੰਦੇ ਹੁਣੇ ਲੋਕ ਇਹ ਉਦੋਂ ਆਪਣੇ ਜਿਵੇਂ ਯੂਰਪ ਹੈ, ਏਸ਼ੀਆ ਹੈ, ਅਮਰੀਕਾ ਦੇ 2 ਬਰੇ ਆਦਮ ਨੇ, ਇਸ ਤਰੀਕੇ ਨਾਲ 7 ਹੋਣੇ ਨੇ। ਇਹ ਵਿਚਾਲੇ ਸਮੁੰਦਰ ਪੈਂਦਾ ਹੋਊਗਾ ਵੀ ਇਹ ਸਾਰੇ ਏਰੀਏ ਦੇ ਵਿੱਚ ਕੋਈ ਰਹਿ ਤਾਂ ਨਹੀਂ ਗਿਆ। ਜੌਣ ਜੌਣ ਨਾ ਜੀਤਿਆ ਨਿਪਰੋਸ ਕੈ ਨਿਰਪਰਾਏ। ਜਿਹੜਾ ਕੋਈ ਰਾਜਾ ਨਹੀਂ ਜਿੱਤਿਆ ਗਿਆ ਸਾਤੇ ਔਰ ਸਾਡੇ ਨਾਲ ਉਹ ਆਕੀ ਹੋਇਆ ਬੈਠਾ ਹੈ, ਉਹ ਕੋਈ ਦੱਸੋ। ਉਹ ਬੈਠਾ ਹੈ ਹੁਣ ਵੀ ਸਾਡੇ ਮੁਕਾਬਲੇ ਤੇ, ਸਾਤੋਂ ਆਕੀ ਹੈ, ਸਹਿਮਤ ਨਹੀਂ, ਆਪਣੇ ਘਰ ਬੈਠਾ, ਉਹ ਕੋਈ ਦੱਸੋ ਸਾਨੂੰ। ਤੁਹਾਡੇ ਗਵਾਂਢ ਚ ਹੋਊ, ਕਿਉਂਕਿ ਨਾਲ ਦੇ ਨਾਲ ਲੱਗਦਾ ਚਲਾ ਜਾਂਦਾ ਨਾ। ਰੁਆਲ ਦੇਗ ਦੇਗ ਰਹੇ ਸਭੈ ਤਰਕੋ ਨਾ ਦੇਦ ਵਿਚਾਰ। ਸਾਰੇ ਦੇਖਦੇ ਨੇ, ਕੋਈ ਮਤਲਬ ਹੈ ਆਪਣੀ ਨਿਗਾਹ ਮਾਰਦੇ ਨੇ, ਸਭ ਦੇ ਆਸ ਪੜੋਸ ਦੇ ਸਾਰੇ ਉੱਥੇ ਬੈਠੇ ਹੀ ਨੇ, ਕੋਈ ਵਿਚਾਰ ਨਹੀਂ ਦੇ ਰਿਹਾ, ਕੋਈ ਇਹ ਨਹੀਂ ਕਹਿ ਰਿਹਾ ਵੀ ਕੋਈ ਰਹਿ ਗਿਆ, ਕਿਸੇ ਨੇ ਨਹੀਂ ਕਿਹਾ ਕੋਈ ਰਹਿ ਗਿਆ, ਚੁੱਪ ਨੇ ਸਾਰੇ, ਚੁੱਪ ਨੇ। ਐਸ ਕੌਣ ਰਹਾ ਧਰਾ ਪਰ ਦੇ ਤਾਹੇ ਉਚਾਰ। ਐਸਾ ਕੋਈ ਰਿਹਾ ਹੀ ਨਹੀਂ, ਦੱਸੇ ਕਿਵੇਂ, ਕੀ ਉਚਾਰਨ ਕਰੇ। ਕਹਿੰਦਾ ਐਸਾ ਕੋਈ ਹੈ ਨਹੀਂ ਰਾਜਾ, ਹੁਣ ਰਿਹਾ ਤਾਂ ਹੈ ਨਹੀਂ ਕੋਈ, ਸਾਰੇ ਦਾ ਜਿੱਤ ਲੈ, ਕਿਹਨੂੰ ਦਸੀਏ ਅਸੀਂ, ਨਹੀਂ ਹੈ ਕੋਈ। ਏਕ ਏਕ ਬੁਲਾਏ ਭੂਪਤ ਪੂਜ ਸਰਬ ਬੁਲਾਏ। ਕੱਲਾ ਕੱਲਾ ਸੱਦੀ ਗਿਆ ਫਿਰ ਰਾਜਾ ਉੱਥੇ, ਉਹਨਾਂ ਨੂੰ ਸਾਰੇ ਬੁਲਾ ਕੇ ਆਪ ਤਸੱਲੀ ਕਰੀ ਉਹਨੇ। ਉਹ ਅਜੀਤ ਰਹਾ ਨਹੀਂ ਜੇ ਠੌਰ ਦਿਓ ਬਤਾਏ। ਕੋਈ ਕਹਿੰਦੇ ਜਿੱਤਣ ਵਾਲਾ ਨਹੀਂ ਰਿਹਾ, ਜਿੱਥੇ ਤੱਕ ਸਾਨੂੰ ਸਮਝ ਆ, ਕੱਲੇ ਕੱਲੇ ਨੇ ਕਿਹਾ ਵੀ ਜੇ ਤੱਕ ਸਾਨੂੰ ਪਤਾ ਹੈ ਕੋਈ ਨਹੀਂ ਰਿਹਾ ਜਿੱਤਣ ਵਾਲਾ, ਜੇ ਕੋਈ ਹੁੰਦਾ ਅਸੀਂ ਦੱਸ ਦਿੰਦੇ। ਹਾਂ ਏਕ ਨਿਰਪਬਾਜ ਹਾਂ ਰੁਆਲ ਛੰਦ। ਹਾਂ ਏਕ ਭੂਪਤ ਉਚਰੋ ਸੁਣ ਲਿਓ ਰਾਜਾ ਬੈਨ। ਇੱਕ ਰਾਜਾ ਸੀ ਉਹਨੇ ਚ ਸਿਆਣਾ, ਉਹਨੇ ਕਹਾ ਵੀ ਰਾਜਾ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਕੁਝ ਦੱਸਣ ਲੱਗਾ। ਹਾਂ ਜਾਨ ਮਾਫ ਕਰੋ ਕਹੋ ਤਬ ਰਾਜ ਰਾਜ ਸੁਨੈਨ। ਜੇ ਮੇਰੀ ਜਾਨ ਬਖਸ਼ੀ ਕਰੇ ਮੈਂ ਤਾਂ ਦੱਸੂ, ਪਰ ਗੱਲ ਹੈਗਾ ਇੱਕ ਰਾਜਾ ਜ਼ਰੂਰ, ਜੇ ਤੂੰ ਮੈਨੂੰ ਗੁੱਸਾ ਨਾ ਕਰੇ ਮੇਰੀ ਗੱਲ ਦਾ ਤਾਂ ਦੱਸੂਗਾ, ਪਰ ਮੈਂ ਕਹਿੰਦਾ ਉਹ ਆਕੀ ਹੈ, ਤੂੰ ਕਹੇ ਵੀ ਤੂੰ ਐਵੇਂ ਉਹਦਾ ਗੁੱਸਾ ਕਰ ਜਾਵੇ, ਫਿਰ ਤੂੰ ਕਹੇ ਇਹਨੂੰ ਪਹਿਲਾਂ ਫਾਹੇ ਲਾਓ, ਜੇ ਤਾਂ ਗੁੱਸਾ ਕਰਨਾ ਫਿਰ ਨਹੀਂ ਮੈਂ ਦੱਸਦਾ। ਜੇ ਗੁੱਸਾ ਨਾ ਕਰੇ, ਜਾਨ ਬਖਸ਼ੀ ਕਰੇ, ਉਹ ਗੁੱਸਾ ਜਾਨ ਲੈਣਾ ਹੀ ਹੁੰਦਾ, ਰਾਜੇ ਦਾ ਗੁੱਸਾ ਹੋਰ ਕੀ ਹੁੰਦਾ। ਜਾਨ ਬਖਸ਼ੀ ਦਾ ਮਤਲਬ ਹੈ ਗੁੱਸਾ ਨਾ ਕਰੇ, ਗੁੱਸਾ ਨਾ ਕਰੇ ਨਹੀਂ ਕਹਿੰਦੇ ਹੁੰਦੇ, ਜਾਨ ਬਖਸ਼ੀ ਕਹਿੰਦੇ ਹੁੰਦੇ ਨੇ ਰਾਜਾ ਨੂੰ। ਹਾਂ ਏਕ ਹੈ ਮੁਨ ਸਿੰਧ ਮੈਂ ਔਰ ਮੱਚ ਕੇ ਉਰਮਾਹੇ। ਇੱਕ ਕਹਿੰਦੇ ਸਮੁੰਦਰ ਦੇ ਵਿੱਚ ਹੈ ਰਾਜਾ, ਪਾਣੀ 'ਚ ਹੈ ਰਾਜਾ, ਉਹ ਪਤਾਲ ਦਾ ਰਾਜਾ ਹੈ, ਉਹ ਮੱਛ ਦੇ ਪੇਟ 'ਚ ਹੈ, ਮੱਛ ਹੈ ਨਾ ਜਿਹੜਾ ਉਹਦੇ ਪੇਟ 'ਚ ਉਹ ਹੈਗਾ। ਹੁਣ ਤੈਂ ਮੰਨਣੀ ਨਹੀਂ ਇਹ ਗੱਲ, ਜੇ ਨਾ ਮੰਨੇਗਾ ਫਿਰ ਉਹ ਗੁੱਸਾ ਹੈ, ਫਿਰ ਜਾਨ ਬਖਸ਼ੀ ਕਰੇਗਾ, ਮੇਰੀ ਜਾਨ ਲਏਗਾ। ਤਾਂ ਉਹਨੇ ਕਿਹਾ ਸੀ ਮੱਛ ਦੇ ਪੇਟ 'ਚ ਇੱਕ ਰਾਜਾ, ਸਮੁੰਦਰ ਦੇ ਵਿੱਚ ਹੈ, ਸਿੰਧ ਵਿੱਚ ਹੈ, ਸਿੰਧ ਸਮੁੰਦਰ ਨੂੰ ਕਹਿੰਦੇ ਨੇ। ਮੋਹੇ ਰਾਵ ਵਿਵੇਕ ਭਾਖੋ ਤਾਹੇ ਭੂਪਤ ਨਾਹੇ। ਮੋਹੇ ਮੋਹੇ ਰਾਵ ਵਿਵੇਕ ਭਾਖੋ ਹਾਂ ਮੁਕਤ ਹਾਂ, ਪਹਿਲਾ ਉਹਦਾ ਨਾਮ ਵਿਵੇਕ ਹੈ, ਵਿਵੇਕ ਹੈ ਉਹਦਾ ਨਾਮ, ਰਾਜੇ ਦਾ ਨਾਮ ਵੀ ਦੱਸਦਾ। ਤਾਹੇ ਭੂਪਤ ਨਾਹੇ, ਤਾਹੀ ਭੂਪਤ ਨਾਹੇ। ਹਾਂ ਐਸਾ ਭੂਪਤ ਨਹੀਂ ਹੋਰ ਕੋਈ, ਉਹ ਹੋਰ ਕਿਸਮ ਦਾ ਭੂਪਤ ਹੈ, ਰਾਜਾ ਹੈ, ਉਹ ਵਿਵੇਕ ਹੈ। ਪਰ ਉਹ ਹੁਕਮ ਚੱਲਦਾ ਨਾ, ਕਈ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨਾਮ ਵਿਵੇਕੋ। ਉਹ ਜਿਹਦਾ ਹੁਕਮ ਸੰਸਾਰ 'ਚ ਚੱਲਦਾ, ਉਹਦਾ ਕਹਿਣ ਦਾ ਮਤਲਬ ਤੀ ਹੋਰੀ ਤੇ ਜਿੱਤਿਆ ਗਿਆ ਜੋ। ਰੁਵਾਲ ਏਕ ਦਿਓਸ ਜਟ ਤਰੀ
ਨਿਰਪਕੀਨ ਛੀਨ ਪਰਵੇਸ। ਇੱਕ ਦਿਵਸ ਜਟ ਧਰੀ ਨਿਰਪਕੀਨ ਛੀਰ ਪਰਵੇਸ। ਲਪਕੀਨ ਛੀਨ ਪਰਵੇਸ਼। ਇੱਕ ਦਿਨ ਛੀਰ ਹਾਂਜੀ। ਖੀਰ ਸਾਗਰ ਚ ਇੱਕ ਦਿਨ ਉਹ ਰਾਜਾ ਵੜ ਗਿਆ ਸੀ। ਉਹ ਖੀਰ ਸਾਗਰ ਚ ਵੜ ਗਿਆ ਸੀ ਇੱਕ ਦਿਨ ਉਹ ਰਾਜਾ। ਇੱਕ ਦਿਵਸ ਜਟ ਧਰੀ ਨਿਰਪਕੀਨ। ਜੱਟ ਧਰੀ ਰਾਜੇ ਨੂੰ ਕਹਿੰਦੇ ਨੇ ਨਾ, ਜਟਾਂ ਵਾਲਾ ਰਾਜਾ ਹੈ ਉਹ, ਜੱਟ ਧਰੀ ਹੈ ਉਹ। ਖੀਰ ਸਾਗਰ ਹੈ, ਖੀਰ ਸਾਗਰ ਦੁੱਧ ਦੇ ਸਮੁੰਦਰ ਨੂੰ ਕਹਿੰਦੇ ਨੇ। ਖੀਰ ਸਾਗਰ ਚ ਕਹਿੰਦੇ ਵੜ ਗਿਆ ਸੀ ਉਹ। ਚਿੱਤਰ ਰੂਪ ਹੁਤੀ ਤਹਾਂ ਇੱਕ ਨਾਰ ਨਾਗਰ ਭੇਸ। ਇੱਕ ਨਾਰ ਨਾਗਰ ਭੇਸ ਚ ਸੀ ਆਦਮੀ ਦੇ ਰੂਪ ਚ। ਉੱਥੇ ਸੀ ਚਿੱਤਰ ਰੂਪ ਉਹਦਾ ਨੂੰ, ਉਹਦੇ ਵਿੱਚ ਸਾਗਰ ਦੇ ਵਿੱਚ। ਤਾਸ ਦੇਖਸ ਵੇਸ ਕੋ ਗਿਰਬਿੰਦ ਸਿੰਧ ਮਝਾਰ। ਉਹਨੂੰ ਦੇਖ ਕੇ ਉਹਦਾ ਬਿੰਦ ਜਿਹੜਾ ਸੀ ਵੀਰਜ ਕਹਿੰਦੇ ਸਮੁੰਦਰ ਚ ਗਿਰ ਗਿਆ ਰਾਜੇ ਦਾ। ਕੋਈ ਰਾਜਾ ਸੀ ਉਹ, ਕਿਵੇਂ ਉਹ ਜਿਹੜਾ ਮੱਛੀ ਦੇ ਪੇਟ ਚ ਰਾਜਾ ਕਿਵੇਂ ਪੈਦਾ ਹੋਇਆ? ਉਹ ਰਾਜੇ ਦਾ ਪੁੱਤਰ ਰਾਜਾ ਹੈ। ਕਹਿੰਦੇ ਇੱਕ ਦਿਨ ਉਹਨੇ ਫਿਰ ਦੱਸਣਾ ਸੀ ਨਾ ਵੀ ਉਹ ਮੱਛੀ ਦੇ ਪੇਟ ਚ ਕਿਵੇਂ ਹੈ ਅਸਲ ਦੇ ਵਿੱਚ। ਤਾਸ ਦੇਖਸ ਵੇਸ ਕੋ, ਇਹ ਉਹਨੇ ਗੱਲ ਬਣਾਈ ਆ ਕੋਲੋਂ। ਸਿਆਣਾ ਸੀ ਨਾ, ਹਾਂ, ਉਹਨੂੰ ਕਿਸੇ ਤਰੀਕੇ ਨਾਲ ਦੂਏ ਪਾਸੇ ਲਾਉਣਾ ਸੀ ਰਾਜੇ ਨੂੰ ਮੈਨੂੰ, ਕਿਉਂਕਿ ਉਹ ਇਹਦੇ ਨਾਲ ਸਿਆਣਾ ਸੀ ਅਸਲ 'ਚ। ਕਹਿ ਸਕਦਾ ਨਹੀਂ ਸੀ, ਸੰਸਾਰੀ ਪਾਵਰ ਘੱਟ ਸੀ, ਸ਼ਕਤੀ ਘੱਟ ਸੀ। ਨੌਵੇਂ ਪਾਤਸ਼ਾਹ ਕੋਲ ਸੰਸਾਰੀ ਸ਼ਕਤੀ ਘੱਟ ਹੈ, ਬੁੱਧ ਬਲ ਜ਼ਿਆਦਾ ਹੈ। ਔਰੰਗਜ਼ੇਬ ਨੂੰ ਸਾਰਿਆਂ ਨੂੰ ਜ਼ਿਆਦਾ। ਕੱਲਾ ਬੁੱਧ ਬਲ ਕੁਝ ਨਹੀਂ ਕਰਦਾ। ਫਿਰ ਇਹ ਸੰਸਾਰੀ ਪਾਵਰ ਨਹੀਂ ਹੁੰਦੀ, ਕੱਲਾ ਬੁੱਧ ਬਲ ਨਹੀਂ ਕਰਦਾ ਕੁਝ। ਹਾਂ, ਕੱਲਾ ਬੁੱਧ ਬਲ ਦਾ ਰਿਜ਼ਲਟ ਫਿਰ ਬਾਅਦ ਚ ਆਉਂਦਾ, ਫੌਰੀ ਤੌਰ ਤੇ ਨਹੀਂ ਉਹਦਾ ਰਿਜ਼ਲਟ ਆਉਂਦਾ। ਫੌਰੀ ਤੌਰ ਤੇ ਰਿਜ਼ਲਟ ਦੁਨਿਆਵੀ ਕੁਛ ਹੋਰ ਹੁੰਦਾ, ਕਿ ਦੁਨੀਆ ਦਾ ਉਹਨੇ ਤਿਆਗੀ ਹੋਈ ਹੁੰਦੀ ਹੈ ਨਾ, ਸੰਸਾਰੀ ਸ਼ਕਤੀਆਂ ਤੋਂ ਤਿਆਗ ਕੀਤਾ ਹੋਇਆ ਹੁੰਦਾ। ਤਾਸ ਦੇਖਸ ਵੇਸ ਕੋ ਗਿਰਬਿੰਦ ਸਿੰਧ ਮਝਾਰ। ਉਸ ਔਰਤ ਸੀ ਉੱਥੇ ਬਹੁਤ, ਉਹਦੇ ਵਿੱਚ ਸਮੁੰਦਰ ਚ ਦੇਖ ਕੇ ਉਹਦਾ ਵੀਰ ਉੱਥੇ ਗਿਰ ਗਿਆ ਰਾਜੇ ਦਾ। ਮੱਛੀ ਨੇ ਉਹਨੂੰ ਨਿਗਲ ਲਿਆ। ਇਹ ਕਹਿੰਦਾ ਮੱਛ ਪੇਟ ਮਛਿੰਦਰ ਜੋਗੀ ਬੈਠ ਹੈ ਨਿਰਪਬਾਰ। ਦੇਖੋ ਇਹ ਵੇਦ ਦੀ ਲਿਖੀ ਹੋਈ ਗੱਲ ਨਹੀਂ ਹੈ, ਇਹ ਤੇ ਸ਼ੰਕਾ ਨਹੀਂ ਕਰ ਸਕਦੇ ਸੀ। ਇਹ ਸਿਮਰਤ ਸ਼ਾਸਤਰਾਂ ਦੀ ਲਿਖੀ ਹੋਈ ਹੈ, ਗਾਥਾ ਹੈ। ਗਾਥਾ ਉਹਨੂੰ ਕਹਿੰਦੇ ਨੇ ਜਿਹੜੀ ਝੂਠੀ ਗੱਲ ਹੋਵੇ, ਪਰ ਹੋਵੇ ਗਿਆਨ ਦੇਣ ਵਾਲੀ। ਹਾਂ, ਇਹ ਗਾਥ ਹੈ, ਕਾਥ ਨਹੀਂ, ਕਥਾ। ਸਭ ਤੇ ਉੱਤਮ ਹਰ ਕੀ ਕਥਾ, ਉੱਤੇ ਕਥਾ ਹੈ। ਇਹ ਗਾਥਾ ਹੈ। ਗਾਥਾ ਹੁੰਦਾ ਕਾਲਪਨਿਕ ਗੱਲ। ਗਾਥਾ ਗੁੰਦ ਕੇ, ਐਵੇਂ ਗੁੰਦ ਕੇ ਇੱਕ ਗੱਲ ਕਰਤੀ, ਗੱਲ ਚ ਦਮ ਕੋਈ ਨਹੀਂ ਹੈ। ਉਹ ਤੈਨੂੰ ਇੱਕ ਝੂਠ ਨੂੰ ਸੱਚ ਬਣਾਇਆ ਹੋਇਆ, ਗੱਲ ਬਣਾ ਕੇ ਪੇਸ਼ ਕੀਤੀ ਹੋਈ, ਇਹਨੂੰ ਗਾਥਾ ਕਹਿੰਦੇ ਨੇ। ਇਹਦੇ ਵਿੱਚ ਗਾਥਾਵਾਂ ਨੇ ਸਾਰੀਆਂ ਸਿਮਰਤ ਸ਼ਾਸਤਰਾਂ ਚ। ਕਥਾ ਨਹੀਂ ਹੈ ਕੋਈ। ਕਥਾ ਗੁਰਬਾਣੀ ਚ ਹੈ, ਕਥਾ ਸੱਚੀ ਹੁੰਦੀ ਹੈ। ਕਥਾ ਔਰ ਗਾਥਾ ਚ ਕੀ ਫਰਕ ਹੈ? ਗਾਥਾ ਕਾਲਪਨਿਕ ਹੈ, ਸੋਚੀ ਹੋਈ ਗੱਲ ਹੈ। ਕਥਾ ਸਮਝੀ ਹੋਈ ਗੱਲ ਹੈ। ਜੋ ਸਮਝੀ ਹੋਈ ਗੱਲ ਕਹੀ ਹੈ ਉਹ ਕਥਾ ਹੈ, ਜੋ ਸੋਚੀ ਹੋਈ ਹੈ ਹਨੇਰੇ ਚੋਂ ਗਾਥਾ। ਖਿਆਲ ਹੈ ਉਹ ਜਿਹੜੇ ਇਹਨਾਂ ਦੇ ਹੁੰਦੇ ਨੇ ਨਾ ਕਵੀਆਂ ਦੇ ਖਿਆਲ, ਉਹ ਹੈ, ਉਹਦਾ ਆਪਣਾ ਖਿਆਲ ਹੈ, ਉਹਨੂੰ ਗਾਥਾ ਕਹਿੰਦੇ ਨੇ। ਮੱਛ ਪੇਟ ਮਛਿੰਦਰ ਜੋਗੀ ਬੈਠ ਹੈ ਨਿਰਪਬਾਰ। ਇਸ ਕਰਕੇ ਉਹ ਮਛਿੰਦਰ ਉੱਥੇ ਜਿਹੜਾ ਜੋਗੀ ਹੈ ਉਹ ਮੱਛ ਦੇ ਪੇਟ ਦੇ ਵਿੱਚ ਬੈਠਣ ਕਰਕੇ ਉਹਦਾ ਨਾਮ ਮਛਿੰਦਰ ਹੈ। ਉਹਦਾ ਨਾਮ ਮਛਿੰਦਰ ਹੈ। ਰੁਆਲ ਛੰਦ, ਮਛਿੰਦਰ ਨੂੰ ਤਾਂ ਕਹਿੰਦੇ ਮੱਛ ਦੇ ਜੋ ਪੇਟ 'ਚ ਹੈ। ਰੁਆਲ ਛੰਦ ਤਾਸ ਤੇ ਚੱਲ ਪੁੱਛੀ ਹੈ ਨਿਰਭ ਸਰਬ ਬਾਤ ਵਿਵੇਕ। ਉਹ ਵਿਵੇਕ ਹੈ ਉਹਦਾ ਨਾਮ। ਉਹਦੇ ਪੁੱਛਦੇ ਆਪਾਂ ਗੱਲ ਵੀ ਕੋਈ ਰਾਜਾ ਰਹਿ ਗਿਆ ਨਹੀਂ ਰਹਿ ਗਿਆ, ਉਹ ਦੱਸ ਸਕਦਾ ਹੈ। ਉਹਨੂੰ ਤਿੰਨ ਲੋਕ ਦਾ ਗਿਆਨ ਹੈ। ਕੋਈ ਐਸਾ ਦੇਸ਼ ਹੋਵੇ ਜਿਹਦਾ ਆਪਾਂ ਨੂੰ ਪਤਾ ਹੀ ਨਾ ਹੋਵੇ, ਅੱਡ ਹੋਵੇ ਕੋਈ ਟਾਪੂ ਸਮੁੰਦਰ ਦੇ ਵਿੱਚ, ਉੱਥੇ ਦਾ ਰਾਜਾ ਹੋਵੇ, ਉਹਨੂੰ ਸਾਰਾ ਹੀ ਪਤਾ ਵਿਵੇਕ ਨੂੰ। ਉਹਦੇ ਪੁੱਛੀਏ ਆਪਾਂ, ਉਹ ਦੱਸੂਗਾ ਕਿਹੜਾ ਰਾਜਾ ਰਹਿ ਗਿਆ ਕਿਹੜਾ ਨਹੀਂ ਰਹਿ। ਉਹ ਆਪ ਰਾਜਾ ਨਹੀਂ ਹੈ ਰਿਹਾ ਹੋਇਆ, ਉਹ ਦੱਸੂਗਾ ਕੌਣ ਰਹਿ ਗਿਆ। ਉਹਦੇ ਪੁੱਛੀਏ।
ਅਜੀਬ ਗੱਲ ਸੀ ਉਹਨੂੰ ਲੱਗੀ ਰਾਜੇ ਨੂੰ ਵੀ ਮੱਛੀ ਦੇ ਪੇਟ 'ਚ ਕੋਈ ਬੰਦਾ ਜਿਉਂਦਾ ਰਹਿ ਸਕਦਾ ਹੈ, ਇਦਾਂ ਹੋ ਸਕਦਾ ਹੈ। ਉਹਨੇ ਆਣੀ ਸੱਚ ਮੰਨ ਲਈ, ਧਿਆਨ ਇਹ ਗੱਲ ਡਾਇਵਰਟ ਕਰਤਾ ਵਾ। ਸੱਚ ਮੰਨ ਲਈ। ਇਹ ਗੱਲ ਅਜੀਬ ਗੱਲ ਲੱਗੀ ਵੀ ਪਹਿਲਾਂ ਇਹ ਗੱਲ ਦਾ ਪਰਦਾ ਚੱਕੀਏ ਆਪਾਂ, ਫੇਰ ਗਾਂ ਗੱਲ ਕਰਾਂਗੇ ਰਾਜਿਆਂ ਵਾਲੀ। ਰਾਜਿਆਂ ਵਾਲੀ ਗੱਲ ਭੁੱਲ ਗਿਆ, ਦੂਈ ਲੱਗ ਗਿਆ, ਦੂਏ ਪਾਸੇ ਲੱਗ ਗਿਆ। ਇਹ ਨਾ ਤੋਏ ਬਤਾਏ ਹੈ ਨਿਰਪ ਭਾਗੋ ਜੋ ਅਨੇਕ। ਇਹ ਰਾਜੇ ਨਹੀਂ ਦੱਸ ਸਕਦੇ ਉਹ ਗੱਲ ਜਿਹੜੀ ਉਹ ਦੱਸੂਗਾ। ਇਹ ਰਾਜਿਆਂ ਨੂੰ ਨਹੀਂ ਗਿਆਨ ਹੈਗਾ ਇਹਨਾਂ ਦਾ ਆਪਣੇ ਨਾਲ ਦੀ ਹੱਦ ਦਾ ਪਤਾ, ਵਿਚਾਰੇ ਇਹਨਾਂ ਨੂੰ ਕੀ ਪਤਾ। ਉਹਨੂੰ ਪਤਾ ਤੈਨੂੰ ਲੋਕ ਦਾ ਵਿਵੇਕ ਨੂੰ, ਉਹ ਦੱਸੂਗਾ ਤੈਨੂੰ ਵੀ ਕੌਣ ਰਹਿ ਗਿਆ ਕੌਣ ਨਹੀਂ ਰਹਿ ਗਿਆ। ਐਸ ਬਾਤ ਸੁਣੀ ਜਬ ਤਬ ਰਾਜ ਅਵਤਾਰ। ਜਦ ਇਹ ਗੱਲ ਸੁਣੀ ਰਾਜੇ ਨੇ, ਮਹਾਰਾਜੇ ਨੇ, ਰਾਜ ਅਵਤਾਰ ਹੁੰਦਾ ਮਹਾਰਾਜਾ, ਰਾਜਾ ਦਾ ਰਾਜਾ, ਉਹ ਸੁਣੀ। ਸਿੰਧ ਖੋਜਣ ਕੋ ਚਲਾ ਲੈ ਜਗਤ ਕੇ ਸਭ ਜਾਰ। ਸਾਰੇ ਜਾਲ ਲੈ ਲੈ ਜਗਤ ਦੇ, ਸਾਰੇ ਮਛੇਰੇ ਬੁਲਾ ਲੈ। ਸਿੰਧ ਜਿਹੜਾ ਸਾਗਰ ਸੀ ਕਹਿੰਦਾ ਵੀ ਚਲੋ ਫੜੋ ਜਾਲ ਲਿਆਓ, ਮੱਛ ਫੜੀ ਜਾਓ ਤੇ ਉਹਨਾਂ ਦਾ ਪੇਟ ਚੱਕ ਕਰੀ ਜਾਓ, ਕਿਤੋਂ ਤਾਂ ਨਿਕਲੂਗੇ। ਰੁਆਲ ਛੰਦ ਭਾਂਤ ਭਾਂਤ ਮੰਗਾਏ ਜਾਲਣ ਸੰਗ ਲੈ ਦਲ ਸਰਬ। ਭਾਂਤ ਦੇ ਜਾਲ ਮੰਗਾ ਲੈ, ਸੰਗ ਲੈ ਦਲ ਸਰਬ। ਸਾਰੇ ਦਲ ਲੈ ਲੈ ਨਾਲ ਫੜਨ ਵਾਲੇ ਮਛੇਰਿਆਂ ਦੇ, ਸਾਰੇ ਫੌਜਾਂ ਲੈ ਲਈਆਂ ਦਲ ਸਰਬ। ਜੀਤ ਦੰਭ ਧੈ ਚਲਾ ਨਿਰਪਛਾਣ ਕੈ ਜੀ ਗਰਭ। ਬਸ ਸਾਰੇ ਕਵਾੜਿਓਂ ਲਾਗੇ ਜਾਲ ਪਾਉਣ ਸਮੁੰਦਰ ਦੇ। ਏਰੀਆ ਹੁਣ ਇੱਕ ਏਰੀਆ ਤੋਂ ਪਾਉਣ ਲੱਗਣਗੇ ਤਾਂ ਹੀ ਪਤਾ ਲੱਗੂਗਾ। ਸਾਫ਼ ਕਰੀ ਜਾਂਦੇ ਨੇ ਜਿਹੜੇ ਬੜੇ ਮੱਛ ਨੇ ਇੱਕ ਪਾਸੇ ਨੂੰ, ਵੀ ਇੱਕ ਪਾਸੇ ਕਰੀ ਜਾਓ ਉਹਨਾਂ ਨੂੰ ਫੜੀ ਜਾਓ ਤੇ ਪੇੜ ਚੱਕ ਕਰੀ ਜਾਓ, ਦੇਖੀ ਜਾਓ ਵੀ ਵਿੱਚੋਂ ਕਿਹਦੇ ਨਿਕਲਦਾ ਉਹ। ਮੰਤਰੀ ਮਿੱਤਰ ਕੁਮਾਰ ਸੰਪਤੀ ਸਰਬ ਮੱਧ ਬੁਲਾਏ। ਸਾਰੇ ਮੰਤਰੀ ਬਣਾ ਲਏ, ਮਿੱਤਰ ਬਣਾ ਲਏ ਕੁਮਾਰ ਨੇ, ਸੰਪਤ ਸਰਬ ਮੱਧ ਬੁਲਾਏ। ਹਾਂ ਸਾਰੇ ਉੱਥੇ ਹੀ ਬੁਲਾ ਲਏ ਜਿੱਥੇ ਉਹ ਜਾਲ ਪਾਉਂਦੇ ਸੀ। ਕਹਿੰਦੇ ਇੱਥੇ ਆ ਜਾਓ, ਹੁਣ ਉੱਥੋਂ ਚੱਕਿਆ ਉਹ ਡੇਰੇ ਹਾਲੇ। ਸਿੰਧ ਜਾਰ ਡਰੇ ਜਹਾਂ ਤਹਾਂ ਮੱਝ ਛਤਰ ਡਰਾਏ। ਜਿੰਨੇ ਜਹਾਂ ਤਹਾਂ ਜਾਲ ਪਾਤੇ ਜਾ ਕੇ, ਇੱਕੋ ਜਗ੍ਹਾ ਥੋੜੀ ਪਾਉਣੀ ਸੀ, ਦੁਨੀਆ ਹੀ ਸੀ, ਸਾਰੇ ਲਾਤੇ ਕੰਮ। ਮੱਝ ਛਤਰ ਡਰਾਏ। ਮੱਛ ਜਿਹੜੇ ਸੀਗੇ ਉਹ ਵੀ ਡਰ ਗਏ ਵਿਚਾਰੇ, ਭੱਜਣ ਲੱਗ ਗਏ। ਹੁਣ ਜਦ ਇਹ ਤਾਂ 24 ਘੰਟੇ ਬਾਅਦ ਪੈ ਗਏ ਮੱਛਾਂ ਦੇ। ਭਾਂਤ ਭਾਂਤਨ ਮੱਛ ਕੱਛਪ ਔਰ ਜੀਵ ਅਪਾਰ ਜੀਵ ਮੱਛ ਕੱਛੂ ਜਿਹੜਾ ਹੱਥ ਆ ਗਿਆ ਬਾਹਰ ਕੱਢ ਕੇ ਸਿੱਟੀ ਜਾਂਦੇ ਨੇ। ਖਾਣ ਵਾਲੀ ਪਬਲਿਕ ਵੀ ਬਥੇਰੀ ਸੀ, ਉਹ ਕਿਹੜਾ ਗਾਂ ਸਿੱਟਦੇ ਸੀ ਫਿਰ ਵਾਪਸ। ਜਿਹੜਾ ਵੱਢਿਆ ਗਿਆ ਉਹਨੂੰ ਫਿਰ ਖਾ ਲਓ, ਪਬਲਿਕ ਬਥੇਰੀ ਸੀ। ਆਹ ਖੋੜੇ ਖਾਂਦੇ ਖਾਈ ਜਾਓ। ਹੁਣ ਪਾੜ ਕੇ ਜਾਂ ਦੇਖਦੇ ਨੇ ਉਹਨੇ ਤਾਂ ਮਰੇ ਜਾਣਾ, ਫਿਰ ਉਹਨੂੰ ਕੀ ਕਰਨਗੇ। ਵੀਰ ਜਾਰਨ ਹਵੈ ਕੱਢੇ। ਇਹ ਤਾਂ ਨਹੀਂ ਪੜ੍ਹਨਾ, ਬੰਦ ਕਰ ਲਓ। ਬੰਦ ਜਾਰਨ ਹਵੈ ਕੱਢੇ ਕਬ ਤਿਆਗ ਪ੍ਰਾਣ ਸੁਧਾਰ। ਜਿਹੜੇ ਬੰਨ ਕੇ ਜਾਣ ਦੇ ਵਿੱਚੋਂ ਬਾਹਰ ਕੱਢਦੇ ਸੀ, ਉਹ ਬਾਹਰ ਹਵਾ 'ਚ ਨਿਕਲਦੀ ਸਾਰੇ ਪ੍ਰਾਣ ਛੱਡ ਦਿੰਦੇ ਨੇ। ਕਿਉਂ ਮੱਛੀ ਜਿਹੜਾ ਪਾਣੀ ਤੇ ਬਾਹਰ ਆਉਂਦੇ ਮੱਛੀ ਉਹ ਮਰ ਜਾਂਦੀ ਹੁੰਦੀ ਹੈ। ਜਦ ਪਾਣੀ ਦੇ ਬਾਹਰ ਕੱਢਦੇ ਸੀ ਜਦ ਵਿਚਾਰੇ ਮਰ ਜਾਂਦੇ ਸੀ ਉਹ। ਸਿੰਧ ਤੀਰ ਗਏ ਜਬੈ ਜਲ ਜੀਵ ਏਕੈ ਬਾਰ। ਫਿਰ ਸਾਰੇ ਜਲ ਦੇ ਜੀਵ ਸਾਗਰ ਨੂੰ ਜਾ ਕੇ ਪੁਕਾਰ ਕਰਨ ਲੱਗੇ ਇੱਕੋ ਵਾਰ ਵੀ ਸਾਡਾ, ਅਸੀਂ ਤਾਂ ਦੁਖੀ ਕਰਤੇ ਇਹਨਾਂ ਨੇ, ਸਾਡੇ ਤੇ ਭੀੜ ਪੈ ਗਈ, ਸਾਡਾ ਕੋਈ ਹੀਲਾ ਕਰੋ, ਸਾਨੂੰ ਤਾਂ ਤੇਰੇ 'ਚ ਕਿਤੇ ਵੀ ਨਹੀਂ ਟਿਕਣ ਦਿੰਦੇ ਇਹ। ਐਸ ਭਾਂਤ ਲਏ ਬਖਾਨਤ ਸਿੰਧ ਪੈ ਮਤ ਸਾਰ। ਇਹ ਤੇ ਉਹਨੂੰ ਕਹਿੰਦੇ ਵੀ ਸਾਡਾ ਕੋਈ ਇਲਾਜ ਕਰੋ, ਸਾਨੂੰ ਕੋਈ ਅਕਲ ਦੱਸੋ ਜੀ ਕਿੱਥੇ ਜਾਈਏ ਹੁਣ, ਅਸੀਂ ਕੀ ਕਰੀਏ। ਹੁਣ ਸਲਾਹ ਲੈਣ ਗਏ ਸਿੰਧ ਤੋਂ, ਸਮੁੰਦਰ ਅੱਗੇ ਹੀ ਪੁਕਾਰ ਕਰਨੀ ਸੀ। ਪਿਪ ਕੋ ਧਰ ਸਿੰਧ ਮੂਰਤ ਆਇਓ ਤੇ ਪਾਸ। ਉਹ ਜਲ ਦੇ ਜੀਵਾਂ ਕੋਲ ਵਿਪਰ ਦਾ ਰੂਪ ਧਾਰਨ, ਦੇਖੋ ਆਇਆ ਫਿਰ ਵਿਪਰ ਦਾ ਰੂਪ ਧਾਰਨ ਕਰਕੇ। ਮੰਤਰ ਵੀ ਪੰਡਤ ਨਹੀਂ ਦੱਸਣੇ, ਇਲਾਜ ਵੀ ਪੰਡਤ ਨੇ ਸਭ ਕੁਝ ਆਪਣੇ ਕੋਲ ਰੱਖਿਆ ਹੋਇਆ ਆਪਣੀ ਮੁੱਠੀ। ਵਿਪ ਕੋ ਧਰ ਸਿੰਧ ਮੂਰਤ ਵੀ ਵਿਪਰ ਦੇ ਧਾਰੂਗਾ। ਭੱਜ ਲਓ ਜਿੱਧਰ ਨੂੰ ਭੱਜਣਾ, ਮੂਹਰੇ ਪੰਡਤ ਮਿਲੂਗਾ। ਜਿੱਧਰ ਨੂੰ ਜਾਓਗੇ ਪੰਡਤ ਮੂਹਰੇ ਆ। ਇੱਥੇ ਹੀ ਹੁਣ ਪੰਡਤ ਉਹ ਜਲ ਦੇ ਜੀਵਾਂ ਨੂੰ ਵੀ ਪੰਡਤ ਦੱਸ ਰਿਹਾ ਆ ਕੇ
ਤਰੀਕਾ ਵੀ ਬਚਾਓ ਕਿਵੇਂ ਹੋਊ ਹੁਣ ਤੁਹਾਡਾ। ਹਾਂ ਰਤਨ ਹੀਰ ਪਰਵਾਲ ਮਾਨ ਦੀਨ ਹੈ ਅਨਿਆਸ। ਆ ਰਤਨ ਹੀਰ ਪਰਵਾਨ ਪਰਵਾਲ ਪਰਵਾਲ ਹਾਂ ਦੀਨ ਹੈ ਅਨਿਆਸ। ਦੀਨ ਹੈ ਅਨਿਆਸ ਕਹਿੰਦਾ ਵੀ ਇਹ ਹੁਣ ਜਿਹੜੇ ਸਮੁੰਦਰ ਕਿੰਨਾ ਕੁ ਦਿੰਦਾ ਹੈ, ਸਮੁੰਦਰ ਵਿੱਚੋਂ ਹੀਰੇ ਜਵਾਹਰਾਤ ਬਹੁਤ ਕੁਝ ਨਿਕਲਦਾ ਹੈ। ਕਹਿੰਦਾ ਇਹਨਾਂ ਨੂੰ ਬਥੇਰਾ ਕੁਝ ਦਿੱਤਾ ਮੈਂ। ਉਹਨੇ ਵਿਪਰ ਕਹਿੰਦਾ ਵੀ ਇਹਦੇ ਵਿੱਚੋਂ ਹੀਰੇ ਜਵਾਹਰਾਤ ਜਿਹੜੇ ਮਿਲਦੇ ਨੇ ਸਮੁੰਦਰ ਦੇ ਵਿੱਚੋਂ ਆਪ ਇਹਨਾਂ ਸਮੁੰਦਰ ਦਾ ਰੂਪ ਧਾਰਨ ਕਰਕੇ ਆਇਆ ਵੀ ਮੈਂ ਸੰਸਾਰ ਨੂੰ ਇਹਨਾਂ ਕੁ ਦਿੱਤਾ ਰਾਜਿਆਂ ਨੂੰ ਬਈ ਮੇਰੇ ਤੇ ਜਿਹੜੇ ਮੇਰੇ ਜਲ ਦੇ ਵਿੱਚ ਜੀਵ ਨੇ ਇਹਨਾਂ ਤੇ ਕਿਰਪਾ ਰੱਖਣੀ ਚਾਹੀਦੀ ਹੈ ਰਾਜੇ ਨੂੰ। ਆ ਜਿਹੜੇ ਤੇਰੇ ਕੋਲ ਇਹਨੇ ਹੀਰੇ ਮੋਤੀ ਧਨ ਮੈਂ ਦਿੱਤਾ ਸਮੁੰਦਰ ਦੇ ਵਿੱਚੋਂ ਆਉਂਦੇ ਨੇ ਨਾ ਬਹੁਤ ਨਿਕਲਦੇ ਨੇ। ਹਾਂ ਜੀਵ ਕਾਏ ਸੰਘਾਰੀਐ ਸੁਣ ਲੀਜੀਐ ਨਿਰਪ ਬੈਨ। ਹੇ ਰਾਜੇ ਤੈਨੂੰ ਇੰਨਾ ਕੁਝ ਮੈਂ ਦਿੱਤਾ ਹੈ ਹੀਰੇ ਜਵਾਹਰਾਤ, ਐ ਮੇਰੇ ਜੀਵ ਕਿਉਂ ਸੰਘਾਰਦਾ ਤੂੰ? ਇਹਨਾਂ ਨੇ ਕੀ ਕਸੂਰ ਕੀਤਾ ਵਿਚਾਰਿਆਂ ਨੇ? ਜੇ ਮੱਛੀਆਂ ਨੇ ਖਾਣ ਦੇ ਕੰਮ ਆਉਂਦੀਆਂ ਨੇ ਪਰਜਾ ਥੋੜੀ ਹੋਈ ਹੈ। ਇਸ ਤਰੀਕੇ ਨਾਲ ਇਹਨਾਂ ਦੇ ਸੰਘਾਰ ਕੇ ਸਿੱਟੀ ਜਾਂਦੇ ਸੜੀ ਜਾਂਦੀਆਂ ਨੇ। ਇਹਨਾਂ ਨੇ ਕੀ ਵਿਗਾੜਿਆ ਵਿਚਾਰਿਆਂ ਨੇ ਤੇਰਾ? ਇੰਨਾ ਤੁਸੀਂ ਅਨਿਆਏ ਕਿਉਂ ਕਰਨ ਲੱਗੇ ਹੋ? ਇਹ ਮੇਰੇ ਕੋਲ ਦੁਖੀ ਮੇਰੀ ਪਰਜਾ ਹੈ, ਮੇਰੇ ਕੋਲ ਪੁਕਾਰਨਾ ਇਹਨਾਂ ਨੇ ਆ ਕੇ। ਇਹ ਨਾ ਕੰਮ ਕਰੋ। ਜੌਨ ਕਾਰਜ ਕੋ ਚਲੇ ਤੁਮ ਸੋ ਨਹੀਂ ਇਹ ਠੈਨ। ਉਹ ਜਿਹੜਾ ਕੰਮ ਤੁਸੀਂ ਟੋਲਦੇ ਹੋ ਇੱਥੇ ਨਹੀਂ ਹੈ। ਉਹ ਤੁਹਾਨੂੰ ਕੋਈ ਭੁਲੇਖਾ ਲੱਗ ਗਿਆ। ਉਹ ਇਹਨਾਂ ਜੀਵਾਂ ਦੇ ਵਿੱਚ ਨਹੀਂ ਹੈਗਾ ਜਿਹੜਾ ਤੁਸੀਂ ਜਿਹੜੀ ਚੀਜ਼ ਤੁਸੀਂ ਲੱਭਦੇ ਹੋ ਇੱਥੇ ਨਹੀਂ ਹੈ। ਸਮੁੰਦਰ 'ਚ ਨਹੀਂ ਹੁੰਦੀ ਉਹ, ਇਹਨਾਂ ਮੱਛਾਂ ਦੇ ਵਿੱਚ ਨਹੀਂ ਹੈ। ਉਹ ਜਿਹੜਾ ਕਾਰਜ ਤੂੰ ਜੋ ਟੋਲਦਾ ਫਿਰਦਾ ਉਹ ਨਹੀਂ ਹੈਗਾ ਇੱਥੇ। ਇਹਨਾਂ ਨੂੰ ਛੱਡ, ਇਹਨਾਂ ਨੂੰ ਨਾ ਮਾਰ ਵਿਚਾਰਿਆਂ ਨੂੰ। ਹਾਂ ਸਿੰਧਬਾਚ ਰੁਵਾਲ ਛੰਦ ਸ਼ੀਰ ਸਾਗਰ ਹੈ ਜਹਾਂ ਸੁਣ ਰਾਜ ਰਾਜ ਅਵਤਾਰ। ਉਹ ਖੀਰ ਸਾਗਰ ਕਿਹਾ ਉਹਨੇ। ਖੀਰ ਦਾ ਦੁੱਧ ਦਾ ਸਮੁੰਦਰ ਆ ਉਹ, ਮੈਂ ਤਾਂ ਪਾਣੀ ਦਾ ਸਮੁੰਦਰ। ਓਏ ਤੂੰ ਸਮੁੰਦਰ ਤਾਂ ਕਹਿ ਤਾ ਅਗਲੇ ਨੇ, ਖੀਰ ਸਾਗਰ ਕਿਹਾ ਹੋਊ ਤੈਨੂੰ। ਉਹ ਖੀਰ ਸਾਗਰ ਹੋਰ ਹੁੰਦਾ ਹੈ, ਤਾਂ ਪਾਣੀ ਦਾ ਸਮੁੰਦਰ ਹੈ। ਤੂੰ ਕਿਹੜੇ ਚੱਕਰ 'ਚ ਪੈ ਗਿਆ? ਤਾਂ ਮੇਰੇ ਇਹੀ ਜੀਵ ਮਾਰਨੇ ਸ਼ੁਰੂ ਕਰਤੇ। ਉਹ ਖੀਰ ਸਾਗਰ ਹੈ ਇੱਕ, ਉਹ 'ਚ ਰਹਿੰਦਾ ਉਹ ਮੱਛ। ਮੇਰੇ 'ਚ ਨਹੀਂ ਹੈਗਾ, ਉਹ ਇੱਥੇ ਨਹੀਂ ਹੈ, ਸਾਡੇ ਏਰੀਏ 'ਚ ਨਹੀਂ ਹੈ। ਉਹ ਉੱਥੇ ਹੈ, ਉੱਥੇ ਜਾ ਕੇ ਲੈ ਲੈ, ਕੱਢ ਲੈ। ਮੱਛ ਉਦਰ ਮਛਿਦਰ ਜੋਗੀ ਬੈਠ ਹੈ ਬ੍ਰਿਤ ਧਾਰ। ਉੱਥੇ ਹਾਂ ਬਿਰਤੀ ਸਮਾਧੀ ਲਾ ਕੇ ਜੋਗੀ ਜ਼ਰੂਰ ਬੈਠਾ ਹੈ। ਇਹ ਗੱਲ ਠੀਕ ਹੈ। ਹੁਣ ਉਹਨੇ ਇਹ ਵੀ ਕਹਿਤਾ ਵੀ ਗੱਲ ਠੀਕ ਹੈ। ਪਿਛਲੀ ਗੱਲ ਤੇ ਮੋਹਰ ਵੀ ਲਾਤੀ, ਪਰ ਇਹ ਸਮੁੰਦਰ 'ਚ ਹੈ ਵੀ ਨਹੀਂ, ਇਹ ਵੀ ਕਹਿਤਾ। ਦਾਲ ਜਾਰ ਨਿਕਾਰ ਤਾਂ ਕਹੇ ਪੂਛ ਲਿਓ ਬਣਾਏ। ਉੱਥੇ ਜਾ ਕੇ ਜਾਲ ਪਾ ਦੇ, ਪੁੱਛ ਲਿਓ ਵੀ ਕਿੱਥੇ ਰਹਿੰਦਾ ਉਹਨਾਂ ਨੂੰ, ਵੀ ਭਾਈ ਦੱਸੋ। ਜਿਹੜਾ ਕੱਢੋਗੇ ਉਹਨੂੰ ਪੁੱਛ ਲਿਆ ਕਰਿਓ ਵੀ ਉਹ ਕਿੱਥੇ ਹੈ। ਬਾਕੀ ਛੱਡਤਾ ਉੱਥੇ ਹੀ। ਪਾੜਨ ਦੀ ਲੋੜ ਨਹੀਂ, ਉਹਨੂੰ ਮਾਰਨ ਦੀ ਲੋੜ ਨਹੀਂ, ਪੁੱਛਣ ਦੀ ਲੋੜ ਹੈ। ਹਾਂ ਜੋ ਕਹਾ ਸੋ ਕੀਜੀਐ ਨਿਰਭ ਇਹੀ ਸਤ ਉਪਾਏ। ਜੋ ਮੈਂ ਕਿਹਾ ਇਹ ਕਰੋ, ਇਹੀ ਠੀਕ ਉਪਾਏ, ਸਤ ਉਪਾਏ ਠੀਕ ਉਪਾਏ ਹੀ ਹੈ। ਉਹਦਾ ਮਛਿੰਦਰਨਾਥ ਨੂੰ ਕੋਲ ਜਾਣ ਦਾ, ਮਛਿੰਦਰਨਾਥ ਨੂੰ ਪੁੱਛਣ ਦਾ। ਜੇ ਲੱਭੋਗੇ ਤਾਂ ਹੀ ਪੁੱਛੋਗੇ, ਉਹਨੂੰ ਲੱਭਣ ਦਾ ਇਹੀ ਉਪਾਏ ਹੈ। ਉੱਥੇ ਜਾ ਕੇ ਪੁੱਛੋ ਉਹਨਾਂ ਤੇ ਖੀਰ ਸਾਗਰ ਵਾਲੇ ਦੇ ਵਿੱਚੋਂ, ਭਾਈ ਤੁਹਾਡੇ ਮਛਿੰਦਰਨਾਥ ਕੌਣ ਹੈ? ਜੋਰ ਬੀਰਨ ਲਾਗ ਸਿੰਧ ਹੈ ਆਗ ਚਾਲ ਸੁਬਾਹ। ਜੋ ਜੋਰ ਬੀਰਨ ਅੱਛਾ ਲਾਗ ਸਿੰਧ, ਉਹ ਜੋ ਉਹਦੇ ਇਕੱਠੇ ਕਰ ਲਏ ਆਪਣੇ ਜਿਹੜੇ ਪਾਉਣ ਵਾਲੇ ਜਾਲ ਪਾਉਣੇ ਵਾਲੇ ਸੀ। ਆਗ ਚਾਲ ਸੁਬਾਹ ਅੱਗੇ ਚੱਲ ਪਿਆ ਉਹ। ਹੂਰ ਪੂਰ ਰਹੀ ਜਹਾਂ ਤਹਾਂ ਜਤਰ ਤਤਰ ਉਛਾਹ। ਹੂਰ ਪੂਰ ਰਹੀ ਜਹਾਂ, ਉੱਥੇ ਕੌਣ ਨੇ? ਉੱਥੇ ਵਿਵੇਕ ਬੁੱਧੀਆਂ ਨੇ ਸਾਰੀ। ਹੂਰ ਪੂਰ ਰਹੀ ਤਾਂ ਉੱਥੇ ਸਾਰੇ ਵਿਵੇਕ ਬੁੱਧੀ ਵਾਲੇ ਹੀ ਨੇ ਬੈਠੇ। ਜਤਰ ਤਤਰ ਉਛਾਹ। ਹਾਂ ਜਤਰ ਤੱਤਰ ਜਿੱਥੇ ਕਿਤੇ ਦੇਖੋ ਉੱਥੇ ਵਿਵੇਕ ਬੁੱਧੀ ਵਾਲੇ ਹੀ ਨੇ ਸਾਰੇ, ਦੂਆ ਨਹੀਂ ਹੈ ਕੋਈ। ਹਾਂ ਭਾਂਤ ਭਾਂਤ ਬਾ ਜਤਰ ਬਾ ਜੰਤਰ ਬਾਜਤ ਔਰ ਘੁਰਤ ਨਿਸ਼ਾਨ। ਉੱਥੇ ਭਾਂਤ ਭਾਂਤ ਦੇ ਬਾਜਤ, ਕਿਉਂਕਿ ਭਾਂਤ ਭਾਂਤ ਦੀਆਂ ਭਾਸ਼ਾਵਾਂ ਨੇ ਉੱਥੇ।
ਭਾਸ਼ਾ ਤਾਂ ਅੱਡ ਅੱਡ ਚੱਲਦੀ ਹੈ ਨਾ। ਭਾਸ਼ਾ ਤਾਂ ਸਾਡੇ ਕਈ ਬਦਲ ਗਈ ਇੱਥੇ ਬ੍ਰਹਮ ਗਿਆਨ ਦੀ। ਭਾਂਤ ਭਾਂਤ ਦੇ ਵਜੰਤਰ, ਭਾਂਤ ਭਾਂਤ ਦੀ ਭਾਸ਼ਾ ਦਾ ਭਾਂਤ ਭਾਂਤ ਦਾ ਵਾਜਾ ਹੁੰਦਾ। ਔਰ ਘੁਰਤ ਨਿਸ਼ਾਨ, ਔਰ ਘੁਰਤ ਨਿਸ਼ਾਨ, ਨਿਸ਼ਾਨ ਜਿਹੜੇ ਧੌਂਸੇ ਨੇ ਉਹਨਾਂ ਦੀ ਘੋਰ ਵੀ ਪੈਂਦੀ ਹੈ, ਵੱਜਦੇ ਨੇ। ਸ਼ੀਰ ਸਿੰਧ ਹੁਤੋ ਜਹਾਂ ਦੇ ਠਾਮ ਪਹੁੰਚੇ ਆਨ। ਜਿੱਥੇ ਸ਼ੀਰ ਸਾਗਰ ਹੁੰਦਾ ਹੈ, ਦੁੱਧ ਦਾ ਸਾਗਰ ਹੁੰਦਾ ਹੈ, ਜਿੱਥੇ ਗੁਰਮਤਿ ਦਾ ਪ੍ਰਚਾਰ ਹੁੰਦਾ, ਉੱਥੇ ਪਹੁੰਚ ਕੇ ਜਾ ਕੇ। ਸੂਤਰ ਜਾਲ ਬਣਾਏ ਕੈ ਤੇ ਮੱਧ ਡਾਰ ਅਪਾਰ। ਸੂਤ ਦਾ ਜਾਲ ਬਣਾ ਕੇ ਉਹਦੇ ਵਿੱਚ ਪਾਤਾ ਉਹਨਾਂ ਨੇ। ਸੂਤ ਦਾ ਜਾਲ ਪਾਇਆ ਤੇ ਮੱਧ ਡਾਰ ਅਪਾਰ, ਉਹਦੇ ਵਿੱਚ ਪਾਤਾ, ਬਹੁਤ ਬੜਾ ਜਾਲ ਪਾਤਾ ਇੱਕ। ਔਰ ਜੀਵ ਘਣੇ ਗਏ ਨਾ ਵਿਕੋਲਿਓ ਸ਼ਿਵ ਬਾਰ। ਔਰ ਤਾਂ ਜੀ ਸਾਰੇ ਫਸ ਗਏ ਸੂਤ ਦੇ ਜਾਲ 'ਚ, ਨਾ ਵਿਲੋਕਿਓ ਸ਼ਿਵ ਬਾਰ। ਉਹ ਨਹੀਂ ਆਇਆ। ਹਾਂ, ਸ਼ਿਵ ਬਾਰ, ਸ਼ਿਵ ਬਾਰ ਉਹੀ ਹੈ। ਮਛਿੰਦਰ ਨਾਥ ਨਹੀਂ ਉੱਥੇ ਉਹਦੇ ਵਿੱਚ ਫਸ ਸਕਿਆ। ਮਛਿੰਦਰ ਨਾਥ ਨਹੀਂ ਫਸ ਸਕਿਆ ਉਹਦੇ ਵਿੱਚ। ਅਸਲ 'ਚ ਮੱਛੇ ਮਛਿੰਦਰ ਨਾਥ ਹੈ। ਮੱਛ ਦਾ ਹੀ ਨਾ ਮਛਿੰਦਰ ਨਾਥ ਹੈ। ਉਹ ਜਲ ਕੀ ਮਛਲੀ ਚੜੀ ਖਜੂਰ ਉਹ ਹੈ ਮਛਿੰਦਰ ਨਾਥ। ਇਹ ਅਸਲ 'ਚ ਮਨ ਫੜਨਾ ਸੀ। ਗੱਲ ਮਨ ਨੂੰ ਫੜਨ ਦੀ ਹੈ। ਹਾਂ, ਇਹ ਫੜਨਾ ਸੀ। ਉਹ ਫਿਰ ਕਹਿੰਦਾ ਵੀ ਇਹ ਜਾਲ ਨਾਲ ਨਹੀਂ ਫੜ ਹੋਣਾ, ਇਹ ਇਹਨਾਂ ਜਾਲਾਂ ਨਹੀਂ ਫੜ ਹੋਣਾ। ਉਹ ਕਿਹੜੇ ਜਾਲ ਨਾਲ ਫੜੂ, ਜਾਲ ਦੱਸਦਾ ਹੁਣ। ਹਾਰ ਹਾਰ ਫਿਰੇ ਸਭੇ ਪਟ ਆਣ ਭੂਪਤ ਤੀਰ। ਸਾਰੇ ਹਾਰ ਗਏ। ਉਹ ਕਹਿੰਦੇ ਜੀ ਇਹ ਜਾਲ 'ਚ ਉਹ ਤਾਂ ਫਸਦਾ ਹੀ ਨਹੀਂ ਹੈ ਜ਼ਰੂਰ, ਪਰ ਇਹ ਜਾਲ 'ਚ ਨਹੀਂ ਉਹ ਫਸਦਾ। ਇਹ ਜਾਲ ਨਹੀਂ ਉਹ ਕਾਬਲ ਹੈਗੇ ਉਹਨੂੰ ਫਸਾਉਣ ਦੇ। ਹੋਰ ਸਭ ਕੁਝ ਫਸ ਗਿਆ। 84 ਲੱਖ ਜੂਨ ਫਸਦੀ ਆ, ਪਰ ਆਦਮੀ ਦਾ ਜਿਹੜਾ ਹੈ ਉਹ ਨਹੀਂ ਫਸਦਾ। ਹੋਰ ਜੀਵ ਫਸਦੇ ਨੇ ਨਾ। ਉਹ ਕਿਹੜੇ ਜੀਵ ਨੇ ਫਿਰ ਜਿਹੜੇ ਫਸਦੇ ਨੇ? ਵਿਵੇਕ ਬੁੱਧੀ ਆਦਮੀ ਦੇ ਜਨਮ 'ਚ ਹੁੰਦੀ ਹੈ। ਥੱਲੇ ਦੇ ਜੀਵ ਤਾਂ ਸਾਰੇ ਫਸ ਜਾਣਗੇ ਇਹ ਦੂਏ ਜਾਲ 'ਚ, ਸੂਤ ਦੇ 'ਚ। ਉਹ ਨਹੀਂ ਫਸਦਾ ਇਹ 'ਚ। ਉਹ ਮਨ ਨਹੀਂ ਫਸਦਾ ਹੈ ਇਹ 'ਚ। ਮਨੁੱਖੀ ਮਨ ਨਹੀਂ ਫਸਦਾ ਇਹ 'ਚ। ਔਰ ਜੀਵ ਘਣੇ ਗਏ ਪਰਸੋਂ ਨ ਪਾਵ ਫਕੀਰ। ਬਸ ਉਹ ਫਕੀਰੀ ਜਿਹੜਾ ਉਹ ਨਹੀਂ ਫਸਿਆ ਇਹਦੇ ਵਿੱਚ। ਬਾਕੀ ਜੀਵ ਸਾਰੇ ਆ ਗਏ। ਬਾਕੀ ਜੀਵ ਇਹ ਗ੍ਰਿਫਤ ਚਾਹੁੰਦੇ ਨੇ ਇਹਦੇ 'ਚ। ਦੇਹ ਨਾਲ ਜਿਹੜਾ ਜੁੜਿਆ ਹੋਇਆ ਉਹ ਸਾਰੇ ਆਉਂਦੇ ਨੇ। ਜਿਹੜਾ ਦੇਹੀ ਤੇ ਉੱਪਰ ਉੱਠ ਗਿਆ ਉਹ ਨਹੀਂ ਇਹ ਚਾਹੁੰਦਾ। ਮੱਛ ਪੇਟ ਮਛਿੰਦਰ ਜੋਗੀ ਬੈਠ ਹੈ ਬਿਨ ਆਸ। ਮੱਛ ਦੇ ਪੇਟ 'ਚ ਬੈਠਾ ਬਿਨਾਂ ਆਸ ਤੇ। ਉਹ ਮਛਿੰਦਰ ਨਾਥ ਜਿਹੜਾ ਬੈਠਾ ਉਹ ਸੁੰਨ ਸਮਾਧ ਹੋਇਆ ਬੈਠਾ। ਬੈਠ ਹੈ ਬਿਨ ਆਸ, ਬਿਨਾਂ ਸੁੰਨ ਸਮਾਧ। ਉਹ ਸੁੰਨ ਸਮਾਧ ਹੈ। ਤੇਰੇ ਪਵਨ ਸੁੰਨ ਬੈਠਾ ਉਹ। ਜਾਨ ਭੇਟ ਸਕੇ ਨਾ ਵਾਕੋ ਮੌਨ ਅੰਗ ਸੁਬਾਸ। ਉਹਨੂੰ ਜਾਲ ਦੇ ਨੇੜੇ ਨਹੀਂ ਜਾਂਦਾ। ਜਾਲ ਨਹੀਂ ਉੱਥੇ ਜਾ ਸਕਦਾ। ਹਾਂ, ਮਾਇਆ ਦਾ ਜਾਲ ਨਹੀਂ ਨੇੜੇ ਜਾਂਦਾ ਉੱਥੇ। ਮਾਇਆ ਦਾ ਜਾਲ ਜੇ ਬਾਹਰ ਆਉ ਜਾ ਜਾਂਦਾ, ਬਾਹਰ ਹੁੰਦਾ ਨਹੀਂ। ਮਾਇਆ ਦਾ ਜਾਲ ਉੱਥੇ ਪੈਂਦਾ ਨਹੀਂ। ਏਕ ਜਾਲ ਸੁਣਾ ਨਇਓ ਤੈ ਡਾਰੀਏ ਅਭਿਚਾਰ। ਇੱਕ ਹੋਰ ਜਾਲ ਸੁਣਿਆ ਨਵਾਂ, ਅਸੀਂ ਦੇਖਿਆ ਨਹੀਂ ਸੁਣਿਆ। ਉਹ ਜਾਲ ਪਾ ਕੇ ਦੇਖੋ, ਸ਼ਾਇਦ ਉਹ 'ਚ ਫਸ ਜਵੇ। ਸਤ ਬਾਤ ਕਹੂੰ ਤੁਮੈ ਸੁਣ ਰਾਜ ਰਾਜ ਅਵਤਾਰ। ਸੱਚੀ ਗੱਲ ਦੱਸਦਾ, ਰਾਜ ਦੇ ਅਵਤਾਰ। ਕਿ ਇੱਕ ਜਾਲ ਹੋਰ ਸੁਣਿਆ, ਉਹ ਦੇਖ ਲਓ ਮੰਗਾ ਕੇ, ਉਹ ਪਾ ਕੇ ਦੇਖ ਲਓ, ਉਹ 'ਚ ਫਸੂਗਾ। ਉਹ ਇਹਨਾਂ ਜਾਲਾਂ 'ਚ ਨਹੀਂ ਫਸਦਾ। ਯੁਵਾਲ ਗਿਆਨ ਨਾਮ ਸੁਣਾ ਹਮ ਤੇ ਜਾਰ ਕੋ ਨਿਰਪਰਾਏ। ਉਹ ਗਿਆਨ ਦੇ ਜਾਲ 'ਚ ਫਸਦਾ ਹੈ, ਹੋਰ ਜਾਲ 'ਚ ਨਹੀਂ ਫਸਦਾ। ਕਿਹੜਾ ਜਾਲ ਹੈ ਹੁਣ ਇਹ? ਗਿਆਨ ਦਾ ਵੱਡਾ ਮਨ ਹੈ। ਗਿਆਨ ਦਾ ਵੱਡਾ ਮਨ ਹੈ। ਉਹ ਗਿਆਨ ਤੋਂ ਬਿਨਾਂ ਕਿਸੇ ਜਾਲ 'ਚ ਨਹੀਂ ਫਸਦਾ। ਉਹ ਤਾਂ ਗਿਆਨ ਦੇ ਜਾਲ 'ਚ ਫਸਦਾ ਮਨ, ਹੋਰ ਨਹੀਂ ਫਸਦਾ ਕਿਸੇ ਜਾਲ 'ਚ। ਹੋਰ ਕੋਈ ਜਾਲ ਹੀ ਨਹੀਂ ਜਿਹਦੇ ਵਿੱਚ ਕਾਬੂ ਆ ਜਾਵੇ ਇਹ। ਹਾਂ, ਤੌਣ ਤਾਂ ਮੈਂ ਡਰ ਕੇ ਮੁੜ ਰਾਜ ਲਿਹੋ ਗਹਾਏ। ਬਾ ਉਹਦੇ 'ਚ ਉਹਨੂੰ ਫੜ ਕੇ ਕਾਬੂ ਕਰਕੇ ਲਿਆਓ। ਹੋਰ ਨਹੀਂ ਕਿਸੇ ਜਾਲ 'ਚ ਆਉਂਦਾ।
ਯੋਨਾ ਹਾਥ ਪਰੇ ਮੁਨੀਸ਼ਰ ਵੀਦ ਹੈ ਬਹੁ ਬਰਖ। ਬਹੁਤ ਸਾਲ ਹੋ ਗਏ ਉਹਨੂੰ ਕੋਈ ਫੜੇ ਨਹੀਂ ਸਕਿਆ, ਬਹੁਤ ਸਾਲ ਹੋ ਗਏ, ਕਦੋਂ ਨਹੀਂ ਫੜ ਸਕਿਆ। ਕਿਵੇਂ, ਕੀ ਗੱਲ ਕਰ ਰਹੇ ਨੇ? ਵੀਦ ਹੈ ਬਹੁ ਬਰਖ, ਬਹੁਤ ਬਰਖ ਬੀਤ ਗਏ, ਦੱਤਾਤਰੇय ਤੋਂ ਲੈ ਕੇ ਕਿਸੇ ਨੇ ਫੜਿਆ ਹੀ ਨਹੀਂ। ਉਹ ਤਾਂ ਪਹਿਲਾਂ ਤੋਂ ਲੈ ਕੇ ਨਹੀਂ ਫੜਿਆ। ਉਹ ਦੱਤਾਤਰੇय ਵੀ ਜੋਗ ਜਟਾਈ ਆ, ਨਹੀਂ ਫੜਿਆ ਗਿਆ। ਉਹ ਬਹੁਤ ਸਾਲ ਹੋ ਗਏ, ਹੁਣ ਨਹੀਂ ਫੜਿਆ ਕਿਸੇ ਨੇ। ਸਤ ਬਾਤ ਕਹੂੰ ਤੋ ਮੈਂ ਸੁਣ ਲੀਜੀਏ ਭਰਤ ਰਖ। ਹਾਂ, ਸੱਚੀ ਗੱਲ ਤੁਹਾਨੂੰ ਦੱਸਦੇ ਹਾਂ। ਇਹ ਭਰਤ ਰਖ, ਭਾਰਤ ਦੇ ਰਕਸ਼ਾ ਕਰਨ ਵਾਲੇ, ਇਹ ਸ੍ਰਿਸ਼ਟੀ ਦੀ ਰਕਸ਼ਾ ਕਰਨ ਵਾਲੇ ਰਾਜੇ, ਸਾਰਿਆਂ ਦੀ ਰਕਸ਼ਾ ਕਰਨ ਵਾਲੇ ਰਾਜੇ, ਇਹ ਸੱਚੀ ਗੱਲ ਹੈ। ਬਹੁਤ ਦੇਰ ਤੋਂ ਨਹੀਂ ਫੜਿਆ ਗਿਆ ਕਿਸੇ ਤੋਂ ਵੀ। ਉਹ ਬੇਕਾਬੂ ਹੈ, ਬਾਹਰ ਹੈ ਉਹ ਜਾਲ ਤੋਂ, ਜਾਲ 'ਚ ਨਹੀਂ ਆਉਂਦਾ।